नहीं नहीं थोड़े को जिथे रखे सत्ती पे ਸਤਿ ਸ਼੍ਰੀ ਅਕਾਲ ਜੀ। ਮੈਂ ਅਮਨ ਸ਼ਰਮਾ ਟੋਰਾਂਟੋ ਕੈਨੇਡਾ ਤੋਂ ਅੱਜ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਲੈ ਕੇ ਪ੍ਰੋਗਰਾਮ ਫੇਸਬੁੱਕ ਚਰਚਾ। ਜਿਸ ਤਰ੍ਹਾਂ ਤੁਸੀਂ ਦੇਖਿਆ ਅਸੀਂ ਕਾਫੀ ਦਿਨਾਂ ਤੋਂ ਇਸ ਪ੍ਰੋਗਰਾਮ ਨੂੰ ਚਲਾ ਰਹੇ ਹਾਂ। ਜੋ ਪ੍ਰੋਗਰਾਮ ਚੱਲ ਰਿਹਾ ਮੇਨਲੀ ਅੱਜ ਕੱਲ੍ਹ ਸਾਡਾ ਫੋਕਸ ਹੈ ਜਿਹੜੀ ਕਿਸਾਨ ਮੂਵਮੈਂਟ ਇੰਡੀਆ ਵਿੱਚ ਚੱਲ ਰਹੀ ਹੈ। ਤੁਸੀਂ ਦੇਖਿਆ ਹੈ ਕਿਸਾਨ ਵੀਰ ਆਪਣੇ ਹੱਕਾਂ ਵਾਸਤੇ ਇੰਨੇ ਦਿਨਾਂ ਤੋਂ ਲੱਗੇ ਹੋਏ ਨੇ। ਪਹਿਲਾਂ ਪੰਜਾਬ 'ਚ ਬੈਠੇ ਹੋਏ ਸੀ। ਪੰਜਾਬ 'ਚ 2 ਮਹੀਨੇ ਉਹਨਾਂ ਨੇ ਪਹਿਲਾਂ ਇਸ ਚੀਜ਼ ਵਾਸਤੇ ਸਟਰਗਲ ਕੀਤਾ, ਪਰ ਸੈਂਟਰ ਸਰਕਾਰ ਨੇ ਉਹਨਾਂ ਦੀ ਕੋਈ ਬਹੁਤ ਨਹੀਂ ਸੁਣੀ। ਬਾਕੀ ਹੋਰ ਜਿਹੜੇ ਸੀਗੇ ਆਪਣੇ ਉਹਨਾਂ ਦਾ ਵੀ ਰਾਜਾਂ ਦੀ ਬਾਕੀਆਂ ਦੀ ਕੁਛ ਇਨਵੋਲਵਮੈਂਟ ਜ਼ਿਆਦਾ ਉਸ ਟਾਈਮ ਨਹੀਂ ਸੀਗੀ। ਪਰ ਹੁਣ ਇਹ ਜੋ ਇੱਕ ਪੂਰਾ ਦੇਸ਼ ਵਿਆਪੀ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ। ਇਹ ਆਪਣੇ ਬੈਠੇ ਨੇ ਹੁਣ ਦਿੱਲੀ ਵਿੱਚ ਸਿੰਘੂ ਬਾਰਡਰ ਤੇ ਬੈਠੇ ਨੇ, ਤਾਂ ਦੂਸਰੇ ਬਾਰਡਰ ਜਿੰਨੇ ਬਾਰਡਰ ਹੈਗੇ ਇਹਨਾਂ ਤੇ ਬੈਠੇ ਨੇ। ਤੇ ਇਹਦੇ ਵਿੱਚ ਬਾਕੀ ਸੂਬਿਆਂ ਤੋਂ ਵੀ ਬਹੁਤ, ਤਮਿਲਨਾਡੂ ਤੋਂ ਲੈ ਕੇ ਹਰਿਆਣਾ, ਯੂਪੀ, ਬਿਹਾਰ, ਜੋ ਵੀ ਸੂਬੇ ਆਸ-ਪਾਸ ਸਭ ਦੇ ਸੂਬਿਆਂ ਤੋਂ ਬੰਦੇ ਇੱਥੇ ਇਕੱਠੇ ਹੋਏ ਨੇ। ਸਾਰਿਆਂ ਦੀ ਇਨਵੋਲਵਮੈਂਟ ਤੇ ਬੜੀ ਇਹ ਇਸ ਟਾਈਮ ਬੜੇ ਲਾਰਜ ਸਕੇਲ ਦੇ ਉੱਪਰ ਅੰਦੋਲਨ ਚੱਲ ਰਿਹਾ। ਤੇ ਇਹੀ ਆਸ ਕਰਦੇ ਹਾਂ ਕਿ ਅੰਦੋਲਨ ਇੱਕ ਜੋ ਬੜਾ ਅੱਛਾ ਰੂਪ ਲੈ ਰੱਖਿਆ ਜਿਸਨੇ। ਇਹਦੇ ਵਿੱਚ ਸਾਰੇ ਤਰ੍ਹਾਂ ਦੇ ਪਾਰਟੀਜ਼, ਸਾਰੇ ਤਰ੍ਹਾਂ ਦੇ ਧਰਮਾਂ ਦੇ ਲੋਕਾਂ ਨੇ ਇਨਵੋਲਵਮੈਂਟ ਕੀਤੀ ਹੈ। ਸਾਰੇ ਆਪਣੇ ਪੋਲੀਟੀਕਲ ਜਾਂ ਜੋ ਬਾਕੀ ਹੋਰ ਇੰਟਰਸਟ ਨੂੰ ਸਾਈਡ ਤੇ ਰੱਖ ਕੇ ਇਨਵੋਲਵਮੈਂਟ ਸ਼ੋ ਕੀਤੀ ਹੈ। ਉਸੇ ਨੂੰ ਡਿਸਕਸ ਕਰਨ ਵਾਸਤੇ ਅਸੀਂ ਹੁਣ ਫਿਰ ਅਸੀਂ ਇਕੱਠੇ ਹੋਏ ਹਾਂ। ਮੇਰੇ ਨਾਲ ਨੇ ਚਰਨਜੀਤ ਗਰੇਵਾਲ ਜੀ US ਤੋਂ। ਸਤਿ ਸ਼੍ਰੀ ਅਕਾਲ ਚਰਨਜੀਤ ਜੀ। ਸਤਿ ਸ਼੍ਰੀ ਅਕਾਲ। ਮੇਰੇ ਨਾਲ ਨੇ ਗੋਵਿੰਦਰ ਮਿੱਤਲ ਜੀ ਮੋਹਾਲੀ ਤੋਂ ਮੇਰੇ ਨਾਲ ਨੇ ਜੀ। ਗੋਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। सत श्रीकाल जी। सत श्रीकाल जी अमन जी। सत श्रीकाल जी। मेरे नाल ने संजय बाला जी। नमस्कार, क्या हाल है आपका? नमस्कार वीर जी, कैसे हैं? बढ़िया बढ़िया जी, बढ़िया। और इसके साथ ही मेरे साथ हैं अमर जी ने US ਤੋਂ, और बलजिंदर रूपी जी ने मेरे नाल ਜਿਹੜੇ कि ਟੈਕਨੀਕਲ ਸਪੋਰਟ ਵਾਸਤੇ ਸਾਡੇ ਨਾਲ ਨੇ। ਤੇ ਹੁਣ ਜੋ ਇਸ ਟਾਈਮ ਜੋ ਪ੍ਰੈਜ਼ੈਂਟ ਸਟੇਟਸ ਆ ਉਹਦੇ ਬਾਰੇ ਪਤਾ ਕਰਨ ਵਾਸਤੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਗੋਵਿੰਦਰ ਮਿੱਤਲ ਜੀ। ਗੋਵਿੰਦਰ ਮਿੱਤਲ ਜੀ ਜੋ ਹੈਗੇ ਨੇ ਹੁਣ ਮੋਹਾਲੀ 'ਚ ਨੇ। ਇਹ ਮੋਹਾਲੀ ਤੋਂ ਇਹਨਾਂ ਨੂੰ ਆਪਾਂ ਕਨੈਕਟ ਕੀਤਾ ਹੋਇਆ। ਇਹ ਆਪਾਂ ਨੂੰ ਪ੍ਰੈਜ਼ੈਂਟ ਸਟੇਟਸ ਦੱਸਣਗੇ। ਉਸ ਤੋਂ ਬਾਅਦ ਆਪਣੇ ਸੰਜੇ ਵਾਲਾ ਜੀ ਤੋਂ ਪੁੱਛਾਂਗੇ ਜਿਹੜੇ ਦਿੱਲੀ 'ਚ ਬੈਠੇ ਨੇ, ਉਹਨਾਂ ਤੋਂ ਵੀ ਪਤਾ ਕਰਾਂਗੇ ਕਿ ਇਸ ਟਾਈਮ ਸਟੇਟਸ ਉੱਤੇ ਕੀ ਹੈ ਇਸ ਦਾ। ਗੋਵਿੰਦਰ ਮਿੱਤਲ ਜੀ ਤੁਸੀਂ ਦੱਸੋ ਪਹਿਲਾਂ ਪਲੀਜ਼। ਦੇਖੋ ਅਮਨ ਜੀ, ਗੱਲ ਇਹ ਆ ਕਿ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਬੜੇ ਲੰਬੇ ਸਮੇਂ ਤੋਂ ਕਿਸਾਨਾਂ ਦੀ ਜਿਹੜੀ ਮੂਵਮੈਂਟ ਆ ਉਹ ਪੂਰੇ ਪੰਜਾਬ ਤੋਂ ਸ਼ੁਰੂ ਹੋ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਫੈਲ ਚੁੱਕੀ ਹੈ। ਪੰਜਾਬ ਦੇ ਅੰਦਰ, ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਪੰਜਾਬ ਦੇ ਅੰਦਰ ਜਿਹੜਾ ਲੋਕਾਂ ਦਾ ਜੋਸ਼ ਹੈ ਉਹ ਬਿਲਕੁਲ ਵੀ ਘੱਟ ਨਹੀਂ ਹੋਇਆ। ਲੋਕ ਲਗਾਤਾਰ ਜਿਹੜੇ ਹੈਗੇ ਨੇ ਆਪਣੇ ਆਪਣੇ ਸਾਧਨਾਂ ਤੇ, ਚਾਹੇ ਉਹ ਟਰੈਕਟਰ ਨੇ, ਚਾਹੇ ਟਰਾਲੀਜ਼ ਨੇ, ਚਾਹੇ ਉਹ ਕਾਰਾਂ ਨੇ, ਜਿਸ ਤਰੀਕੇ ਨਾਲ ਵੀ ਉਹਨਾਂ ਨੂੰ ਲੱਗਦਾ ਮੁਨਾਸਿਬ, ਉਹ ਲਗਾਤਾਰ ਜਾ ਰਹੇ ਨੇ। ਪੰਜਾਬ ਦਾ ਬੱਚਾ ਜਿਹੜਾ ਹੈਗਾ ਅੱਜ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦੇ ਉੱਪਰ ਬੈਠਾ ਹੋਇਆ ਹੈਗਾ। ਚਾਹੇ ਸਰਕਾਰ ਨੇ, ਕੇਂਦਰ ਸਰਕਾਰ ਨੇ, ਮੋਦੀ ਸਰਕਾਰ ਨੇ ਬੜੀਆਂ ਕੋਝੀਆਂ ਚਾਲਾਂ ਚੱਲਣ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਲੋਕ ਜਿਹੜੇ ਹੈਗੇ ਨੇ, ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਲੋਕ ਪੂਰੀ ਤਰ੍ਹਾਂ ਜਾਗਰੂਕ ਹੋ ਚੁੱਕੇ ਨੇ ਕਿ ਜਿਹੜੇ ਇਹ ਕਿਸਾਨ ਮਾਰੂ ਬਿੱਲ ਨੇ ਇਹ ਉਹਨਾਂ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਨਗੇ। ਕਿਉਂਕਿ ਤੁਸੀਂ ਦੇਖੋ ਕਿ ਪਿਛਲੇ 2 ਦਿਨਾਂ ਦੇ ਵਿੱਚ ਹੀ ਜਿਹੜਾ ਮਾਝਾ ਏਰੀਆ ਹੈਗਾ, ਮਾਝਾ ਤੇ ਦੁਆਬੇ ਦੇ ਵਿੱਚੋਂ ਵੀ ਮਤਲਬ 50,000 ਦੇ ਕਰੀਬ ਜਿਹੜਾ ਬੰਦਾ ਉੱਥੇ ਪਹੁੰਚਿਆ ਹੈਗਾ। ਬਾਕੀ ਜਿੱਦਾਂ NRI ਭਰਾਵਾਂ ਦੀ ਸਪੋਰਟ ਮਿਲ ਰਹੀ ਆ, ਲੋਕ ਫਾਈਨੈਂਸ਼ੀਅਲੀ ਵੀ ਹੈਲਪ ਕਰ ਰਹੇ ਨੇ, ਲੋਕ ਜਿਹੜਾ ਹੈਗਾ ਰਾਸ਼ਨ ਦਾ ਜਿਹੜਾ ਹੈਗਾ ਸਮਾਨ ਉੱਥੇ ਪਹੁੰਚਾ ਰਹੇ ਨੇ। ਇਸ ਤੋਂ ਲੱਗਦਾ ਕਿ ਜਿਹੜਾ ਅੰਦੋਲਨ ਹਜੇ, ਅਗਰ ਕੇਂਦਰ ਸਰਕਾਰ, ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਕੱਲ ਪਿਊਸ਼ ਗੋਇਲ ਜਿਹੜੇ ਸੀਨੀਅਰ ਮੋਸਟ ਮੰਤਰੀ ਨੇ, ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਹੁਣ ਤੱਕ ਮੀਟਿੰਗਾਂ ਹੋਈਆਂ ਨੇ, ਚਾਹੇ ਉਹ 5ਵੇਂ ਦੌਰ ਦੀ ਮੀਟਿੰਗ ਹੋਈ ਹੈ, ਚਾਹੇ ਉਹ 6ਵੇਂ ਦੌਰ ਦੀ ਮੀਟਿੰਗ ਹੋਈ ਆ, ਉਹ ਮੀਟਿੰਗਾਂ ਦੇ ਵਿੱਚ ਪਿਊਸ਼ ਗੋਇਲ ਜਿਹੜੇ ਹੈਗੇ ਨੇ ਉਹ ਹਾਜ਼ਰ ਰਹੇ ਨੇ। ਤੇ ਪਿਊਸ਼ ਗੋਇਲ ਨੇ ਜਿੱਦਾਂ ਕੱਲ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ, ਚਾਹੇ ਉਹ ਹਰਿਆਣਾ ਨਾਲ ਸੰਬੰਧਿਤ ਨੇ, ਚਾਹੇ ਕਿਸੇ ਦੂਜੇ ਸੂਬਿਆਂ ਨਾਲ ਸੰਬੰਧਿਤ ਨੇ, ਉਹਨਾਂ ਨੇ, ਕੁਝ ਕਿਸਾਨ ਜਥੇਬੰਦੀਆਂ ਨੇ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਇੱਕ ਮੰਗ ਪੱਤਰ ਦਿੱਤਾ ਕੇਂਦਰ ਸਰਕਾਰ ਨੂੰ ਕਿ ਇਹ ਜਿਹੜੇ ਕਾਨੂੰਨ ਨੇ ਠੀਕ ਨੇ। ਉਹਨਾਂ ਨੇ ਕੱਲ ਇੱਕ ਟਵੀਟ ਵੀ ਕੀਤਾ, ਉਹਨਾਂ ਦੇ ਸਮਰਥਨ ਦੀ ਗੱਲ ਕਹੀ ਹੈ ਕਿ ਕਿਸਾਨ ਕੁਝ ਹੈਗੇ ਨੇ ਸਾਡੇ ਨਾਲ ਆ ਚੁੱਕੇ ਨੇ ਕਿ ਉਹ ਇਹਨਾਂ ਬਿੱਲਾਂ ਨੂੰ ਰੱਦ ਨਹੀਂ ਕਰਾਉਣਾ ਚਾਹੁੰਦੇ। ਤੇ ਉਹਨਾਂ ਨੇ ਕਿਹਾ ਕਿ ਬਿੱਲ ਰੱਦ ਸ਼ਾਇਦ ਨਾ ਹੋਣ। ਇੱਥੋਂ ਸੰਕੇਤ ਮਿਲਦਾ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਆਪਣੇ ਅੜੀਅਲ ਰਵੱਈਏ ਦੇ ਉੱਪਰ ਪੂਰੀ ਤਰੀਕੇ ਨਾਲ ਅੜੀ ਹੋਈ ਹੈ। ਜਿਸ ਤਰ੍ਹਾਂ ਮੋਦੀ ਜੀ ਬਾਰੇ ਕਿਹਾ ਜਾਂਦਾ ਕਿ ਪੂਰੇ ਉਹ ਅੜੀਅਲ ਨੇ, ਉਹ ਗੱਲ ਸੁਣਨ ਨੂੰ ਤਿਆਰ ਨਹੀਂ। ਪਰ ਦੂਜੇ ਪਾਸੇ ਪੰਜਾਬ ਤੇ ਹਰਿਆਣਾ ਦੇ ਜਿਹੜੇ ਕਿਸਾਨ ਨੇ, ਖਾਸ ਕਰਕੇ ਜਿਹੜੇ ਇਸ ਮੂਵਮੈਂਟ ਦੀ ਅਗਵਾਈ ਕਰ ਰਹੇ ਨੇ, ਉਹਨਾਂ ਦੇ ਹੌਸਲੇ ਬੜੇ ਬੁਲੰਦ ਨੇ। ਉਹਨਾਂ ਨੇ ਕੱਲ ਪੂਰਾ 1 ਦਿਨ ਦਾ ਜਿਹੜਾ ਅਨਸ਼ਨ ਕਰਕੇ ਇਹ ਸੰਕੇਤ ਦਿੱਤਾ ਕਿ ਅਸੀਂ 1 ਦਿਨ ਦੀ ਭੁੱਖ ਹੜਤਾਲ ਰੱਖ ਰਹੇ ਹਾਂ। ਅਗਰ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਗੱਲ ਨਹੀਂ ਸੁਣੀ ਜਾਂਦੀ, ਸਾਡੀ ਗੱਲ ਨਹੀਂ ਮੰਨੀ ਜਾਂਦੀ, ਕਾਲੇ ਕਾਨੂੰਨ ਨਹੀਂ ਵਾਪਸ ਲੈ ਜਾਂਦੇ, ਤਾਂ ਅਸੀਂ ਇਸ ਅੰਦੋਲਨ ਨੂੰ ਨਵੀਂ ਦਿਸ਼ਾ ਦੇਵਾਂਗੇ। ਅੰਦੋਲਨ ਹੋਰ ਵੀ ਤੇਜ਼ ਹੋਏਗਾ, ਕਿਉਂਕਿ ਅੱਜ ਇਸ ਅੰਦੋਲਨ ਦੇ ਵਿੱਚ ਇਕੱਲੇ ਕਿਸਾਨ ਹੀ ਨਹੀਂ, ਪੰਜਾਬ ਦੇ ਅੰਦਰ ਅੱਜ ਹਰ ਉਹ ਸ਼ਖਸ ਜਿਹਦਾ ਪੰਜਾਬ ਨਾਲ ਤਾਲੁਕ ਹੈ, ਉਹਦਾ ਜ਼ਮੀਨ ਨਾਲ ਤਾਲੁਕ ਹੈ,
ਚਾਹੇ ਉਹਦੇ ਕੋਲੇ ਐਗਰੀਕਲਚਰ ਲੈਂਡ ਹੈ ਚਾਹੇ ਨਹੀਂ ਹੈ, ਇਸ ਗੱਲ ਨੂੰ ਆਪਾਂ ਨੂੰ ਭੁੱਲ ਜਾਣਾ ਚਾਹੀਦਾ। ਕੇਂਦਰ ਸਰਕਾਰ ਨੂੰ ਵੀ ਇਹ ਗੱਲ ਨਹੀਂ ਸੋਚਣੀ ਚਾਹੀਦੀ, ਕਿਉਂਕਿ ਪੰਜਾਬ ਦੇ ਲੋਕਾਂ ਦਾ ਜ਼ਮੀਨ ਨਾਲ ਇੱਕ ਭਾਵਨਾਤਮਕ ਇੱਕ ਇਮੋਸ਼ਨਲ ਰਿਸ਼ਤਾ ਜੁੜਿਆ ਹੋਇਆ। ਅੱਜ ਇਹਦੇ ਵਿੱਚ ਪੱਲੇਦਾਰ ਲੋਕ ਸ਼ਾਮਲ ਨੇ, ਅੱਜ ਇਹਦੇ ਵਿੱਚ ਛੋਟਾ ਕਿਸਾਨ ਸ਼ਾਮਲ ਹੈ, ਅੱਜ ਇਹਦੇ ਵਿੱਚ ਆੜਤੀਆ ਸ਼ਾਮਲ ਹੈ, ਅੱਜ ਇਹਦੇ ਵਿੱਚ ਵਪਾਰੀ ਸ਼ਾਮਲ ਹੈ, ਅੱਜ ਇਹਦੇ ਵਿੱਚ ਵਕੀਲ ਸ਼ਾਮਲ ਹੋ ਚੁੱਕਿਆ, ਅੱਜ ਇਹਦੇ ਵਿੱਚ ਬੁੱਧੀਜੀਵੀ, ਕਲਾਕਾਰ, ਡਾਕਟਰਸ, ਅੱਜ ਈਵਨ ਕਿ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜੱਜਸ ਜਿਹੜੇ ਹੈਗੇ ਨੇ, ਉਹਨਾਂ ਨੇ ਵੀ ਕਿਹਾ ਕਿ ਕਾਲੇ ਕਾਨੂੰਨ ਜਿਹੜੇ ਹੈਗੇ ਨੇ ਇਹ ਕਿਸਾਨੀ ਦੇ ਖਿਲਾਫ ਨੇ, ਇਹ ਕਿਸਾਨਾਂ ਲਈ ਮਾਰੂ ਸਾਬਤ ਹੋ ਸਕਦੇ ਨੇ। ਇਸ ਕਰਕੇ ਕੇਂਦਰ ਸਰਕਾਰ ਨੂੰ ਤਾਂ ਮੈਂ ਇਹੀ ਅਪੀਲ ਕਰਾਂਗਾ, ਪੰਜਾਬ ਦਾ ਬੱਚਾ ਇਸ ਅੰਦੋਲਨ ਦੀ ਅਗਵਾਈ ਕਰਨ ਨੂੰ ਤਿਆਰ ਆ, ਤੁਸੀਂ ਮਤਲਬ ਨਹੀਂ ਇਸ ਅੰਦੋਲਨ ਨੂੰ ਦਬ ਸਕਦੇ। ਅੱਜ ਘਰ ਘਰ ਦੇ ਵਿੱਚ ਇਹ ਚਿੰਗ ਲੱਗੀ ਹੋਈ ਆ, ਮਸ਼ਾਲ ਇਹ ਜਗ ਚੁੱਕੀ ਹੈ। ਮੈਨੂੰ ਇੱਕ ਸ਼ੇਰ ਜਿਹੜਾ ਹੈਗਾ ਯਾਦ ਆ ਗਿਆ, ले मशाले चल पड़े हैं लोग मेरे गांव के, अब अंधेरा जीत लेंगे लोग मेरे गांव। ਬਿਲਕੁਲ ਬਿਲਕੁਲ, ਜਿੱਤ ਪੱਕੀ ਹੈ ਜੀ, ਬਹੁਤ ਸਹੀ ਗੱਲ ਹੈ ਤੁਹਾਡੀ, ਜਿੱਤ ਪੱਕੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਕਿਉਂਕਿ ਜਦੋਂ ਲੋਕਾਂ ਨੂੰ ਅਵੇਅਰ ਹੋਣ ਦੀ ਗੱਲ ਹੁੰਦੀ ਹੈ, ਜਦੋਂ ਲੋਕਾਂ ਜਾਗਰੂਕਤੀ ਆ ਗਈ, ਉਹਨੂੰ ਤਾਂ ਉਠਾਉਣ ਵਾਸਤੇ ਕੁਛ ਨਾ ਕੁਛ ਚੀਜ਼ ਬਣੀ ਨਹੀਂ ਹੋਈ। ਜਦੋਂ ਲੋਕ ਜਾਗਰੂਕ ਹੋ ਗਏ ਫਿਰ ਤਾਂ ਇਹ ਸ਼ਰਮਾ ਦੀ ਗੱਲ ਇਹ ਆ, ਪਤਾ ਅਮਨ ਜੀ, ਗੱਲ ਇਹ ਆ ਬੇਸਿਕਲੀ, ਇਹ ਹੁਣ ਖੇਤੀ ਕਾਨੂੰਨਾਂ ਦੀ ਗੱਲ ਨਹੀਂ ਹੈ, ਗੱਲ ਇਹ ਸਾਡੇ ਵਿਰਸੇ ਦੀ ਗੱਲ ਹੈ, ਸਾਡੀ ਵਿਰਾਸਤ ਦੀ ਗੱਲ ਹੈ, ਸਾਡੀ ਹੋਂਦ ਦੀ ਗੱਲ ਹੈ, ਸਾਡੇ ਸੱਭਿਆਚਾਰ ਦੀ ਗੱਲ ਹੈ। ਅੱਜ ਮੈਂ ਅਗਰ ਮੇਰੇ ਕੋਲੇ ਮੇਰਾ ਕਿਤੇ ਖੇਤ ਦੇ ਵਿੱਚ ਘਰ ਪਾਇਆ ਹੋਇਆ, ਤਾਂ ਮੇਰੇ ਆਲੇ ਦੁਆਲੇ ਅੱਜ 100 ਏਕੜ ਦੇ ਵਿੱਚ ਆ ਕੇ ਮੁਕੇਸ਼ ਅੰਬਾਨੀ ਜਾਂ ਗੌਤਮ ਅਡਾਨੀ ਖੇਤੀ ਕਰ ਰਿਹਾ, ਤਾਂ ਤੁਸੀਂ ਇਮੇਜਿਨ ਕਰੋ ਕਿ ਮੇਰੇ ਘਰ ਦੇ ਆਲੇ ਦੁਆਲੇ 100 ਏਕੜ ਦੇ ਵਿੱਚ ਕਿਸ ਤਰ੍ਹਾਂ ਦਾ ਐਟਮੋਸਫੀਅਰ ਹੋਏਗਾ। ਤੇ ਜਿੱਦਾਂ ਆਪਾਂ ਸ਼ਹਿਰਾਂ ਵਿੱਚ ਮਾਲ ਖੁੱਲਿਆ, ਤਾਂ ਮਾਲ ਦੇ ਅੱਗੇ ਸਕੂਟਰ ਪਾਰਕ ਨਹੀਂ ਕਰਨ ਦੇ ਰਹੇ, ਉੱਥੇ ਵਿਸਲ ਮਾਰ ਕੇ ਕਹਿੰਦੇ ਨੇ ਪਿੱਛੇ ਲਾਓ ਜੀ, ਪਿੱਛੇ ਲਾਓ, ਨਹੀਂ ਤਾਂ ਪਾਰਕਿੰਗ ਸਲਿੱਪ ਕਟਾਓ। ਇਹੀ ਹਾਲ ਖੇਤਾਂ ਦੇ ਵਿੱਚ ਹੋਣਾ। ਤੁਸੀਂ ਜਿਹੜੀਆਂ ਸਾਡੀਆਂ ਸਾਂਝੀਆਂ ਪਹੀਆਂ ਨੇ, ਤੁਸੀਂ ਉੱਥੇ ਸਾਈਕਲ ਖੜਾ ਨਹੀਂ ਕਰ ਸਕਦੇ। ਉਹਦੇ ਤੁਹਾਡੇ ਬਿਲਕੁਲ ਸਹੀ ਗੱਲ ਹੈ। ਇਹ ਇਮੋਸ਼ਨਲ ਜਿਹੜੇ ਅਟੈਚਮੈਂਟ ਹੁੰਦੀ ਹੈ ਜ਼ਮੀਨ ਨਾਲ, ਇਹ ਅਸੀਂ ਮੈਂ ਪਰਸਨਲੀ ਵੀ ਦੇਖੀ ਹੋਈ ਹੈ। ਮੇਰੇ ਪੇਰੈਂਟਸ ਸੀ, ਉਹਨਾਂ ਦੀ ਬੜੀ ਇਮੋਸ਼ਨਲ ਜ਼ਮੀਨ ਨਾਲ ਅਟੈਚਮੈਂਟ ਰਹੀ ਹੈ। ਅਸੀਂ ਸਭ ਇਹ ਚੀਜ਼ਾਂ ਹੰਡਾਇਆ ਹੋਇਆ ਉਹਦੇ ਉੱਪਰ, ਚੀਜ਼ਾਂ ਉੱਪਰ, ਆਪਣੇ ਪਿੰਡੇ ਦੇ ਉੱਪਰ, ਤਾਂ ਹੀ ਇਹ ਚੀਜ਼ਾਂ ਨੂੰ ਅਸੀਂ ਜ਼ਿਆਦਾ ਇਨਵੋਲਵ ਹੋਣੇ ਚੀਜ਼ ਵਾਸਤੇ। ਹਾਲਾਂਕਿ ਮੇਰੇ ਬੱਚੇ ਵੀ ਨਾਲ ਜਾਂਦੇ ਨੇ, ਅਸੀਂ ਕੈਨੇਡਾ 'ਚ ਬੈਠੇ ਹਾਂ, ਪਰ ਅਸੀਂ ਜਿੰਨੇ ਪ੍ਰੋਟੈਸਟ ਹੋਏ ਨੇ ਮੇਰੇ ਬੱਚੇ ਵੀ ਨਾਲ ਗਏ ਨੇ, ਹਰ ਜਗ੍ਹਾ ਤੇ ਅਸੀਂ ਨਾਲ ਜਾਣੇ ਉਹਨਾਂ ਦੇ, ਕਿਉਂਕਿ ਇਹ ਚੀਜ਼ਾਂ ਅਸੀਂ ਦੇਖੀਆਂ ਹੋਈਆਂ। ਬਾਕੀ ਜੋ ਗੱਲਾਂ ਕਰ ਰਹੇ ਸੀ ਕਿ ਹੁਣ ਇਹਦੇ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੀ ਕਾਫੀ ਲੋਕ, ਜੋ ਚਾਹੇ ਬੀਜੇਪੀ ਦੇ ਸਰਕਾਰ ਉਹਨਾਂ ਦੀ ਹੈ, ਪਰ ਉਹ ਵੀ ਚੁੱਪ, ਜਿਹੜੇ ਕੁਝ ਨਹੀਂ ਬੋਲ ਸਕਦੇ, ਉਹ ਬੜੇ ਡਿਸਾਈਡ ਹੋ ਗਏ ਨੇ ਕਿ ਅਸੀਂ ਬੀਜੇਪੀ ਦੇ ਅਗੇਂਸਟ ਨਹੀਂ ਬੋਲ ਸਕਦੇ, ਪਰ ਸਾਨੂੰ ਪਤਾ ਹੈ ਕਿ ਇਹ ਅਸੀਂ ਫਾਰਮਰਸ ਦੇ ਨਾਲ ਹਾਂ, ਅਸੀਂ ਪਰ ਫਾਰਮਰਸ ਦੇ ਇਹ ਕੋਈ ਵੀ ਹਿੱਤ 'ਚ ਗੱਲ ਨਹੀਂ ਜੋ ਹੋ ਰਹੀ ਅੱਜ ਕੱਲ। ਬਾਕੀ ਜਿਹੜੇ ਕੁਝ ਕੁ ਬੰਦੇ ਇਹਨਾਂ ਨੇ ਜਿਹੜਾ ਆਰਐਸਐਸ ਦਾ ਕਿਸਾਨ ਸੰਗਠਨ ਹੈਗਾ, ਆਰਐਸਐਸ ਦਾ ਕਿਸਾਨ ਵਿੰਗ ਹੈਗਾ, ਜੇ ਤੇ ਉਹਨੇ ਸਭ ਤੋਂ ਪਹਿਲਾਂ ਉਹਨੇ ਕਿਹਾ ਸੀ ਕਿ ਇਹ ਜਿਹੜੇ ਕਾਨੂੰਨ ਨੇ ਇਹ ਕਿਸਾਨਾਂ ਲਈ ਖਤਰਨਾਕ ਨੇ, ਪਰ ਉਸ ਤੋਂ ਬਾਅਦ ਉਹਨਾਂ ਤੇ ਪ੍ਰੈਸ਼ਰ ਬਣ ਗਿਆ ਜਾਂ ਕੁਛ ਉਸ ਦੀ ਆਵਾਜ਼ ਨੂੰ ਨਹੀਂ ਵੋਕਲ ਕਰ ਸਕੇ। ਹਾਂਜੀ, ਇਹਦੇ 'ਚ ਇਹ ਕੁਛ ਕੇ ਥੋੜਾ ਬਹੁਤ ਜਿਵੇਂ ਚਾਲਾਂ ਚੱਲਦੇ ਹੁੰਦੇ ਨੇ, ਫਿਰ ਉਹੀ ਚਾਲਾਂ ਚੱਲ ਰਹੇ ਨੇ। ਕੁਛ ਕੁ ਬੰਦੇ ਜਿਵੇਂ ਆਪਾਂ ਕਹਦੇ ਗਮਲੇ 'ਚ ਫੁੱਲ ਲਾਉਣ ਵਾਲੇ ਬੰਦੇ ਖੜੇ ਹੋ ਕੇ ਦੱਸ ਰਹੇ ਨੇ ਜੀ ਕਿ ਇਹਨਾਂ ਦੇ ਬਹੁਤ ਫਾਇਦੇ ਨੇ। ਪਹਿਲਾਂ ਦਲੇਰ ਮਹਿੰਦੀ ਨੇ ਵੀ ਉੱਠ ਕੇ ਦੱਸਿਆ ਸੀਗਾ ਜੀ, ਦੇਖੋ ਮੇਰੇ, ਉਹ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਤੁਸੀਂ ਕਿਤੇ ਗਮਲੇ 'ਚ ਫੁੱਲ ਲਾਉਣ ਵਾਲੇ ਬੰਦੇ, ਤੁਸੀਂ ਘਰੇ ਮੂਲੀਆਂ ਲਾਉਣ ਵਾਲੇ ਬੰਦੇ, ਤੁਸੀਂ ਦੱਸ ਦਿਓ ਕਿ ਝੋਨਾ ਕਿਵੇਂ ਹੋਊਗਾ, ਝੋਨੇ ਦੀਆਂ ਚੀਜ਼ਾਂ ਇਹ ਬੰਦੇ ਅੱਗੇ ਆ ਕੇ ਇਹਨਾਂ ਨੇ ਕੀਤੇ ਹੋਏ ਨੇ। ਤੇ ਹੁਣ मैं ओके संजय बाला जी, मैं आपके पास आ रहा हूँ। आप मुझे बताओ कि आप दिल्ली में हो, आप अनशन का हिस्सा रहे हो, आप उसके बाद इससे पहले आपने बॉर्डर पे जाके, टिकरी बॉर्डर पे, सिंगू बॉर्डर पे जाके आपने बड़ी इन्वॉल्वमेंट शो की। आपका मैंने काफी वीडियोस भी देखे हैं, आप जाते हो वहाँ पे, खुद पर्सनली वहाँ पे इन्वॉल्व है। हम तो ये बोल रहे हैं कि आप लकी हो, अगर हम पंजाब में होते शायद हम भी वहीं पे होते, आपको वहाँ पे पर्सनली जाके मिलते, पर है कि आप तो दूर बैठे हुए हैं, पर आपके लकी हो, आपकी वहाँ पे हो आप। तो आप प्रेजेंट स्टेटस आप क्या बता रहे हो, आपका वेदर भी बताओगे, आपकी वेदर क्या है, तो लोगों उसको ऊपर कैसे उसको टॉलरेट कर रहे हैं, क्या रख कर रहे हैं। संजय बाला जी। सबसे पहले तो सभी वीरानु मेरी नमस्ते और थैंक यू जो आपने मेरी वीडियोस देखी, मेरा हौसला बढ़ाया कि मैं ज्यादा से ज्यादा किसान आंदोलन को सपोर्ट कर रही हूँ और आगे भी करती रहूंगी, क्योंकि मैं खुद 20 बीघे की मालकिन हूँ, जमीन है मेरी गांव में अपनी। और मैं अभी पीछे जो लॉकडाउन कोरोना के टाइम पे हुआ था, उस टाइम मैं अपने खेतों में जाके गेहूं की फसल की कटाई, फसल निकलवाने से लेकर सब कुछ किया है मैंने अपने खेत में। मेरे बच्चों को मैं लेके गई हूँ, तो आज मैं ही नहीं, मेरा पूरा परिवार, मेरे दोनों छोटे बच्चे हैं, वो बहुत सपोर्ट कर रहे हैं, क्योंकि ये कि अकेले पंजाब के किसान की लड़ाई नहीं है, ये पूरे देश को लीड कर रहे हैं आज। और मैं प्राउड फील करती हूँ कि मेरे भारत देश में पंजाब जैसा एक प्रांत ऐसा है जिसने पहले आजादी की लड़ाई
जो विदेशों से जो गोरे आए हुए थे, अंग्रेज आए हुए थे, उनसे जो हमें आजाद करवाया था। अब दूसरी लड़ाई जो ये हमारी फसलों को और नस्लों को बचाने की जो लड़ाई अभी पंजाब से लीड रोल में पंजाब के भाई मेरे बड़े बुजुर्ग ने जो लड़ाई शुरू की, वो दिल्ली तक पहुंचे जैसे तैसे मुश्किलों का सामना करते हुए। तो आज मैं यहाँ उनके बीच पहुंच के वीर जी मैं कोई बड़ा काम नहीं कर रही हूँ, ना ही मैं कोई उनपे एहसान कर रही हूँ, क्योंकि मैं एक भारत की बेटी हूँ, मैं उनकी अपनी बहन हूँ, अपनी बेटी हूँ। मेरा फर्ज बनता है कि अगर मैं दिल्ली में हूँ, तो मैं उनके बीच पहुंचूं और उनकी समस्याओं को लोगों से रूबरू करवाऊं कि वो किस कंडीशन में, किस मुसीबतों के साथ इतना हौसला और इतनी हिम्मत के साथ अभी भी डटे हुए हैं। क्योंकि कोई कसर नहीं छोड़ी हुई है बीजेपी की जो भी सरकार है, चाहे हरियाणा में हो, चाहे जो केंद्र सरकार में हो, इतनी मुश्किलें सामने वो रख रहे हैं। उनके खुद के बच्चे जो फौज में देश की सेवा कर रहे थे, जो पुलिस में देश की सेवा कर रहे थे, उनको आज अपने माँ बाप के सामने खड़ा कर दिया है केंद्र सरकार ने। और ये सिर्फ अपनी नाक की एक लड़ाई मान के मोदी सरकार चल रही है। नहीं तो एक पहला कानून ऐसा हम देख रहे हैं जो ये चीख चीख के ये कह रहे हैं कि किसानों के हित में हम लेके आए, लेकिन दूसरी तरफ देश का किसान ये कह रहा है कि मुझे ऐसा कानून नहीं चाहिए, मुझे इस कानून की जरूरत नहीं है, मैं अपनी खेती में खुश हूँ। और पहले ही किसान को उस हिसाब से बचत नहीं मिल रही थी कि वो अपने बच्चों का पेट पाले या अपने भविष्य को उज्जवल करे। बहुत दयनीय दशा थी किसान की, किसानी की, क्योंकि जितना खर्च किसान की फसल को तैयार करने में लगता है, उतना वो उसको बेच के पूरा भी नहीं कर पाता होगा। ना बिल्कुल सही बात है आपकी, बिल्कुल और देखा हुआ है हमने भी, काफी जगह पे चेक किया है हमने। हम भी बिल्कुल। देखते थे, वीडियो देख रहे हैं, काफी लोगों के देखा है कि और एक्चुअली ये लोग जो है ना, जो इसका फेवर बोल रहे हैं, उन लोगों को ये पता नहीं है कि जैसे रात को पता होता है कि सुबह फसल काटनी करने वाली है, कि रात को उसमें बारिश हो जाती है, तो किसान के ऊपर बिल्कुल क्या होती है जी चीजें, इन लोगों को पता नहीं है। ये बता रहे हैं हमें कि इनका क्या फायदा है। इन लोगों ने देखा दुखा कुछ है नहीं है, ये सब इनको वो चीजें पता नहीं है। ये लोग हमें बता रहे हैं कि इस खेती बिलों का क्या फायदा। बाकी मेन बात यह है कि जो इन्वॉल्वमेंट लोग शो कर रहे हैं, जो अवेयर हो रहे हैं, जैसे आप खुद बता रहे हो कि आपके बच्चे जाते हैं साथ में, आपके सब लोग इन्वॉल्व हुए हैं चीजों में। हम देख ही रहे हैं कि यहाँ तक किस हद तक ये पहुंच चुकी है। अगर किसान के जो लोग जहाँ पे फ्रंट फुट पे हैं, वहां पे जो उनके जो आगू हैं, वहां पे जो उनके नेता लोग हैं वहां पे किसान आंदोलन में, अगर वो भी किसी तरह से कोई बंदा लगे कि ये बंदा शायद किसी तरह से अपने रास्ते से भटक रहा है, उनको लोग अब भटकने नहीं देंगे। अब तो यहाँ तक की इन्वॉल्वमेंट शुरू हो चुकी है। चरणजीत गरेवाल वीर जी, जी मैं थोड़े तो हाँ जी, बालाजी प्लीज, आप बोलना चाहिए था मैं आपको कुछ। हाँ जी, एक मिनट मैं और टाइम लेना चाहूँगी। अभी बीजेपी की तरफ से मैं फेसबुक के माध्यम से देख रही हूँ, जो इनके खुद के अंधभक्त हैं, वो एसवाईएल का मुद्दे को मेन टारगेट कर रहे हैं कि किस तरीके से पंजाब और हरियाणा के जो किसान हैं, जो भाईचारा आज एक-दूसरे की मदद कर रहा है, उनको वो मुद्दे से भटकाने के लिए अब इस टाइम पे इनकी हिंदू और मुस्लिम की राजनीति नहीं चल पा रही, क्योंकि सभी धर्मों के लोग इनके जो अपना एक आंदोलन है, किसान आंदोलन है, जो हमारे हकों की लड़ाई हम लड़ रहे हैं बॉर्डर पे बैठ के, उनके बीच में अब ये एसवाईएल का मुद्दा थोड़ा-सा गर्म करने की कोशिश बीजेपी कर रही है। तो मैं अपने माध्यम से भी और आप सबसे जो भी मुझे देख पा रहे हैं, मैं सबसे रिक्वेस्ट करूँगी कि वो अपने-अपने स्तर पे उस चीज़ को फैलने से रोकें, क्योंकि पंजाब का किसान ने जो एक आज़ादी की लड़ाई के रूप में जो फसल बचाने की लड़ाई शुरू की है, उसमें हमें भारत देश का बच्चा-बच्चा इन्वॉल्व करना पड़ेगा, क्योंकि हम सबकी लड़ाई है। किसान जब तक सही सलामत है, तभी तक हमारा देश का पेट ये भर रहा है। अगर वो बिल्कुल। थक के बैठ गया, तो हाँ फिर जी कुछ सर। नहीं होने वाला। हाँ जी, हाँ जी, बालाजी आप बिल्कुल सही बोल रहे हो। इसमें क्या है कि इसमें तो अभी तो देखते जाओगे, लंबी लड़ाई है, इसमें तो उन्होंने बहुत चालें चलनी है, इसमें बहुत कुछ इन्वॉल्व होएगा। हिंदू सिख का मसला आएगा, जिन्होंने उसके बेसिस पे लोगों को तोड़ने की कोशिश करनी है, अलग अलग स्टेट्स के हिसाब से उन्होंने लोगों को तोड़ने की कोशिश करनी है। चरणजीत गरेवाल जी, सत श्री अकाल। ਸਤਿ ਸ਼੍ਰੀ ਅਕਾਲ सर जी, क्या हाल ਚਰਨਜੀਤ ने? ਗਰੇਵਾਲ ਬਹੁਤ ਵਧੀਆ ਬੜੀ ਨਾਈਸ ਸਰ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਹੈ ਕਿ ਜੋ ਇਸ ਟਾਈਮ ਸ਼ੋਅ ਕਰ ਰਹੇ ਨੇ, ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ, ਸਭ ਕੁਝ ਕਿਡਸ ਦੀ ਇਨਵੋਲਵਮੈਂਟ ਹੈ, ਵੂਮਨ ਇਨਵੋਲਵਮੈਂਟ ਹੈ, ਜਾਂ ਆਲ ਪਾਰਟੀਜ਼, ਜਿੰਨੀਆਂ ਰਿਲੀਜੀਅਸ ਪਾਰਟੀਜ਼ ਹੈ, ਜਾਂ ਰਿਲੀਜੀਅਸ ਹੈਗੇ ਲੋਕ ਨੇ, ਜਾਂ ਮਤਲਬ ਪੋਲੀਟੀਕਲ ਪਾਰਟੀਜ਼ ਹੈ, ਹਰ ਤਰ੍ਹਾਂ ਦੇ ਬੰਦੇ ਚ ਇਨਵੋਲਵ ਹੋ ਚੁੱਕੇ ਨੇ। ਤੁਸੀਂ ਹੁਣ ਇਸ ਨੂੰ ਨੈਕਸਟ ਕੀ ਸਿਨੈਰੀਓ ਤੁਹਾਨੂੰ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ? ਤੁਹਾਡੇ ਕੀ ਲੱਗ ਰਿਹਾ ਕਿ ਹੁਣ ਤੁਹਾਡੇ ਕੀ ਇਹਦੇ ਬਾਰੇ ਵਿਚਾਰ ਨੇ ਕਿ ਹੋਣਗੇ? ਕੀ ਮੇਰਾ ਵਿਚਾਰ ਤਾਂ ਇਹ ਆ ਬਈ ਦੇਖੋ ਅਸੀਂ ਬਾਹਰ ਰਹਿੰਦੇ ਆ, ਬਾਹਰ ਦਾ ਮੈਨੂੰ ਇੱਕ ਕਿਤਾਬਾਂ ਪੜ੍ਹਨ ਦਾ ਵੀ ਸ਼ੌਂਕ ਆ, ਮੈਂ ਪੜ੍ਹਦਾ ਹੁੰਦਾ ਵਿਹਲਾ। ਹੁਣ ਤਾਂ ਸਪੈਸ਼ਲੀ ਕਰੋਨਾ ਕਰਕੇ ਦੇਖਦੇ ਰਹੀਦੀਆਂ ਚੀਜ਼ਾਂ। ਇਹ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ
ਕਿਸਾਨ ਅੰਦੋਲਨ ਸ਼ੁਰੂ ਹੋਇਆ, ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਹੈਗਾ। ਇਹ ਰਿਲੀਜੀਅਸ, ਇਹਦੇ ਵਿੱਚ ਕੋਈ ਧਰਮ ਦੀ ਕੋਈ ਗੱਲ ਨਹੀਂ ਹੈਗੀ। ਕਿਸਾਨ ਜਿਹੜਾ ਉਹ ਸਾਰਿਆਂ ਵਾਸਤੇ ਕੰਮ ਕਰਦਾ, ਬੇਸ਼ੱਕ ਉਹ ਕਿਸੇ ਵੀ ਕੰਟਰੀ 'ਚ ਬੈਠਾ ਹੋਵੇ। ਇਹ ਇਕੱਲਾ ਪੰਜਾਬ ਦਾ ਕਿਸਾਨ ਨਹੀਂ, ਇਹ ਇੰਡੀਆ ਦਾ ਕਿਸਾਨ ਨਹੀਂ, ਬੇਸ਼ੱਕ ਕਿਸੇ ਵੀ ਦੇਸ਼ ਦੇ ਵਿੱਚ ਬੈਠਾ ਹੋਵੇ, ਉਹਦਾ ਕਿਸਾਨ ਦਾ ਦੂਜੇ ਨਾਲ ਤਾਲੁਕਾਤ ਹੁੰਦੇ ਨੇ। ਕਿਉਂ ਅੱਜ ਕੱਲ੍ਹ ਤਾਂ ਸਪੈਸ਼ਲੀ ਕਿਉਂ ਕਿਸੇ ਦੇਸ਼ ਦੇ ਵਿੱਚ ਕੋਈ ਹੋਰ, ਜਿਸ ਤਰ੍ਹਾਂ ਹੁਣ ਬਦਾਮ ਨੇ ਅਮਰੀਕਾ ਦੇ ਵਿੱਚ ਬਹੁਤ ਹੁੰਦੇ ਨੇ, ਇਹ ਇੰਡੀਆ 'ਚ ਜਾਂਦੇ ਨੇ। ਇਹ ਇਹਨਾਂ ਦਾ, ਤੇ ਜੇ ਇੰਡੀਆ ਬਹੁਤੇ ਬਦਾਮ ਬਣਾਉਣ ਲੱਗ ਗਿਆ ਤਾਂ ਇਹਨਾਂ ਦਾ ਨੁਕਸਾਨ ਹੋਊਗਾ। ਇਹਨਾਂ ਦੇ ਆਪਸ ਵਿੱਚ ਤਾਲੁਕਾਤ ਹੈਗੇ ਨੇ। ਤੇ ਦੂਜੇ ਪਾਸੇ ਕਿਸਾਨਾਂ ਨੇ ਜਿਹੜਾ ਵੀ ਅੰਦੋਲਨ ਵਰਲਡ ਦੇ ਵਿੱਚ ਸ਼ੁਰੂ ਕੀਤਾ, ਮੈਂ ਪੜ੍ਹਿਆ ਰੈਵੋਲੂਸ਼ਨ ਤੋਂ ਲੈ ਕੇ ਉਹ ਸਕਸੈਸਫੁਲ ਹੋਏ ਨੇ। ਇਹ 'ਚ ਕੋਈ ਦੋ ਰਾਇ ਨਹੀਂ ਹੈਗੀ, ਇਹ 'ਚ ਇਫਸ ਐਂਡ ਬਟਸ ਹੈ ਨਹੀਂ। ਯੂਕੇ ਤੋਂ ਲੈ ਲਓ, ਬ੍ਰਿਟਿਸ਼ ਤੋਂ ਲੈ ਕੇ, ਬ੍ਰਿਟਿਸ਼ ਦਾ ਆਪ ਦਾ ਜਦੋਂ ਉੱਥੋਂ ਦਾ ਕਿਸਾਨ ਉੱਠਿਆ, ਉਹਨਾਂ ਨੇ ਪਾਰਲੀਮੈਂਟ, ਉਸ ਤੋਂ ਬਾਅਦ ਪਾਰਲੀਮੈਂਟ ਬਣੀਆਂ ਹੋਈਆਂ ਸੀ ਪਹਿਲਾਂ, ਪਰ ਫਿਰ ਉਸ ਤੋਂ ਬਾਅਦ ਜਿਹੜੇ ਕਰਪਟ ਪਾਰਲੀਮੈਂਟ ਦੇ ਸੀ, ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ। ਛੋਟੀ ਗੱਲ ਦੱਸਣਾ ਚਾਹੁੰਦਾ, ਉੱਥੇ ਉਹ ਬਹੁਤ ਸਕਸੈਸਫੁਲ ਹੋਏ। ਯੂਰਪ ਦੇ ਵਿੱਚ, ਫਰਾਂਸ ਦੇ ਵਿੱਚ ਅੱਜ ਜਿਹੜਾ ਹੈਗਾ ਕਿਸਾਨ ਆ, ਬਹੁਤ ਉਹਦੀ ਗੱਲ ਸੁਣੀ ਜਾਂਦੀ ਆ। ਇਸ ਤਰ੍ਹਾਂ ਹੋਰ ਦੇਸ਼ਾਂ ਵਿੱਚ, ਇਸ ਤਰ੍ਹਾਂ ਅਮਰੀਕਾ ਦੇ ਵਿੱਚ ਹੈ। ਅਮਰੀਕਾ ਦੇ ਵਿੱਚ ਐਡੇ ਐਡੇ ਵੱਡੇ ਇਹਨਾਂ ਨੇ ਫਾਰਮ ਬਣਾ ਦਿੱਤੇ ਸੀ, ਪਰ ਅੱਜ ਵੀ ਉਹ ਫਾਰਮਰਾਂ ਨੂੰ ਇਹਨਾਂ ਦੀ ਸਬਸਿਡੀ ਦਿੱਤੀ ਜਾਂਦੀ ਆ। ਮੇਰਾ ਮਤਲਬ ਕਿ ਮਦਦ ਦਿੱਤੀ ਜਾਂਦੀ ਆ ਫਾਰਮਰ ਤੋਂ ਬਗੈਰ। ਹੁਣ ਆਪਾਂ ਕਰੋਨਾ, ਇਹ ਤਾਂ ਹੁਣ ਤੁਸੀਂ ਹੁਣ ਦੇਖ ਲਓ, ਕਰੋਨਾ ਦੇ ਵਿੱਚ ਫਰਵਰੀ ਮਾਰਚ ਤੋਂ ਲੈ ਕੇ ਸਾਰੀ ਬੰਦਿਸ਼ ਹੋਈ ਚੀਜ਼ਾਂ, ਸਾਰਾ ਕੁਝ ਬੰਦ ਹੋਇਆ। ਵੱਡੇ ਵੱਡੇ ਚਾਕਲੇਟ ਦੀਆਂ ਫੈਕਟਰੀਆਂ, ਵੱਡੇ ਜਾਣੀ ਕਿ ਜੋ ਨੇਮ ਹੈ, ਸਾਰਾ ਬੰਦ ਹੋ ਗਿਆ। ਇੱਕ ਚੀਜ਼ ਚੱਲਦੀ ਆ, ਫਾਰਮਿੰਗ। ਸਾਨੂੰ ਲੈਟਸ ਵੀ ਚਾਹੀਦੇ ਨੇ, ਸਾਨੂੰ ਗ੍ਰੇਨ ਵੀ ਚਾਹੀਦਾ, ਸਾਨੂੰ ਰਾਈਸ ਵੀ ਚਾਹੀਦੇ ਨੇ, ਸਾਨੂੰ ਸਾਰਾ ਕੁਝ ਚਾਹੀਦਾ, ਤੇ ਉੱਥੇ ਉਹ ਬੰਦ ਨਹੀਂ ਕਰ ਸਕਦੇ ਹੈਗੇ। ਇਹ ਕਰਕੇ ਜੋ ਕੁਛ, ਸਟਾਕ ਮਾਰਕੀਟ ਬੰਦ ਹੋ ਗਈ ਸੀ, ਬੈਂਕਾਂ ਬੰਦ ਹੋ ਗਈਆਂ ਸੀ। ਅੱਜ ਬੈਂਕ ਦੇ ਵਿੱਚ ਅਪੁਆਇੰਟਮੈਂਟ ਲੈ ਕੇ ਜਾਣਾ ਪੈਂਦਾ, ਆਪਦੇ ਪੈਸੇ ਕਢਾਉਣ ਵਾਸਤੇ ਅਪੁਆਇੰਟਮੈਂਟ ਲੈਣੀ ਪੈਂਦੀ ਹੈ। ਇੱਕ ਫਾਰਮਿੰਗ ਜਗ੍ਹਾ ਵਾ ਜਿਹੜੀ ਖੁੱਲੀ ਆ, ਤੁਸੀਂ ਜਾਵੋ ਕਿਸੇ ਫਾਰਮ ਵਿੱਚ ਜਾਵੋ, ਜਾ ਕੇ ਜੇ ਤੁਹਾਨੂੰ ਉੱਥੇ ਗਾਜਰਾਂ ਪਈਆਂ ਨੇ, ਆਲੂ ਪਏ ਨੇ, ਛੋਲੇ ਪਏ ਨੇ, ਤੁਸੀਂ ਲੈ ਕੇ ਆ ਜਾਓ। ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਡਿਸਟਰੋਏ ਕਰ ਸਕਦੇ ਹੋ? ਦੂਜੇ ਪਾਸੇ ਰਹਿ ਗਈ ਵੀ ਇੰਡੀਆ ਕਹਿੰਦਾ, ਇੰਡੀਆ ਦੀ ਸਰਕਾਰ ਕਹਿੰਦੀ ਇਹਨੂੰ ਅਸੀਂ ਅਪਗ੍ਰੇਡ ਕਰਨਾ। ਅਪਗ੍ਰੇਡ ਤਾਂ ਉਹ ਬਹੁਤ ਵਧੀਆ ਹੋਈ ਆ, ਸਿਰਫ ਉਹਨਾਂ ਨੂੰ ਇੱਕ ਤਰ੍ਹਾਂ ਦੀ ਸਹੂਲਤਾਂ ਦੇਣੀਆਂ ਪੈਂਦੀਆਂ ਨੇ। ਇਮਾਨਦਾਰੀ ਦੇ ਨਾਲ ਤੁਸੀਂ ਉਹਨਾਂ ਨੂੰ ਸਹੂਲਤਾਂ ਦੇ ਦਿਓ, ਉਹ ਕਾਮਯਾਬ ਨੇ। ਨਾਲੇ ਸਪੈਸ਼ਲੀ ਤਾਂ ਇੰਡੀਆ ਦਾ ਫਾਰਮਰ ਇੰਨਾ ਸਟਰੋਂਗ ਆ, ਉਹ ਆਪ ਘੱਟ ਖਾ ਲੂ। ਤੁਸੀਂ ਮੈਂ ਵੀ ਇੱਕ ਪਿੰਡਾਂ ਤੋਂ ਆਇਆ ਹੋਇਆ ਬੰਦਾ, ਮੈਂ ਇਹੋ ਜਿਹੇ ਬੰਦੇ ਦੇਖੇ ਨੇ, ਉਹਨਾਂ ਦੇ ਘਰੇ ਰੋਟੀ ਨਾ ਹੋਵੇ ਨਾ, ਤੁਸੀਂ ਰੋਟੀ ਨੂੰ ਜਾ ਕੇ ਕਹਿ ਦਿਓ ਜੀ ਮੈਨੂੰ ਭੁੱਖ ਲੱਗੀ, ਰੋਟੀ ਚਾਹੀਦੀ ਆ, ਉਹ ਆਪਦੀ ਇੱਕ ਰੋਟੀ ਚੱਕ ਦੇ ਦਿੰਦਾ। ਤੁਸੀਂ ਉਸ ਨੂੰ ਤੁਸੀਂ ਕਿਸ ਤਰ੍ਹਾਂ ਡੀਮੋਰਲਾਈਜ਼ ਕਰ ਸਕਦੇ ਹੋ? ਤੁਸੀਂ ਹੋਰ ਭੁੱਖ ਵਧਾਉਣੀ ਆ ਇੰਡੀਆ ਦੇ ਵਿੱਚ, ਤੁਸੀਂ ਹੋਰ ਨੁਕਸਾਨ ਕਰਾਉਣਾ। ਫਿਰ ਇਹ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਨੇ, ਇਹ ਸਪੈਸ਼ਲੀ ਇੰਡੀਆ ਦੇ ਵਿੱਚ ਫਾਰਮਿੰਗ ਤੇ ਲੈਂਡ, ਇਹ ਬਹੁਤ ਧਰਮ ਦੇ ਨਾਲ ਵੀ ਜੁੜੀਆਂ ਹੋਈਆਂ ਨੇ, ਜਿਹਨੂੰ ਕਿ ਤੁਸੀਂ ਨਹੀਂ ਅੱਡ ਕਰ ਸਕਦੇ ਹੈਗੇ। ਸਪੈਸ਼ਲੀ ਇੰਡੀਆ ਵਰਗੇ ਦੇਸ਼ ਦੇ ਵਿੱਚ ਜੇ ਇਹਨਾਂ ਨੇ ਇਹ ਕਰਨਾ, ਪਹਿਲਾਂ ਤਾਂ ਜਿਹੜੇ ਫਾਰਮਰਸ ਨੇ ਉਹਨਾਂ ਨੂੰ ਸੈਟੀਸਫਾਈ ਕਰੋ, ਉਹਨਾਂ ਦੀ ਸੈਟੀਸਫਾਈ ਕਰਕੇ ਫਿਰ ਤੁਸੀਂ ਗਾਂ ਗੱਲ ਕਰ ਸਕਦੇ ਹੋ, ਨਾ ਕਿ ਤੁਸੀਂ ਉਹਨਾਂ ਨਾਲ ਜ਼ਬਰਦਸਤੀ ਕਰ ਸਕਦੇ। ਇਹ ਤਾਂ ਹਾਂਜੀ, ਇਹ ਤਾਂ ਜਿਸ ਤਰ੍ਹਾਂ ਤੁਹਾਡੀ ਬਿਲਕੁਲ ਸਹੀ ਗੱਲ ਹੈ। ਇਹਦੇ ਵਿੱਚ ਤਾਂ ਕਹਿੰਦੇ ਨੇ ਕਿ ਅਸੀਂ ਕੰਟਰੈਕਟ ਫਾਰਮਿੰਗ ਦੀ ਜੋ ਗੱਲ ਕਰਦੇ ਨੇ, ਇਹਨਾਂ ਨੇ ਜੋ ਵਿਦੇਸ਼ਾਂ ਵਿੱਚ ਚੱਲ ਰਿਹਾ ਸਾਰਾ ਕੁਝ ਉਹ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਵਿਦੇਸ਼ਾਂ ਵਿੱਚ ਦਾ ਸਬਸਿਡਾਈਜ਼ ਮੋਸਟਲੀ ਚੀਜ਼ਾਂ ਚੱਲ ਰਹੀਆਂ ਨੇ ਖੇਤੀ ਦਾ ਅੱਜ ਕੱਲ੍ਹ। ਇਹ ਚੀਜ਼ਾਂ ਹੁਣ ਇੰਡੀਆ 'ਚ ਕਰਨ ਨੂੰ ਫਿਰਦੇ ਨੇ। ਬਾਕੀ ਇਹ ਚੀਜ਼ਾਂ ਨੂੰ ਹੋਰ ਉਹਨਾਂ ਦੀ ਨਹੀਂ ਇਹ ਰਿਸਕ ਕਰ ਸਕਦੇ, ਕਿਉਂਕਿ ਇਹਨਾਂ ਨੇ ਤਾਂ ਸਿਰਫ ਇੱਕ ਬੰਦਿਆਂ ਦੇ ਸਿਰਫ
ਅੰਬਾਨੀ ਅਡਾਨੀਜ਼ ਦੇ ਜਾਂ ਕੁਝ ਹੋਰ ਬੰਦੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਹੱਥ ਦੇਣ ਨੂੰ ਸਾਰਾ ਕੁਝ ਕਰਨ ਦੇ ਵਿੱਚ ਲੱਗੇ ਹੋਏ ਨੇ। ਓਕੇ, ਮੈਂ ਇੱਕ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਫੇਸਬੁੱਕ ਚਰਚਾ ਪ੍ਰੋਗਰਾਮ ਹੈ ਫੇਸਬੁੱਕ ਤੇ ਲਾਈਵ ਚੱਲ ਰਿਹਾ ਇਸ ਟਾਈਮ, ਤੇ ਨਾਲ ਹੀ ਸਾਡਾ YouTube ਚੈਨਲ ਹੋਇਆ ਉਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਹੋਰ ਇਨਵੋਲਵ ਕਰ ਸਕੀਏ, ਲੋਕ ਇਹਦਾ ਫਾਇਦਾ ਉਠਾ ਸਕਣ, ਤੇ ਤਾਂ ਕਿ ਮਤਲਬ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਾਂ ਜੋ ਕਰੰਟ ਮੁੱਦੇ ਹੁੰਦੇ ਉਹਨਾਂ ਦੇ ਨਾਲ ਇਨਵੋਲਵ ਕਰ ਸਕੀਏ। ਜਿਸ ਤਰ੍ਹਾਂ ਜੋ ਫਾਰਮਰ ਦਾ ਹੁਣ ਮੁੱਦਾ ਚੱਲਿਆ ਹੋਇਆ ਆਪਾਂ ਉਸਨੂੰ, ਕਿਉਂਕਿ ਆਪਣੇ ਕੋਲੇ ਜੋ ਮੀਡੀਆ ਹੈ ਇਸ ਟਾਈਮ ਸੋਸ਼ਲ ਮੀਡੀਆ ਥਰੂ ਆਪਾਂ ਕਰ ਸਕਦੇ ਹਾਂ। ਜੋ ਜ਼ਿਆਦਾ ਚੈਨਲਸ ਨੇ ਉਹ ਤਾਂ ਚੈਨਲ ਤਾਂ ਹੁਣ ਇਹ ਸਾਰੇ ਪੇਡ ਹੀ ਨੇ, ਇਹਨਾਂ ਨੇ ਆਪਣੇ ਕਿਸੇ ਨੂੰ ਕੁਝ ਦਿਖਾਉਣਾ ਨਹੀਂ। ਆਪਾਂ ਸੋਸ਼ਲ ਮੀਡੀਆ ਥਰੂ ਸਾਰਿਆਂ ਦੇ ਅਪਰੂਵ ਹੋ ਸਕਦੇ ਹਾਂ, ਉਹਨਾਂ ਥਰੂ ਆਪਾਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਾਂ। ਤੁਸੀਂ ਸਾਡਾ ਫੇਸਬੁੱਕ ਚਰਚਾ ਪ੍ਰੋਗਰਾਮ ਨੂੰ ਦੇਖੋ, ਵੱਧ ਤੋਂ ਸ਼ੇਅਰ ਕਰੋ, ਔਰ ਨਾਲ ਹੀ ਸਾਡਾ YouTube ਚੈਨਲ ਹੈ ਤੁਸੀਂ ਇਹਨੂੰ ਵੀ ਸਬਸਕ੍ਰਾਈਬ ਕਰੋ। ਓਕੇ ਜੀ, ਹੁਣ ਮੈਂ ਗੋਵਿੰਦਰ ਮਿੱਤਲ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਜਿਸ ਤਰ੍ਹਾਂ ਹੁਣ ਚਰਨਜੀਤ ਗਰੇਵਾਲ ਜੀ ਨੇ ਕਿਹਾ ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ ਹੈ, ਇਹੀ ਗੱਲ ਇਹ ਕਰ ਰਹੇ ਨੇ ਕਿ ਅਸੀਂ ਵੀ ਕੰਟਰੈਕਟ ਫਾਰਮਿੰਗ ਲੈ ਕੇ ਆਉਣੀ ਹੈ। ਫਿਰ ਉਹੀ ਗੱਲ ਹੋ ਰਹੀ ਹੈ ਕਿ ਜੇ ਕੰਟਰੈਕਟ ਫਾਰਮਿੰਗ ਦੀ ਗੱਲ ਹੋ ਰਹੀ ਹੈ ਤਾਂ ਇਹਦੇ ਵਿੱਚ ਤੁਸੀਂ ਦੇਖਿਆ ਕਿ MSP ਦੀ ਕੋਈ ਗੱਲ ਨਹੀਂ ਕਰ ਰਹੇ। ਫਿਰ ਸੈਕੰਡਲੀ ਕਹਿ ਰਹੇ ਕਿ ਜੇ ਕੱਲ ਨੂੰ ਤੁਹਾਡੀ ਕੁਝ ਵਪਾਰੀਆਂ ਨਾਲ ਜਾਂ ਕਿਸੇ ਨਾਲ ਤੁਹਾਡੀ ਕੋਈ ਕੰਫਲਿਕਟ ਹੁੰਦਾ ਕਿਸੇ ਗੱਲ ਤੇ, ਤੁਸੀਂ SDM ਨੂੰ ਅਪਰੋਚ ਕਰ ਸਕਦੇ ਹੋ, ਜਾਂ ਤੁਸੀਂ ਜੇ ਜ਼ਿਆਦਾ ਇਨਵੋਲਵਮੈਂਟ ਹੁੰਦੀ ਹੈ, ਤੁਸੀਂ ਜ਼ਿਆਦਾ ਐਕਸਟੈਂਸ਼ਨ ਤੇ ਗੱਲ ਚਲੀ ਜਾਂਦੀ ਹੈ ਤਾਂ ਉਹਦੇ ਵਿੱਚ ਸੈਂਟਰ ਸਰਕਾਰ ਦੇ ਸੈਕਟਰੀ ਨੂੰ ਅਪਰੋਚ ਕਰ ਸਕਦੇ ਹੋ। ਤੁਸੀਂ ਮਤਲਬ ਕੋਰਟਸ ਦੇ ਥਰੂ ਨਹੀਂ ਜਾ ਸਕਦੇ। ਇਹ ਚੀਜ਼ਾਂ ਨੂੰ ਲੈ ਕੇ ਹੁਣ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਗੱਲ ਇਹ ਆ ਅਮਨ ਜੀ, ਦੇਖੋ ਜਦੋਂ ਤੋਂ ਮੋਦੀ ਸਰਕਾਰ ਆਈ ਉਹਨਾਂ ਨੇ ਉਹਨਾਂ ਨੇ ਬਾਰ-ਬਾਰ ਇੱਕ ਗੱਲ ਦੁਹਰਾ ਰਹੇ ਨੇ ਕਿ 2022 ਤੱਕ ਕਿਸਾਨਾਂ ਦੀ ਜਿਹੜੀ ਆਮਦਨ ਆ ਉਹਨੂੰ ਡਬਲ ਕਰ ਦਾਂਗੇ। ਉਹ ਉਸੇ ਗੱਲ ਦੇ ਉੱਤੇ ਆਪਣੇ ਅੜੇ ਹੋਏ ਨੇ ਕਿ ਜਿਹੜੀ ਕੰਟਰੈਕਟ ਫਾਰਮਿੰਗ ਦੇ ਅਸੀਂ ਲਾਜ਼ ਲੈ ਕੇ ਆ ਰਹੇ ਹਾਂ, ਇਹਨਾਂ ਦੇ ਨਾਲ ਜਿਹੜੇ ਹੈਗੇ ਨੇ ਕਿਸਾਨਾਂ ਦੀ ਆਮਦਨ ਜਿਹੜੀ ਹੈਗੀ ਡਬਲ ਹੋ ਜਾਏਗੀ। ਪਰ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਜੇ ਤੁਸੀਂ ਵਾਕਈ ਕਿਸਾਨਾਂ ਦੀ ਆਮਦਨ ਡਬਲ ਕਰਨਾ ਚਾਹੁੰਦੇ ਹੋ ਤਾਂ ਸਵਾਮੀਨਾਥਨ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਸ਼ਾਂ ਨੇ, ਜਿਹੜੀਆਂ ਕਲੀਅਰ ਕਹਿੰਦੀਆਂ ਨੇ ਕਿ ਤੁਸੀਂ ਕਿਸਾਨਾਂ ਨੂੰ MSP ਦੇ ਉੱਪਰ 50% ਐਡੀਸ਼ਨਲ C2 ਕਾਸਟ ਹੈ, ਇਨਪੁਟਸ ਜਿਹੜੇ ਐਗਰੀਕਲਚਰ ਦੇ ਹੈਗੇ ਨੇ ਉਹਨਾਂ ਦੇ ਉੱਪਰ ਸਾਰਾ ਲਾ ਕੇ ਉਸ ਤਰੀਕੇ ਨਾਲ ਜਿਹੜੀ ਹੈਗੀਆਂ ਕਿਸਾਨਾਂ ਦੇ ਜਿਹੜੇ ਭਾਅ ਉਹ ਸੈਟਲ ਕਰੋ, ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਤੁਸੀਂ ਲਾਗੂ ਕਰ ਦਿਓ। ਅਗਰ ਤੁਹਾਡੀ ਨੀਅਤ ਸਹੀ ਹੈ, ਤੁਸੀਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕਰ ਸਕਦੇ, ਇਹ ਗੱਲ ਤਾਂ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਹਿਤੀ NDA ਗਵਰਨਮੈਂਟ ਨੇ, ਮੋਦੀ ਗਵਰਨਮੈਂਟ ਨੇ ਕਿ ਅਸੀਂ ਨਹੀਂ ਕਰਨੀਆਂ ਚਾਹੁੰਦੇ, ਸਖਤ ਨਹੀਂ ਹੋਣੀਆਂ ਇਹ, ਉਹਨਾਂ ਨੇ ਸੁਪਰੀਮ ਕੋਰਟ ਵਿੱਚ ਬਕਾਇਦਾ ਐਫੀਡੇਵਿਟ ਦਿੱਤਾ। ਤੁਸੀਂ ਸ਼ਾਂਤਾ ਕੁਮਾਰ ਜਿਹੜਾ ਹੈਗਾ BJP ਦੇ ਜਿਹੜੇ ਲੀਡਰ ਨੇ ਉਹਨਾਂ ਦੀਆਂ ਸਿਫਾਰਸ਼ਾਂ ਮੰਨਦੇ ਹੋਏ ਤੁਸੀਂ ਇਹ ਲਾਅ ਬਣਾਤੇ, ਜਦ ਕਿ ਕਿਸਾਨਾਂ ਨੇ ਇਹ ਲਾਅ ਮੰਗੇ ਹੀ ਹੈ ਨਹੀਂ। ਤੁਹਾਡਾ ਮੈਨੀਫੈਸਟੋ 'ਚ ਇਦਾਂ ਦਾ ਕੋਈ ਵਾਅਦਾ ਕੋਈ ਨਹੀਂ ਸੀ ਕਿ ਅਸੀਂ ਐਗਰੀ ਲਾਅਜ਼ ਲੈ ਕੇ ਆਵਾਂਗੇ ਇਦਾਂ ਦੇ, ਜਾਂ ਤਾਂ ਤੁਸੀਂ ਮੈਨੀਫੈਸਟੋ 'ਚ ਗੱਲ ਕਰਦੇ। ਤੁਸੀਂ ਕਿਸਾਨਾਂ ਦੀਆਂ ਵੋਟਾਂ ਲੈ ਕੇ ਆਏ ਹੋ, ਤੁਸੀਂ ਬ੍ਰੀਚ ਆਫ ਟਰਸਟ ਕਰ ਰਹੇ ਹੋ, ਤੁਸੀਂ ਆਪਣੇ ਮੈਨੀਫੈਸਟੋ ਤੋਂ ਬਾਹਰ ਜਾ ਕੇ ਕਿਹੜੀ ਆਰਗੇਨਾਈਜੇਸ਼ਨ ਨੇ, ਗੋਵਿੰਦਰ ਮਿੱਤਲ ਜੀ ਕਿਹੜੀ ਜਥੇਬੰਦੀ ਨੇ? ਹਾਂ ਗੋਵਿੰਦਰ ਮਿੱਤਲ ਜੀ, ਇੱਕ ਮੈਂ ਤੁਹਾਨੂੰ ਥੋੜਾ ਦੱਸਣਾ ਚਾਹੁੰਦਾ ਕਿ ਜਿਹੜਾ ਕਿਸਾਨਾਂ ਜਿਹੜੇ ਤੁਸੀਂ ਮੈਨੀਫੈਸਟੋ ਦੀ ਗੱਲ ਕਰਦੇ, ਵਾਅਦਾ ਜਿਹੜਾ ਹੁੰਦਾ ਇਹਨਾਂ ਦਾ ਅੰਬਾਨੀ ਅਡਾਨੀ ਨਾਲ ਹੋਇਆ ਹੁੰਦਾ ਕਿ ਤੁਸੀਂ ਸਾਨੂੰ ਜਿਤਾਓ, ਪੈਸੇ ਲਾਓ, ਤੇ ਉਦੋਂ ਬਾਅਦ ਅਸੀਂ ਤੁਹਾਡੇ ਜਿਹੜੇ ਵਾਅਦੇ ਤੁਹਾਡੇ ਨਾਲ ਪੂਰੇ ਕਰਾਂਗੇ। ਸਾਡੇ ਇੱਧਰ ਵਾਅਦੇ ਨਹੀਂ ਪੂਰੇ ਕਰਦੇ, ਉਧਰ ਪੂਰੇ ਕਰਦੇ ਨੇ। ਗੋ ਅਹੈਡ ਜੀ। ਹਾਂ, ਮੈਂ ਉਹੀ ਗੱਲ ਕਹਿ ਰਿਹਾ ਕਿ ਜਦੋਂ ਕਿਸੇ ਵੀ ਆਰਗੇਨਾਈਜੇਸ਼ਨ ਨੇ, ਕਿਸੇ ਫਾਰਮਰ ਗਰੁੱਪ ਨੇ, ਕਿਸੇ ਨੇ, ਕਿਸਾਨ ਨੇ ਇਹ ਲਾਅ ਮੰਗੀ ਹੈ ਨਹੀਂ ਤੇ ਤੁਸੀਂ ਇਹ ਲਾਅ ਲੈ ਜਾਂਦੇ। ਫਿਰ ਚਲੋ ਲਾਅ ਲੈ ਜਾਂਦੇ, ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਕਿਸਾਨਾਂ ਦਾ ਇਹਦੇ ਨਾਲ ਫਾਇਦਾ ਹੋਣਾ, ਕਿਸਾਨਾਂ ਇਹੋ ਜਿਹਾ ਕਿਹੜਾ ਜਿਹੜਾ ਤੁਹਾਡਾ ਸੀਕ੍ਰੇਟ ਜਿਹੜਾ ਹੈਗਾ ਤੁਸੀਂ ਕਿਸਾਨਾਂ ਨੂੰ ਬੈਨੀਫਿਟ ਦੇਣ ਜਾ ਰਹੇ ਹੋ ਕਿ ਪੂਰੀ BJP ਜਮਾਤ ਨੂੰ ਤਾਂ ਪਤਾ ਪਰ ਕਿਸਾਨਾਂ ਨੂੰ ਨਹੀਂ ਪਤਾ, ਪਰ ਹਿੰਦੁਸਤਾਨ ਦੇ ਲੋਕਾਂ ਨੂੰ ਨਹੀਂ ਪਤਾ। ਤੁਸੀਂ ਦੱਸੋ ਤਾਂ ਸਹੀ ਨਾ ਓਪਨਲੀ ਕਿ ਕਿਸਾਨਾਂ ਦੇ ਆਹ ਬੈਨੀਫਿਟਸ ਹੋਣਗੇ। ਇਹ ਤਾਂ ਲੋਕ ਇਹਨਾਂ ਬਿਲਾਂ ਦੇ ਨਾਲ ਕਿਸਾਨਾਂ ਦੇ ਕੋਈ ਬੈਨੀਫਿਟਸ ਨਹੀਂ ਹੋਣੇ। ਅੱਜ ਦੇਖੋ ਕਿਸਾਨਾਂ ਦੀ ਜਿਹੜੀ ਮੇਨ ਡਿਮਾਂਡ ਕੀ ਹੈ, 1970 ਦੇ ਵਿੱਚ ਜੋ ਡਿਮਾਂਡ ਚੱਲੀ ਆ ਰਹੀ ਆ ਕਿ ਜਿਹੜੀਆਂ ਐਗਰੀਕਲਚਰ ਦੀਆਂ ਪ੍ਰੋਡਿਊਸ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਪ੍ਰਾਈਸ ਇੰਡੈਕਸ ਨਾਲ ਜੋੜੋ। ਪ੍ਰਾਈਸ ਇੰਡੈਕਸ ਨਾਲ ਜੋੜਨ ਦੀ ਬਜਾਏ ਤਾਂ ਫਿਰ ਵੀ ਗੱਲ MSP ਤੇ ਆ ਕੇ ਖੜ ਗਈ। ਅੱਜ 1976 ਦੀ ਅਗਰ ਮੈਂ ਗੱਲ ਕਰਾਂ, ਮੇਰਾ ਉਸ ਟਾਈਮ ਦਾ ਬਰਥ ਹੈ, ਪਰ ਮੈਂ ਜਦ ਪੜਿਆ ਉਹ 1976 ਦੇ ਵਿੱਚ ਅਗਰ ਤੁਸੀਂ 1 ਲੀਟਰ ਡੀਜ਼ਲ ਖਰੀਦਣਾ ਸੀਗਾ ਤਾਂ ਤੁਹਾਨੂੰ 2 ਕਿਲੋ ਕਣਕ ਵੇਚਣੀ ਪੈਂਦੀ ਸੀ। ਅੱਜ ਅਗਰ ਤੁਸੀਂ 1 ਲੀਟਰ ਡੀਜ਼ਲ ਖਰੀਦਣਾ ਤਾਂ ਤੁਹਾਨੂੰ 4 ਕਿਲੋ ਕਣਕ ਵੇਚਣੀ ਪੈਂਦੀ ਹੈ। ਮਤਲਬ ਡੀਜ਼ਲ ਦੀਆਂ ਪ੍ਰਾਈਸ ਇੰਨੀਆਂ ਸ਼ੂਟ ਕਰ ਗਈਆਂ ਕਿ ਤੁਹਾਡਾ ਜਿਹੜਾ ਅਨਾਜ ਡਬਲ ਅਨਾਜ ਵੇਚ ਕੇ ਉਹਨੇ ਪੈਸੇ ਪੂਰੇ ਹੁੰਦੇ, ਉਹਦੀ ਵੈਲਿਊ ਜਿਹੜੀ ਹੈਗੀ ਇੱਥੇ ਤੱਕ ਇਸ ਤਰ੍ਹਾਂ ਡਿਫਰ ਕਰ ਰਹੀ ਆ। ਬਾਕੀ ਜਿਹੜੇ ਸੈਕਟਰ ਹੈਗੇ ਨੇ, ਚਾਹੇ ਉਹ ਇੰਪਲਾਇਮੈਂਟ ਸੈਕਟਰ ਹੈ, ਚਾਹੇ ਉਹ ਗਵਰਨਮੈਂਟ EMPLOYEES ਨੇ, ਚਾਹੇ ਟ੍ਰੇਡਰਸ ਨੇ, ਉਹਨਾਂ ਦੀ ਜਿਹੜੀ ਇਨਕਮ ਉਹ ਕਿਸ ਤਰੀਕੇ ਨਾਲ ਗਰੋ ਕਰ ਰਹੀ ਹੈ? ਕੀ ਕਿਸਾਨਾਂ ਦੀ ਇਨਕਮ ਉਸ ਤਰੀਕੇ ਨਾਲ ਗਰੋ ਕਰ ਰਹੀ ਹੈ? ਅਗਰ ਤੁਸੀਂ ਕਰ ਰਹੇ ਹੋ ਕਿਸਾਨਾਂ ਦੀ ਇਨਕਮ ਵੱਧ ਰਹੀ ਹੈ, ਤੁਸੀਂ ਇਹ ਵੀ ਤਾਂ ਦੱਸੋ ਕਿ ਦੂਜੇ ਸੈਕਟਰਸ ਦੀ ਤੁਹਾਡੀ ਇਨਕਮ ਉਹ ਕਿਸ ਤਰੀਕੇ ਨਾਲ ਵੱਧ ਰਹੀ ਹੈ। ਤੁਸੀਂ ਉਹ ਤਾਂ ਦੱਸ ਨਹੀਂ ਰਹੇ ਤੇ ਤੁਸੀਂ ਉਲਟਾ ਕਿਸਾਨਾਂ ਨੂੰ ਕਹਿ ਰਹੇ ਹੋ ਕਿਸਾਨ ਮਾਰੂ, ਤੁਸੀਂ ਬਿੱਲ ਲੈ ਜਾਂਦੇ। ਜਦੋਂ ਕਿਸਾਨਾਂ ਨੂੰ ਇਹ ਬਿੱਲ ਮਨਜ਼ੂਰ ਹੀ ਨਹੀਂ, ਫਿਰ ਤੁਸੀਂ ਰੱਦ ਕਰ ਦਿਓ। ਤੁਸੀਂ ਕਿਉਂ ਨਹੀਂ ਰੱਦ ਕਰ ਰਹੇ? ਕਿਉਂਕਿ ਇਸੇ ਕਰਕੇ ਰੱਦ ਨਹੀਂ ਕਰ ਰਹੇ ਕਿਉਂਕਿ ਤੁਹਾਡਾ ਅੰਬਾਨੀਆਂ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਸ਼ਰਮਾ ਜੀ, ਅੰਬਾਨੀਆਂ ਤੇ ਅਡਾਨੀਆਂ ਨਾਲ ਤੁਹਾਡਾ ਪ੍ਰੋਮਿਸ ਹੋ ਚੁੱਕਿਆ
ਤੁਸੀਂ ਗੌਤਮ ਅਡਾਨੀ ਦੇ ਵੱਡੇ ਵੱਡੇ ਸੈਲੋਜ਼ ਜਿਹੜੇ ਪੰਜਾਬ ਚ ਆ ਰਹੇ ਨੇ 50,000 ਮੀਟ੍ਰਿਕ ਟਨ ਅਨਾਜ ਸਟੋਰ ਕਰਨ ਦੀ ਜਿਹੜੀ ਸੈਲੋਜ਼ ਦੀ ਕੈਪੈਸਿਟੀ ਹੈਗੀ ਆ, ਜਿੱਦਾਂ ਬਰਨਾਲੇ ਕੋਲੇ ਸਿੱਖ ਹੈ ਜਿਹੜਾ ਸੈਲੋ ਖੁੱਲਿਆ ਹੋਇਆ ਤੇ ਜਿਹੜਾ ਮੋਗੇ ਸੈਲੋ ਖੁੱਲਿਆ ਹੋਇਆ, FCI ਨੇ 30 ਸੈਲੋ ਖੋਲਣ ਦਾ ਐਗਰੀਮੈਂਟ ਕੀਤਾ ਪੰਜਾਬ ਦੇ ਅੰਦਰ ਤੇ ਉਹ ਸਾਰੇ ਸੈਲੋਜ਼ ਖੁੱਲ ਰਹੇ ਨੇ, ਉਹ ਓਪਨ ਮੰਡੀਆਂ ਨੇਗੀਆਂ, ਉਹ ਉਹਦੇ ਨਾਲ ਜ਼ਖੀਰੇਬਾਜ਼ੀ ਵਧੇਗੀ। ਜਿੱਦਾਂ ਅਰਵਿੰਦ ਜੀ ਦੀ ਵੀਡੀਓ ਆਪਾਂ ਦੇਖ ਰਹੇ ਸੀਗੇ, ਉਹਨਾਂ ਨੇ ਵੀ ਦੱਸਿਆ ਕਿ ਅਗਰ ਕਿਸੇ ਨੂੰ ਤੁਸੀਂ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈਗਾ ਉਹਨੂੰ ਅਮੈਂਡ ਕਰਕੇ ਤੁਸੀਂ ਕੋਈ ਜਿਹੜੀ ਅਪਰ ਕੈਪਿੰਗ ਸੀ ਉਹ ਰਿਮੂਵ ਕਰਤੀ ਤੇ ਕੋਈ ਵੀ ਜਿਹੜਾ ਵਪਾਰੀ ਆ ਕਿੰਨਾ ਮਰਜ਼ੀ ਅਨਾਜ ਜਮ੍ਹਾਂ ਕਰ ਸਕਦਾ। ਜਦੋਂ ਉਹ ਅਨਾਜ ਜਮ੍ਹਾਂ ਕਰ ਸਕਦਾ ਤਾਂ ਉਹ ਸਾਰੀਆਂ ਚੀਜ਼ਾਂ ਸਟੋਰ ਕਰ ਲੇਗਾ। ਅੱਜ ਪਿਆਜ਼ ਦੀ ਗੱਲ ਕਰਦੇ ਹੋ, ਕਾਲੇ ਛੋਲਿਆਂ ਦੀ ਗੱਲ ਕਰਦੇ ਹੋ, ਤੁਸੀਂ ਕਣਕ ਦੀ ਗੱਲ ਕਰਦੇ ਹੋ, ਤੁਸੀਂ ਚਾਵਲ ਦੀ ਗੱਲ ਕਰਦੇ ਹੋ, ਤੁਸੀਂ ਦਾਲਾਂ ਦੀ ਗੱਲ ਕਰਦੇ ਹੋ, ਤੇ ਜਿੰਨੇ ਵੀ ਤੁਸੀਂ ਸਟਾਰ ਲੋਗੇ ਤੇ ਜਦੋਂ ਦੇਖੋ ਇਕਨੋਮਿਕਸ ਕਿੱਥੇ ਘੁੰਮਦੀ ਆ, ਇਕਨੋਮਿਕਸ ਘੁੰਮਦੀ ਆ ਡਿਮਾਂਡ ਐਂਡ ਸਪਲਾਈ ਦੇ ਉੱਪਰ। ਜਦੋਂ ਮਾਰਕੀਟ ਦੇ ਵਿੱਚੋਂ ਡਿਮਾਂਡ ਵੱਧ ਜਾਏਗੀ, ਸਪਲਾਈ ਨਹੀਂ ਰਹੇਗੀ ਤਾਂ ਨੈਚੁਰਲੀ ਜਿਹੜੀਆਂ ਹੈਗੀਆਂ ਨੇ ਪ੍ਰਾਈਸਿਸ ਉਹ ਸ਼ੂਟ ਕਰਨਗੀਆਂ। ਜਦੋਂ ਪ੍ਰਾਈਸਿਸ ਸ਼ੂਟ ਕਰਨਗੀਆਂ ਤਾਂ ਉਹ ਜਿਹੜਾ ਕਾਮਨ ਮੈਨ ਆ ਉਹਦੇ ਤੇ ਵੀ ਬਰਡਨ ਪਏਗਾ। ਜਦੋਂ ਅੱਜ ਰਿਲਾਇੰਸ ਦਾ ਸਟicker ਲੱਗੇ ਹੋਇਆ ਕਾਲੇ ਛੋਲੇ, ਮੈਨੂੰ 1 ਕਿਲੋ ਖਰੀਦਣ ਲਈ ਮੈਂ ਮਾਰਕੀਟ 'ਚ ਜਾਊਂਗਾ ਤਾਂ ਮੈਨੂੰ ਉਹ ਵੀ 180 ਰੁਪਏ ਮਿਲਣਗੇ, ਮੈਨੂੰ ਵੀ ਮਿਲਣਗੇ ਕਿਉਂਕਿ ਉਹ ਸਟicker ਜਿਹੜਾ ਹੈਗਾ ਰਿਲਾਇੰਸ ਦਾ ਲੱਗਿਆ ਹੋਏਗਾ। ਅੱਜ ਤੁਸੀਂ ਗੌਤਮ ਅਡਾਨੀ ਦਾ ਆਟਾ ਤੁਸੀਂ ਦੇਖੋ, ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ, ਟ੍ਰੇਨ ਦੇ ਉੱਪਰ ਉਹਦੀ ਐਡ ਚੱਲ ਰਹੀ ਆ ਅਡਾਨੀ ਸ਼ੁੱਧ ਆਟਾ। ਅੱਜ ਅਡਾਨੀ ਦਾ ਫੋਰਚੂਨ ਸਰੋਂ ਦਾ ਤੇਲ ਆਂਦਾ, ਉਹ ਸਰੋਂ ਦਾ ਤੇਲ ਕੀ ਰੇਟ ਵਿਕ ਰਿਹਾ? ਕਿਉਂਕਿ ਬਾਜ਼ਾਰ ਦੀ ਮੋਨੋਪੋਲੀ ਦੀ ਇੱਕ ਗੇਮ ਚੱਲ ਰਹੀ ਹੈ। ਇਹ ਗੇਮ ਨੂੰ ਸਾਡੀ ਜਿਹੜੀ ਸਾਰੀ ਇਹਨੂੰ ਸਾਨੂੰ ਸਮਝਣਾ ਪਏਗਾ। ਅੱਜ ਬਾਬਾ ਰਾਮਦੇਵ ਕਿਉਂ ਸਪੋਰਟ ਕਰ ਰਿਹਾ? ਬਾਬਾ ਰਾਮਦੇਵ ਦਾ ਵੀ ਬਿਆਨ ਆ ਗਿਆ ਕਿ ਖੇਤੀ ਬਿੱਲ ਜਿਹੜੇ ਹੈਗੇ ਨੇ ਕਿਸਾਨਾਂ ਦੇ ਹੱਕ 'ਚ ਨੇ। ਬਈ ਤੂੰ ਮਤਲਬ ਕਿਤੇ ਤੂੰ ਕੱਲਾ ਹੀ ਬਾਬਾ ਰਾਮਦੇਵ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਤੂੰ ਰਘੂ ਰਾਮ ਰਾਜਨ ਤੂੰ ਕੱਲਾ ਹੀ ਆ, ਤੈਨੂੰ ਕੱਲੇ ਨੂੰ ਸਮਝ ਆ ਰਿਹਾ ਕਿ ਕਿਸਾਨਾਂ ਦੇ ਹੱਕ 'ਚ ਨੇ ਬਿੱਲ? ਮੈਂ ਜਿਹੜੀ ਲੱਖਾਂ ਦੀ ਜਨਤਾ ਜਿਹੜੀ ਬਾਰਡਰਾਂ ਤੇ ਬੈਠੀ ਆ ਉਹਨਾਂ ਦੇ ਵਿੱਚ ਹੈ। ਬਾਬਾ ਰਾਮਦੇਵ ਤੇ ਤੁਸੀਂ ਇਹਨੂੰ ਪਹਿਲੇ ਨੂੰ ਬੁਲਾ ਕੇ ਸਭ ਤੋਂ ਇਹ ਪੁੱਛ ਲਓ ਵੀ ਸਭ ਤੋਂ ਪਹਿਲਾਂ ਅੱਗੇ ਹੋਇਆ ਸੀਗਾ ਕਿ ਮੈਂ ਕਾਲਾ ਧਨ ਲੈ ਕੇ ਆਉਂਗਾ, ਮੈਂ $450 ਦਾ ਮੈਂ ਸਿਲੰਡਰ ਕਰਾ ਦੂੰਗਾ, ਇੰਨੇ ਦਾ ਮੈਂ ਗੈਸ ਕਰਾ ਦੂੰਗਾ, ਇੰਨੇ ਦਾ ਮੈਂ ਪੈਟਰੋਲ ਕਰਾ ਦੂੰਗਾ। ਪਹਿਲੇ ਤਾਂ ਉੱਥੇ ਫੜਨਾ ਚਾਹੀਦਾ ਬੰਦੇ ਨੂੰ, ਉਸੇ ਸਲਵਾਰ ਪਾ ਕੇ ਭੱਜਣਾ ਹਰ ਵਾਰੀ ਕੋਈ ਚੰਗੀ ਮਰਦਾਨੀ ਵਾਲਾ ਕੰਮ ਨਹੀਂ। ਇਹ ਜਿਹੜੇ ਵੱਡੇ ਟ੍ਰੇਡਰਸ ਨੇ ਨਾ, ਹਾਂ ਇਹਨਾਂ ਨੇ ਜਿਹੜੀ ਸਾਡੀਆਂ ਫੂਡ ਗ੍ਰੇਨ ਦੀਆਂ ਆਈਟਮਸ ਨੇ ਇਹਨਾਂ ਦੇ ਉੱਪਰ ਆਪਣਾ ਇੱਕ ਕਬਜ਼ਾ ਕੀਤਾ ਹੋਇਆ ਔਰ ਜਿਹੜਾ ਅੱਗੇ ਤੋਂ ਹੋਰ ਇਹ ਕਬਜ਼ਾ ਕਰਨਾ ਚਾਹੁੰਦੇ ਨੇ। ਜਿਹੜਾ ਛੋਟਾ ਵਪਾਰੀ ਆ ਉਹਨੂੰ ਵੀ ਬਹੁਤ ਨੁਕਸਾਨ ਹੋ ਜਾਣਾ। ਅੱਜ ਪੰਜਾਬ ਦੇ ਅੰਦਰ 30,000 ਆੜ੍ਹਤੀ ਜਿਹੜਾ ਹੈਗਾ ਉਹ ਬੇਕਾਰ ਹੋ ਜਾਊਗਾ। 30,000 ਆੜ੍ਹਤੀ ਦਾ ਮਤਲਬ ਕੀ ਹੈ ਕਿ ਤੁਸੀਂ 1.5 ਲੱਖ ਮਤਲਬ ਇੰਡੀਵਿਜੂਅਲ ਨੂੰ ਤੁਸੀਂ ਇੱਕ ਭੁੱਖਮਰੀ ਦੇ ਕਗਾਰ ਤੇ ਲੈ ਆਓਗੇ। ਅੱਜ ਆੜ੍ਹਤੀ ਦਾ ਜਿਹੜਾ ਕਿਸਾਨ ਦਾ ਰਿਸ਼ਤਾ ਬਣਿਆ ਹੋਇਆ ਪਿੰਡਾਂ ਦੇ ਵਿੱਚ, ਅੱਜ ਰਾਤ ਨੂੰ ਕਿਸੇ ਨੂੰ 50,000 ਰੁਪਏ ਦੀ ਜ਼ਰੂਰਤ ਪੈਂਦੀ ਹੈ, ਰਾਤ ਨੂੰ ਕਿਸੇ ਨੂੰ 1 ਲੱਖ ਰੁਪਏ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਆਪਣੇ ਪਿੰਡ ਦੇ ਆੜ੍ਹਤੀ ਦਾ ਜਾ ਕੇ ਦਰਵਾਜ਼ਾ ਖੜਕਾਉਂਦਾ, ਉੱਥੋਂ 1 ਲੱਖ ਰੁਪਏ। ਗੌਤਮ ਅਡਾਨੀ ਕਿਸੇ ਨੂੰ 1 ਲੱਖ ਰੁਪਇਆ ਨਹੀਂ ਦੇਗਾ। ਤੇ ਉਸ ਤੋਂ ਬਾਅਦ ਪੱਲੇਦਾਰ ਨੇ, ਉਸ ਤੋਂ ਬਾਅਦ ਸਾਡੀ ਪੰਜਾਬ ਦੀ ਜਿਹੜੀ ਇਕਨੋਮੀ ਆ ਜਿਹਦੇ ਨਾਲ RDF ਹੈ, ਰੂਰਲ ਡਿਵੈਲਪਮੈਂਟ ਫੰਡ ਹੈ ਤੇ ਡਿਵੈਲਪਮੈਂਟ ਫੰਡਸ ਨੇ, ਜਿਹੜਾ ਮੰਡੀ ਤੋਂ ਸਾਨੂੰ ਟੈਕਸ ਆਉਂਦਾ 4,000 ਕਰੋੜ ਦਾ ਪੰਜਾਬ ਸਰਕਾਰ ਨੂੰ, ਉਹ 4,000 ਕਰੋੜ ਦੇ ਨਾਲ ਸਾਡੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਬਣਦੀਆਂ ਨੇਗੀਆਂ, ਉਹ ਮੰਡੀਕਰਨ ਬੋਰਡ ਬਣਾਉਂਦਾ। ਅੱਜ ਸਾਡੇ ਕੋਲ ਜਦੋਂ 4,000 ਕਰੋੜ ਰੁਪਇਆ ਉਹ ਨਹੀਂ ਆਊਗਾ ਤਾਂ ਸਾਡੇ ਪਿੰਡਾਂ ਦੀ ਹਾਲਤ ਜਿਹੜੀ ਆ ਕੀ ਹੋਊਗੀ? ਸੋਚਣ ਵਾਲੀ ਗੱਲ ਇਹ ਆ। ਅੱਜ ਜਿਹੜਾ ਹੈਗਾ ਪੰਜਾਬ ਉਹ ਐਨੇ ਲੋਕ ਇਸ ਟਾਈਮ ਕਹਿ ਰਹੇ ਨੇ ਕਿ ਆਹ ਸਾਡੇ ਨੁਕਸਾਨ ਹੈ, ਇਹ ਚੀਜ਼ਾਂ ਨੂੰ ਸਰਕਾਰ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਰਿਹਾ। ਅੱਗੇ ਤਾਂ ਹਮੇਸ਼ਾ ਦੇਖਦੇ ਸੀ ਆਪਾਂ ਕਿਸੇ ਕੋਈ ਟੀਚਰ ਯੂਨੀਅਨ ਹੈ, ਟ੍ਰੇਡ ਯੂਨੀਅਨ ਕੋਈ ਵੀ ਮੰਗਾਂ ਲੈ ਕੇ ਸਰਕਾਰ ਕੋਲ ਜਾਂਦੀ ਸੀ, ਸਾਡੀਆਂ ਆਹ ਮੰਗਾਂ ਨੇ ਜੀ ਤੁਸੀਂ 6 ਮੰਗਾਂ ਸਾਡੀਆਂ ਮੰਨੋ। ਉਹ ਕਿੰਨਾ ਧਰਨਾ ਲਾਉਂਦੇ ਸੀ, ਫਿਰ 3 ਮੰਗ ਕੇ ਉਹਨਾਂ ਨੂੰ ਮੋੜ ਦਿੰਦੇ ਸੀਗੇ। ਇਹਨਾਂ ਨੇ ਬਿਨਾਂ ਗੱਲ ਤੋਂ ਕਿਸਾਨਾਂ ਨੂੰ ਬਿਨਾਂ ਪੁੱਛੇ ਇਹਨਾਂ ਤੋਂ ਇੰਨਾ ਕਿਸਾਨਾਂ ਵਾਸਤੇ ਇੰਨਾ ਕੁਛ ਕਰਦਾ। ਕਿੱਡੇ ਮਤਲਬ ਬਹਾਨਾ ਆਪਣੇ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹਨਾਂ ਨੂੰ ਐਂ ਲੱਗਦਾ ਕਿ ਸ਼ਾਇਦ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਣਾ, ਲੋਕ ਅਵੇਅਰ ਹੋ ਚੁੱਕੇ ਨੇ। ਬਿਲਕੁਲ। ਦੂਜੀ ਹਾਂਜੀ ਸੰਜੇ ਬਾਲਾ ਜੀ ਆਪ ਵੀ ਦਿੱਲੀ ਜਿਹੜੀ ਗੱਲ ਤੁਸੀਂ ਐਸਡੀਐਮ ਸਾਹਿਬ ਵਾਲੀ ਗੱਲ ਕੀਤੀ ਆ, ਜਿਹੜੀ ਇੱਕ ਮੈਂ ਗੱਲ ਇੱਕ ਗੱਲ ਕਰਦਾ। ਹਾਂਜੀ ਐਸਡੀਐਮ ਸਾਹਿਬ ਵਾਲੀ ਗੱਲ ਕੀਤੀ ਆ ਕਿ ਇਹਨਾਂ ਨੇ ਜਿਹੜੇ ਅਗਰ ਕਿਸੇ ਕਨਫਲਿਕਟ ਹੋ ਜਾਂਦਾ ਤਾਂ ਐਸਡੀਐਮ ਨੂੰ ਰਾਈਟ ਹੈਗਾ, ਕਿਉਂਕਿ ਮੈਂ ਪੇਸ਼ੇ ਤੋਂ ਬਤੌਰ ਵਕੀਲ ਵੀ ਆ, ਮੈਨੂੰ ਪਤਾ ਆਪਾਂ ਪਿੰਡਾਂ 'ਚ ਰਹਿੰਦੇ ਆ। ਅੱਜ ਜਿਹੜਾ ਕਿਸਾਨਾਂ ਦੀ ਜ਼ਮੀਨ ਦਾ ਜਿਹੜਾ ਸਿੱਧਾ ਸੰਬੰਧ ਆ ਉਹ ਮਹਿਕਮਾ ਮਾਲ ਨਾਲ ਪੈਂਦਾ, ਜਿਹਦੇ ਵਿੱਚ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਐਸਡੀਐਮ। ਅੱਜ ਅਗਰ ਕਿਸੇ ਕਿਸਾਨ ਨੇ ਵਸੀਅਤ ਕਰਾਣੀ ਹੈ, ਅੱਜ ਅਗਰ ਕਿਸੇ ਕਿਸਾਨ ਨੇ ਤਬਾਦਲਾਨਾਮਾ ਲਿਖਣਾ, ਅੱਜ ਅਗਰ ਕਿਸੇ ਨੇ ਆਪਣੀ ਰਜਿਸਟਰੀ ਕਰਾਣੀ ਹੈ, ਅੱਜ ਅਗਰ ਕਿਸੇ ਕਿਸਾਨ ਨੇ ਇੰਤਕਾਲ ਕਰਾਉਣਾ, ਤਾਂ ਇਹੀ ਪਟਵਾਰੀ ਤੋਂ ਲੈ ਕੇ ਐਸਡੀਐਮ ਤੱਕ ਦੀ ਜਿਹੜੀ ਚੇਨ ਆ ਉਹਨਾਂ ਨੂੰ ਇੰਨਾ ਹਰਾਸ਼ ਕਰਦੀ ਆ ਔਰ ਲੱਖਾਂ ਰੁਪਏ ਦੀ ਕਰਪਸ਼ਨ ਉੱਥੇ ਚੱਲਦੀ ਆ। ਮੈਂ ਬਿਲਕੁਲ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਉੱਥੇ ਚਾਹੇ ਤੁਸੀਂ ਬਸਰਾਣੀ ਹੈ, ਚਾਹੇ ਤੁਸੀਂ ਇੰਤਕਾਲ ਕਰਾਉਣਾ, ਉੱਥੇ ਪੈਸੇ ਲੈ ਤੋਂ ਬਿਨਾਂ ਕੰਮ ਨਹੀਂ ਹੁੰਦਾ। ਕੀ ਇਹ ਸਰਕਾਰ ਕੋਲੇ ਇਨਪੁਟਸ ਹੈ ਨਹੀਂ ਕਿ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਇੰਨੀ ਕਰਪਸ਼ਨ ਚੱਲਦੀ ਹੈ, ਇੰਨਾ ਭ੍ਰਿਸ਼ਟਾਚਾਰ ਚੱਲ ਰਿਹਾ ਕਿ ਸਾਡੀਆਂ ਏਜੰਸੀਆਂ ਸਰਕਾਰ ਨੂੰ ਕੁਝ ਨਹੀਂ ਦੱਸਦੀਆਂ? ਅਗਰ ਸਾਡੀਆਂ ਏਜੰਸੀਆਂ ਨੂੰ ਇਹ ਗੱਲ ਪਤਾ, ਸਰਕਾਰ ਨੂੰ ਇਹ ਪਤਾ ਕਿ ਉੱਥੇ ਕਰਪਸ਼ਨ ਚੱਲ ਰਹੀ ਹੈ, ਤੇ ਫਿਰ ਉਸ ਮਹਿਕਮੇ ਨੂੰ ਕਿਉਂ ਦੁਬਾਰਾ ਤੁਸੀਂ ਇੰਨੀਆਂ ਵੱਡੀਆਂ ਪਾਵਰਾਂ ਦੇ ਰਹੇ ਹੋ? ਤੁਸੀਂ ਕਿਉਂ ਨਹੀਂ ਜੁਡੀਸ਼ੀਅਲ ਵਿੱਚ ਜਾਣ ਦੀ ਇਜਾਜ਼ਤ ਦੇ ਰਹੇ? ਦੇਖੋ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਇਹ ਗੱਲ ਕਹਿੰਦਾ ਕਿ ਹਰੇਕ ਬੰਦੇ ਨੂੰ ਆਪਣਾ ਕੇਸ ਲੈ ਕੇ ਕੋਰਟ ਕੋਲ ਜਾਣ ਦਾ ਸੁਣਵਾਈ ਦਾ ਅਧਿਕਾਰ ਹੈ। ਤੁਸੀਂ ਜੱਜਾਂ ਕੋਲੋਂ ਪਾਵਰ ਖੋਲੀ, ਤੁਸੀਂ ਅਦਾਲਤਾਂ ਕੋਲੋਂ ਪਾਵਰ ਖੋਲੀ, ਤੁਸੀਂ ਐਸਡੀਐਮ ਕੋਲੇ ਪਾਵਰ ਦਿੱਤੀ। ਉੱਥੇ ਕੀ ਹੋਇਆ ਕਰੇਗਾ? ਉੱਥੇ ਇਹ ਹੋਇਆ ਕਰੇਗਾ ਕਿ ਜਦੋਂ ਐਸਡੀਐਮ ਸਾਹਿਬ ਕੋਲ ਕੇਸ ਲੱਗਿਆ ਜਾਂ ਡਿਪਟੀ ਕਮਿਸ਼ਨਰ ਕੋਲ ਕੇਸ ਲੱਗਿਆ, ਕਿਸਾਨ ਤਾਂ ਵਿਚਾਰਾ ਪਰਨਾ ਬੰਨ ਕੇ ਘੰਟਾ ਬਾਹਰ ਖੜਾ ਰਿਹਾ ਕਰੂਗਾ, ਕੰਪਨੀ ਦਾ ਮੈਨੇਜਰ ਅੰਦਰ ਐਸਡੀਐਮ ਨਾਲ ਬੈਠਾ ਕਾਫੀ ਪੀ ਰਿਹਾ ਹੋਊਗਾ। ਇਹ ਉੱਥੇ ਹਾਲਾਤ ਹੋਣੇ ਨੇ।
ਐਕਚੁਅਲੀ ਗੱਲ ਇਸੇ ਕਰਕੇ ਉਹੀ ਕਿਸਾਨ ਹੈ ਜਥੇਬੰਦੀਆਂ ਨੂੰ ਇਹ ਗੱਲ ਪਤਾ ਹੈ। ਗੋਬਿੰਦਰ ਜੀ ਗੱਲ ਇਹਦੇ ਚ ਇਹ ਸੀਗਾ ਕਿ ਜਿਵੇਂ ਉਹ ਕਹਿੰਦੇ ਸੀ ਨਾ, ਵਾਜਪਾਈ ਸਾਹਿਬ ਨੇ ਕਿਹਾ ਸੀ ਕਿਸੇ ਜਿਸ ਦਿਨ ਸ਼ਾਂਤਮਈ ਅੰਦੋਲਨ ਨੂੰ ਵੀ ਤੁਸੀਂ ਦੇਸ਼ ਵਿਰੋਧੀ ਸਮਝਣ ਲੱਗ ਗਏ ਤਾਂ ਤੁਸੀਂ ਉੱਥੇ ਇਹ ਸੋਚੋ ਨਾ ਲੋਕਤੰਤਰ ਦਾ ਖਤਮ ਹੋ ਗਿਆ ਉੱਥੇ। ਇਹ ਚੀਜ਼ਾਂ ਤੁਸੀਂ ਉਹਨਾਂ ਨੇ ਕਿਹਾ ਸੀ ਵਾਜਪਾਈ ਸਾਹਿਬ ਨੇ, ਉਹ ਹੁਣ वो चीजें सामने आ रही हैं। लोकतंत्र तो ये है ही चीजें, नहीं। हाँ जी हाँ जी। संजय बाला जी, आप वहाँ पे अभी दिल्ली में हो, वहाँ पे थोड़ा सा हमें वेदर के बारे में ज्यादा बता सकते हो? वहाँ का थोड़ा सा मैं दोबारा आपके पास आ रहा हूँ, और वहाँ का वेदर और जैसे आपका दिनों मतलब थोड़ा सा बारिश की, और सुना कि वहाँ पे सर्दी बढ़ रही है, और उसके ऊपर जो इसका प्रोटेस्ट के ऊपर, इसके ऊपर क्या इसका असर हो रहा है, लोग इसको कैसे ले रहे हैं? देखिए वीर जी, जो सर्दी का मौसम अभी धीरे धीरे जो ठंड बढ़ी है, क्योंकि पिछले 2 दिन पहले बारिश हुई है हमारे यहाँ पे दिल्ली में, तो ठंड तो बढ़ी है, लेकिन मैंने जो देखा है कि हौसले में कोई भी कमी नहीं है। 95 साल के जो बुजुर्ग हैं, जो माताएं हैं, जो लेडीज वहां आई हुई हैं, मेरी बहनें, उनके हौसले में कोई भी कमी नहीं आई है। और वो किसी तरीके से भी, अगर आप मौसम की बात करें तो वो खुले आसमान के नीचे, आज हम घरों के अंदर भी कंबल में ठिठुरते रहते हैं, लेकिन वो खुले आसमान के नीचे ट्रैक्टर ट्रॉलियों में जो ठहरे हुए हैं, उनके हौसले में बिल्कुल भी कमी नहीं है। वो जीत के जाएंगे और उनकी जीत जरूर होएगी, क्योंकि जितनी हिम्मत और हौसले के साथ वो वहां से चले थे, उससे कहीं ज्यादा हिम्मत और हौसला आज उनके अंदर अभी भी है। भले ही मौसम ने अपनी करवट ली है और ठंड बढ़वा दी है, लेकिन उस पे आंदोलन पे कोई असर नहीं है। और एक बात मैं कहना चाहूंगी, अभी 1-2 दिन पहले मैंने सुना था किसी बीजेपी के बंदे के द्वारा कि किसानों को क्या फर्क पड़ रहा है, आराम से बैठे हुए हैं, उनका आंदोलन थोड़ी है, वो पिज्जा खा रहे हैं। लेकिन मैं ये बात उनको बोलना चाहूंगी, अंध भक्तों को, कि पिज्जा उनकी हेल्प के लिए, उनके मदद के लिए दूसरे जो सक्षम लोग हैं वो खिला रहे हैं उनको, ताकि वो किसी तरीके से अपने आप को अकेला ना समझे। तो वो पिज्जा कोई चाव में नहीं खा रहे, वो उनको खिलाया जा रहा है, क्योंकि आज फार्मर देश की लड़ाई लड़ रहा है। और उनको जब तक खिलाया पिलाया नहीं जाएगा, जब तक उनकी हिम्मत और जो स्वास्थ्य है उसका ध्यान रखना होगा। तो जो भी भाई मेरे वहां लंगर लगा के ऐसी चीजें किसानों को भेंट कर रहे हैं, उनको मैं बहुत बड़ा सैल्यूट करूंगी कि वो इस लड़ाई में उनके साथ खड़े हैं। और हौसले की बिल्कुल कमी नहीं है, लेकिन मैं ये मानती हूँ कि भारत की केंद्र सरकार, आज हमें ऐसी सरकार मिली है जो एक, जैसे एक कहावत सुनी होगी आपने कि कार होती है, उसका इंजन से लेके टायर तक मालिक बेच देता है, लेकिन फिर भी उसके ऊपर वो बोलता है कि मैं कार नहीं बिकने दूंगा। तो वही हालात अभी आज के दिन देश के हो चुके हैं, जो हमारा भारत देश है, कि उसका जो प्रधानमंत्री है, जो केंद्र की सरकार बनी है, वो एक तरफ से तो कहती है कि मैं देश नहीं बिकने दूंगा, लेकिन दूसरी तरफ धीरे धीरे जो भी हमारे जो मेन चीजें हैं, जो जीवन यापन की चीजें हैं, उनको वो प्राइवेट करते जा रहे हैं। रेल से ले लो, या बीएसएनएल से ले लो, या फिर एयरपोर्ट से ले लो, हर जगह अडानी अंबानी के स्टिकर आपको मिल जाएंगे। संजय जी, आपने सुना नहीं, उन्होंने बोला देश बिकने नहीं दूंगा, वो करे मैं खुद ही बेचूंगा, किसी के दूसरे हाथ के बिकने नहीं दूंगा, मैं करे मैं खुद बेचूंगा। बिल्कुल, वो उनके खुद कहने का बेचने पे मतलब ये लगे था। हुए हैं। बाकी जो बोल रहे हैं ना कि बीजेपी के कुछ लोग हैं, बाकी बोल रहे हैं कि जो पिज्जा खा रहे हैं, या बता रहे हैं कि इनका फायदा ये है, वो सब वही वो है जो गमले में खजूर का पेड़ उगाने वाले बंदे हैं, वो सारे वैसे ही हैं। अब इनकी इन्वॉल्वमेंट, हाँ प्लीज। इनके जो केंद्र के मंत्री हैं वीर जी, मुझे उनकी सोच पे भी हंसी आती है कि जब वो वैज्ञानिकों से कोई चर्चा करते हैं, वो कृषि भवन में बुलाते हैं उनको, और अब जब कृषि की बातें हैं तो वो उसको विज्ञान भवन में बुला के चर्चा करते हैं। तो उनकी बुद्धि और उनकी समझ तो इसी चीज से पता लगता है कि उन्होंने कभी खेत में कदम भी नहीं रखा होगा कि किसान की वो समस्या समझे या उसका दुख देखे, कि उसने जून के महीने में, मई के महीने में कैसे गेहूं की कटाई होती है, कैसे वो ऊपर से जब धूप का असर जब पड़ता है तो खेत में खड़ा तक होना मुश्किल हो जाएगा। जो ये आज एसी में बैठ के जो बातें कर रहे हैं, उनको ये नहीं पता कि गन्ने का पेड़ होता है या कोई और फसल ऐसी होती है, या किस तरीके से वो गुड़ बनता है उसका। तो ये नहीं समझ पाएंगे किसान की जो समस्याएं हैं, कि किसान क्यों आज रोड पे अपने परिवार को छोड़ के, अपने गांव को छोड़ के, अपनी जो इस टाइम की जो फसल है उसको ताक पे रख के आज किसान अगर बॉर्डर पे देश की लड़ाई लड़ रहा है, देश को बचाने की लड़ाई लड़ रहा है। कृषि विभाग जो आज तक प्राइवेट निजीकरण में नहीं गया हुआ था, उसको क्यों बचा रहा है? ये चीजें हम सबको समझनी पड़ेंगी। जो खेती नहीं करता, जिसके पास जमीन नहीं है, उसको भी आज इस आंदोलन में आके ये महसूस करना चाहिए कि किसान अगर है तो उसके घर की रोटी है।
हाँ जी, हाँ जी, हाँ जी, बिल्कुल सही बात है आपकी। अब ये देखो, ये लोग बोले, इनको पता नहीं है कि ये क्या होता है। ਆਪਾਂ ਦੇਖਿਆ ਚਰਨਜੀਤ ਗਰੇਵਾਲ ਜੀ, ਆਪਾਂ ਦੇਖਿਆ ਤੁਸੀਂ ਪੰਜਾਬ ਦੇ ਵਿੱਚ ਕਿੰਨੇ ਲੋਕ ਤੁਸੀਂ ਦੇਖਿਆ ਕਿ ਇਹਨਾਂ ਨੂੰ ਹੁਣ ਜਿਹੜੇ ਬੰਦੇ ਬੈਠੇ ਨੇ, ਇਹਨਾਂ ਦੇ ਬੈਂਡੇਡ ਲਗਾਉਣ ਵਾਲੇ ਬੰਦੇ, ਮਾੜੀ ਮਾੜੀ ਗੱਲ ਤੇ ਲੱਗਣ ਵਾਲੇ ਬੰਦੇ, ਇਹਨਾਂ ਨੂੰ ਕੀ ਪਤਾ ਕਹੀ ਵਾਰ ਕਿਸੇ ਦੀ ਲੱਤ ਟੁੱਟ ਜਾਂਦੀ ਹੈ, ਕਿਸੇ ਦੀ, ਉਹ ਬੰਦੇ ਉਵੇਂ ਹੀ ਫਿਰ ਘੁੰਮਦੇ ਫਿਰਦੇ ਰਹਿੰਦੇ ਨੇ, ਕਿਸੇ ਨੂੰ ਫਰਕ ਨਹੀਂ ਪੈਂਦਾ, ਉਹ ਉਵੇਂ ਹੀ ਹੱਸਦੇ ਖੇਡਦੇ ਨੇ ਪਿੰਡਾਂ ਵਿੱਚ। ਇਹਨਾਂ ਨੇ ਕਿੱਥੇ ਦੇਖਿਆ ਚੀਜ਼ਾਂ ਨੇ। ਇਨਵੋਲਵਮੈਂਟ ਦੀ ਗੱਲ ਕਰਦੇ, ਇਨਵੋਲਵਮੈਂਟ ਤੁਹਾਨੂੰ ਹੋਰ ਦਿਖਾਉਣੇ, ਇੱਕ ਵੀਡੀਓ ਦਿਖਾਉਣੇ ਆ। 400 ਕਿਲੋਮੀਟਰ ਤੋਂ ਬਾਪੂ ਜੀ ਆ ਕੇ ਉੱਥੇ ਕੀ ਨਾਮ ਸਾਈਕਲ ਤੇ ਆਏ ਨੇ, ਉਹ ਜਾ ਕੇ ਉੱਥੇ ਆਪਣੀ ਇਨਵੋਲਵਮੈਂਟ ਸ਼ੋ ਕਰ ਰਹੇ ਨੇ। ਆਪਣਾ ਨਾਮ ਦੱਸੋ, ਕੀ ਨਾਮ ਆ? ਕਿਹੜਾ ਪਿੰਡ ਬਾਬੀ ਬੜਾ? ਜਗਰਾਉਂ ਤੋਂ ਆਏ ਹੋ? ਸਾਈਕਲ ਤੇ ਹੀ? ਸਾਈਕਲ ਦੇ ਵੱਲੋਂ ਬਾਈ ਕਦੋਂ ਚੱਲੇ ਸੀ? ਕੱਲ ਚੱਲੇ ਹੋ? ਧੰਨ ਆ ਬਾਬਾ ਨਾਨਕ, ਧੰਨ ਤੁਹਾਡੇ ਸਿੱਖ। ਜਗਰਾਉਂ ਤੋਂ ਆ ਰਹੇ ਆ ਜੀ ਸਾਈਕਲ ਤੇ। ਵੇਖੋ ਖਾਲਸਾ ਜੀ, ਇਹੋ ਜਿਹੇ ਗੁਰਸਿੱਖ ਪਿਆਰੇ ਚੜ੍ਹਦੀ ਕਲਾ ਵਾਲੇ ਜਦੋਂ ਹੋਣ ਸਾਡੇ ਨਾਲ। ਨਹੀਂ ਬਾਬਾ ਜੀ, ਨਹੀਂ ਪੀਓ ਚਾਹ ਆਪਣਾ, ਆਜੋ ਤਾਂ ਬਾਬਾ ਜੂਸ ਪੀਣੇ, ਆਜੋ ਤੁਹਾਨੂੰ ਜੂਸ ਪਿਲਾਈ, ਆਜੋ। ਨਹੀਂ ਆਓ ਬਾਬਾ ਜੀ, ਆਓ ਜੂਸ ਪੀਣੇ, ਆਜੋ ਆਜੋ ਆਜੋ, ਲਾਓ ਬਾਈ ਸਾਈਡ ਤੇ ਲਾਓ ਬਾਈ, ਲਾਓ ਸਾਈਡ ਤੇ ਲਾਓ ਉੱਥੇ ਬਾਬਾ ਜੀ ਦਾ। ਦੇਖੋ ਸੰਗਤ ਜੀ, ਇਹੋ ਜਿਹੇ ਗੁਰਮੁਖ ਪਿਆਰੇ ਆ। ਜਗਰਾਉਂ ਤੋਂ ਚੱਲੇ ਜੇ 2 ਦਿਨ ਹੋ ਗਏ, ਅੱਜ ਦੂਜਾ ਦਿਨ ਆ, ਤੇ ਦਿੱਲੀ ਨੂੰ ਚਾਲੇ ਪਾ ਰਹੇ ਆ। ਤੇ ਦੇਖੋ ਸਰੀਰ ਵੀ ਭਾਰਾ, ਤੇ ਸਾਈਕਲ ਤੇ ਹੀ ਘਰੋਂ ਨਿਕਲੇ ਆ। ਸੋ ਜਿਹੜੇ ਮੇਰੇ ਵੀਰ ਘਰ ਬੈਠੇ ਨਾ ਯਾਰ, ਇਹੋ ਜਿਹੇ ਬਜ਼ੁਰਗਾਂ ਨੂੰ ਦੇਖ ਕੇ ਨਾ ਯਾਰ ਜ਼ਰੂਰ ਆਪਣੇ ਘਰੋਂ ਨਿਕਲੋ, ਜਿੰਨੇ ਜੋਗੇ ਹੈਗੇ ਹੋ। ਜੇ ਜ਼ਮੀਨ ਇੱਥੋਂ ਤੱਕ ਇਨਵਾਇਰਮੈਂਟ ਹੋ ਚੁੱਕੀ ਹੈ, ਤੁਸੀਂ ਇਸ ਤੋਂ ਬਾਅਦ ਵੀ ਸੋਚ ਰਹੇ ਹੋ, ਇਸ ਤੋਂ ਬਾਅਦ ਵੀ ਲੋਕ ਸਿਫਤਾਂ ਕਰ ਰਹੇ ਕਿ ਕ੍ਰਿਸ਼ੀ ਕਾਨੂੰਨਾਂ ਦੇ ਆਹ ਫਾਇਦੇ ਨੇ, ਇੱਥੋਂ ਆਹ ਫਾਇਦੇ ਨੇ। ਜਿਹੜੇ ਬੰਦਿਆਂ ਨੇ ਕੋਈ ਦੇਖਿਆ ਹੀ ਨਹੀਂ, ਮਤਲਬ ਉਹ ਬੰਦੇ ਦੱਸ ਰਹੇ ਨੇ, ਆਹ ਬੰਦੇ ਜਿਹੜੇ ਤੁਸੀਂ ਆਏ ਨੇ ਆਪਣਾ ਘਰ-ਬਾਰ ਛੱਡ ਕੇ ਉੱਥੇ ਬੈਠੇ ਨੇ। ਕਈ ਲੋਕਾਂ ਨੂੰ ਕਿਹਾ ਹੈ ਕਿ ਤੁਸੀਂ ਸਾਡੀ ਤਸਵੀਰ ਘਰੇ ਰੱਖੋ, ਜੇ ਇੱਕ ਰੱਖੋ ਬਣਾ ਕੇ, ਕੀ ਨਾਮ ਹੈ, ਹਾਰ ਰੱਖੋ, ਜੇ ਤਾਂ ਜਿੱਤ ਕੇ ਆ ਗਏ ਤਾਂ ਸਾਡੇ ਗਲ 'ਚ ਪਾ ਦਿਓ, ਨਹੀਂ ਸਾਡੀ ਤਸਵੀਰ ਤੇ ਪਾ ਦਿਓ। ਇੱਥੋਂ ਤੱਕ ਲੋਕਾਂ ਨੇ ਕਹਿ ਕੇ ਘਰੋਂ ਆਏ ਹੋਏ ਨੇ। ਆਪਣੇ ਕਈ ਬੰਦੇ ਆਏ ਨੇ, ਕੋਈ ਬੱਚੇ ਆਏ ਨੇ, ਉਹਨਾਂ ਦੀ ਭੈਣਾਂ ਨੇ ਕਿਹਾ ਉਹਨਾਂ ਨੂੰ ਕਿ ਲਓ ਜੀ, ਜੇ ਤੁਸੀਂ ਵਾਪਸ ਆ ਗਏ ਤਾਂ ਤੁਸੀਂ ਚੂੜੀਆਂ ਪਾ ਲਿਓ ਆ ਗਏ। ਇੱਥੋਂ ਤੱਕ ਇਨਵੋਲਵਮੈਂਟ ਹੋ ਕੇ ਫਿਰ ਤੁਹਾਨੂੰ ਕੀ ਲੱਗਦਾ ਕਿਸਾਨ ਵਾਪਸ ਚਲੇ ਜਾਣਗੇ? ਨੈਵਰ, ਇਟਸ ਨਾਟ ਗੋਣਾ ਹੈਪਨ। ਇਹ ਜੋ ਹੋਇਆ ਇਸ ਵਕਤ ਇਨਵੋਲਵਮੈਂਟ ਹੋ ਚੁੱਕੀ ਹੈ। ਇਹਨਾਂ ਨੂੰ ਢੇਰੀ ਕਰਨ ਵਾਸਤੇ ਬਹੁਤ ਜ਼ਿਆਦਾ ਹੋਰ ਬਹੁਤ ਕੁਝ ਗੇਮਸ ਖੇਡੇ ਜਾਣਗੀਆਂ। ਚਰਨਜੀਤ ਗਰੇਵਾਲ ਜੀ, ਤੁਸੀਂ ਇਹ ਦੱਸੋਗੇ? ਦੇਖੋ, ਇਹਨਾਂ ਨੇ ਕਿਹਾ ਹੈ ਜਿਸ ਤਰ੍ਹਾਂ ਕਿ ਪੋਲੀਟੀਕਲ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ, ਬੜਾ ਪੋਲੀਟੀਕਲੀ ਬੜਾ ਇਹਨਾਂ ਨੇ ਸੇਫ ਲੈ ਕੇ ਚੱਲੇ ਨੇ। ਇੱਕ ਤੁਹਾਨੂੰ ਮੈਂ ਹੋਰ ਪੁੱਛਣਾ ਚਾਹੁੰਦਾ, ਰਾਜੋਵਾਲ ਜੀ ਦੀ ਇੱਕ ਆਈ ਸੀ ਕੋਈ ਸਟੇਟਮੈਂਟ, ਉਹਨਾਂ ਨੇ ਬਾਅਦ ਚ ਮਾਫੀ ਮੰਗੀ ਹੈ, ਇਹਨੂੰ ਤੁਸੀਂ ਥੋੜਾ ਜਿਹਾ ਵਿਸਤਾਰ ਚ ਦੱਸੋ ਸਾਨੂੰ। ਸਤਿ ਸ਼੍ਰੀ ਅਕਾਲ ਅਗੇਨ ਸਰ, ਤੁਹਾਨੂੰ ਸਾਰਿਆਂ ਨੂੰ, ਜਿੰਨੇ ਵੀ ਸਾਡੇ ਦਰਸ਼ ਦੇਖ ਰਹੇ ਨੇ, ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ। ਦੇਖੋ ਜੀ, ਰਾਜੋਵਾਲ ਜੀ, ਮੈਂ ਉਹਨਾਂ ਦੀ ਪਿਛਲੀਆਂ ਵੀ ਵੀਡੀਓ ਦੇਖੀਆਂ ਨੇ। ਉਹਨਾਂ ਦਾ ਮੈਂ ਹਿਸਟਰੀ ਵਾਸਤੇ, ਉਹਨਾਂ ਦਾ ਜਦੋਂ ਤੋਂ ਉਹਨਾਂ ਸੰਘਰਸ਼ ਸ਼ੁਰੂ ਕੀਤਾ, ਜਦੋਂ ਜਵਾਨੀ ਦੇ ਵਿੱਚ, ਮੈਂ ਸਾਰਾ ਉਹਨਾਂ ਦਾ ਪੜ੍ਹਿਆ ਵੀ ਆ। ਉਹ ਇਨਸਾਨ ਯਾਰ ਮੇਰਾ ਖਿਆਲ ਨਹੀਂ ਗਲਤ ਹੈਗਾ। ਮੈਂ ਗਰੰਟੀ ਦੇ ਸਕਦਾ, ਮੈਂ ਆਪਦੀ ਲਾਈਫ ਦੀ ਗਰੰਟੀ ਦੇ ਸਕਦਾ, ਉਹ ਬੰਦਾ ਗਲਤ ਨਹੀਂ ਹੈਗਾ। ਉਹਨਾਂ ਦੀ ਜਿਹੜੀਆਂ ਸਪੀਚਾਂ 3-4 ਪਹਿਲਾਂ ਦਿੱਤੀਆਂ ਸੀ, ਉਹ ਤੁਸੀਂ ਸੁਣੋ। ਉਹ ਕਹਿ ਰਿਹਾ ਸੀ ਕਿ ਇਸ ਸੰਘਰਸ਼ ਨੂੰ ਆਪਾਂ ਦੂਜੇ ਪਾਸੇ ਨਾ ਲੈ ਜਾਈਏ, ਇਸ ਨੂੰ ਕੋਈ ਧਾਰਮਿਕ ਇਹੋ ਜਿਹਾ ਨਾ ਦੇ ਦਈਏ, ਇਹਨੂੰ ਕੋਈ ਇਹੋ ਜਿਹਾ ਇਸ ਜਿਹੜਾ ਸੰਘਰਸ਼ ਸ਼ਾਂਤੀਪੂਰਵਕ ਚੱਲ ਰਿਹਾ, ਇਹਨੂੰ ਐਕਸਟ੍ਰੀਮ ਨਾ ਬਣਾ ਦਈਏ, ਤੇ ਕੋਈ ਗਲਤ ਬੰਦੇ ਆ ਕੇ ਸਟੇਜਾਂ ਦੇ ਉੱਤੇ ਨਾ ਬੋਲਣ। ਉਹ ਹਮੇਸ਼ਾ ਹੀ ਹਰ ਰੋਜ਼ ਜਦੋਂ ਵੀ ਆਉਂਦਾ ਸੀ ਸਟੇਜ ਤੇ ਇਹੀ ਕਹਿਣਾ ਹੁੰਦਾ ਸੀ। ਉਹ ਫਿਰ ਉਹ ਜਿਹੜੀ ਉਹਦੀ ਬਾਡੀ ਲੈਂਗੁਏਜ ਆ, ਉਹ ਤੁਸੀਂ ਪੜ੍ਹੋ ਯਾਰ। ਇਹ ਤੁਸੀਂ ਜੇ ਇਹ ਨਹੀਂ ਸਮਝ ਸਕਦੇ ਹੈਗੇ, ਫਿਰ ਤੁਹਾਡੇ 'ਚ ਵੀਕਨੈਸ ਆ। ਜੇ ਅਸੀਂ ਬਾਹਰ ਬੈਠੇ, ਮੈਂ ਉਹਨੂੰ ਕਦੇ, ਮੈਂ ਐਜ਼ ਏ ਪਰਸਨ, ਮੈਂ ਉਹਨੂੰ ਕਦੇ ਪਰਸਨਲੀ ਮਿਲਿਆ ਨਹੀਂ ਹੈਗਾ, ਪਰ ਮੈਂ ਉਹਦੇ ਵਾਸਤੇ ਪੜ੍ਹਿਆ, ਕਿਉਂਕਿ ਉਹ ਆ ਰਿਹਾ ਸੀ ਮੂਹਰੇ, ਉਹਦੀਆਂ ਸਪੀਚਾਂ ਹੁੰਦੀਆਂ ਸੀ, ਤੇ ਪੜ੍ਹਨਾ ਉਸ ਬੰਦੇ ਵਾਸਤੇ ਬਹੁਤ ਜ਼ਰੂਰੀ ਆ। ਉਹਨੂੰ ਸੁਣੋ, ਉਹਦੀ ਬਾਡੀ ਲੈਂਗੁਏਜ ਸੁਣੋ, ਉਹਦੇ ਵਾਸਤੇ ਦੇਖੋ ਵੀ ਕੀ ਕੰਮ ਕਰ ਰਿਹਾ। ਫਿਰ ਉਸ ਤੋਂ ਬਾਅਦ ਕੱਲਾ ਆਪਣੇ ਰਾਜੋਵਾਲ ਸਾਹਿਬ ਨੇ, ਜਿਹੜੇ ਹੋਰ ਉਹਦੇ ਨਾਲ ਦੂਜੇ ਜਿਹੜੇ 25-30 ਸੰਸਦਾ ਦੇ ਪ੍ਰਧਾਨ ਨੇ, ਮੈਂਬਰ ਨੇ, ਉਹ ਵੀ, ਜੇ ਅੱਜ ਕਿੰਨੇ ਅੰਦੋਲਨ ਸ਼ੁਰੂ ਹੋਏ ਨੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਨਹੀਂ, ਪੰਜਾਬ ਦੇ ਵਿੱਚ ਅੰਦੋਲਨ ਸ਼ੁਰੂ ਹੋਏ ਨੇ, ਤੇ ਇੱਥੇ ਹੀ ਲਿਆ ਕੇ ਕਢਾਉਣਾ ਕਿਸੇ ਨੂੰ, ਖਾਲਾ ਜੀ ਦੇ ਬਾੜਾ ਨਹੀਂ ਹੈਗਾ। ਇਹ ਬਹੁਤ ਸੂਝ-ਬੂਝ ਦੇ ਨਾਲ ਲੈ ਕੇ ਆਏ ਨੇ, ਸ਼ਾਂਤੀਪੂਰਵਕ ਦੇ ਨਾਲ।
ਠੀਕ ਆ, ਸਾਡੇ ਕਈ ਸਾਡੇ ਪੰਜਾਬੀ ਸ਼ਹੀਦ ਹੋ ਗਏ ਨੇ ਰਸਤੇ ਦੇ ਵਿੱਚ ਆਉਣ ਜਾਣ ਦੇ ਵਿੱਚ। ਉਹ ਅੰਦੋਲਨ ਦੇ ਕਰਕੇ ਨਹੀਂ ਹੋਏ, ਉਹ ਹੋਏ ਨੇ ਮਾੜੀਆਂ ਸੜਕਾਂ, ਮਾੜਾ ਸਿਸਟਮ, ਮਾੜਾ ਬੈਡ ਡਰਾਈਵਿੰਗ ਦੇ ਕਰਕੇ ਹੋਏ ਨੇ, ਸ਼ਹੀਦ ਹੋ ਗਏ ਨੇ। ਮੈਂ ਸਮਝਦਾ ਅੱਜ ਇੱਕ ਚੰਡੀਗੜ੍ਹ ਨੂੰ ਜਾ ਰਹੇ ਸੀ, ਉੱਥੋਂ ਆ ਰਹੇ ਸੀ ਫੈਮਿਲੀ ਵਿਚਾਰੀ, ਉਹ ਮੂਹਰੇ ਉਹਦੇ ਨਾਲ ਦੇ ਪਤਾ ਨਹੀਂ ਕੀ ਆ ਗਿਆ, ਟਰੱਕ ਆ ਗਿਆ, ਪਤਾ ਨਹੀਂ ਗੱਡੀ ਆ ਗਈ, ਕੀ ਆਇਆ ਯਾਰ, ਟਰੇਲਾ ਆ ਗਿਆ, ਉਹ ਦੂਜੇ ਪਾਸੇ ਦੀ ਆ ਰਿਹਾ। ਇਹ ਗੱਡੀ ਤੇ ਜਾ ਰਹੇ ਨੇ ਇੱਧਰੋਂ ਦਿੱਲੀ ਤੋਂ ਵਾਪਸ ਆ ਰਹੇ ਨੇ ਵਿਚਾਰੇ, ਟਰੈਕਟਰ ਦੇ ਟਰਾਲੀ ਤੇ, ਪਤਾ ਨਹੀਂ ਗੱਡੀ ਤੇ, ਉਹ ਦੂਜੇ ਪਾਸਿਓਂ ਆਪੋਜ਼ਿਟ ਸਾਈਡ ਤੇ ਆ ਗਿਆ ਜਿੱਦਣ ਜਿਹੜਾ ਦੂਜਾ ਟਰੱਕ ਸੀ ਹੋਣਾ ਹੀ ਨਹੀਂ ਚਾਹੀਦਾ ਸੀ। ਆਪੇ ਇਹੋ ਜਿਹੀਆਂ ਗੱਲਾਂ ਦੇ ਨਾਲ ਨੁਕਸਾਨ ਹੋ ਰਹੇ ਨੇ। ਮੈਂ ਗੱਲ ਮੋੜਨਾ ਨਹੀਂ ਚਾਹੁੰਦਾ, ਰਾਜੋਵਾਲ ਜੀ ਦੇ ਨਾਲ ਚੱਲੋ, ਕਿਸਾਨਾਂ ਦੇ ਨਾਲ ਚੱਲੋ, ਇਸ ਸੰਘਰਸ਼ ਨੂੰ ਜਿੱਤ ਕੇ ਜਿਹੜਾ ਤੁਹਾਡਾ ਕੋਈ ਫਰਕ ਆ ਉਸ ਤੋਂ ਬਾਅਦ ਪੰਜਾਬ ਜਾ ਕੇ ਉਹਨੂੰ ਨਿਪਟਾ ਲਿਓ। ਮੇਰੀ ਤਾਂ ਇਹੀ ਸਾਰਿਆਂ ਨੂੰ ਬੇਨਤੀ ਆ। ਅਸੀਂ ਬਾਹਰ ਬੈਠੇ ਦੇਖ ਰਹੇ ਹਾਂ, ਅਸੀਂ ਸਾਰੇ ਬਾਹਰਲੇ ਬੰਦੇ ਆ। ਫਿਰ ਮੈਂ ਤੁਹਾਨੂੰ ਦੂਜੇ ਪਾਸੇ ਇਹ ਕਹਿਣਾ ਚਾਹੁੰਦਾ, ਪੰਜਾਬੀਓ, ਪੰਜਾਬੀ ਨਹੀਂ ਭਾਰਤੀ ਹੋ, ਜੇ ਤੁਸੀਂ ਇਸ ਸੰਘਰਸ਼ ਨੂੰ ਨਾ ਕਾਮਯਾਬ ਕੀਤਾ ਅੱਜ, ਤੁਹਾਡਾ ਕੋਈ ਹਿਊਮਨ ਰਾਈਟਸ ਨਹੀਂ ਰਹਿਣਾ ਪੰਜਾਬ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ। ਬਿਲਕੁਲ ਰਾਈਟਸ ਤੁਹਾਡੇ ਸਾਰੇ ਫਿਨਿਸ਼, ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਹੈਗਾ। ਤੁਸੀਂ 14ਵੀਂ ਸਦੀ ਦੇ ਪਿੱਛੇ ਚਲੇ ਜਾਣਾ, ਜਦੋਂ ਗੁਰੂ ਨਾਨਕ ਦੇਵ ਜੀ ਨੇ ਅੰਦੋਲਨ ਸ਼ੁਰੂ ਕੀਤੇ ਸੀ। 14ਵੀਂ 15ਵੀਂ 13ਵੀਂ ਸਦੀ ਦੇ ਵਿੱਚ, 8ਵੀਂ ਸਦੀ ਦੇ ਵਿੱਚ ਵਾਪਸ ਤੁਸੀਂ ਚਲੇ ਜਾਣਾ। ਇਸ ਕਰਕੇ ਇਸ ਸੰਘਰਸ਼ ਨੂੰ ਕਾਮਯਾਬ ਕਰ ਲਓ। ਜੇ ਤੁਹਾਡਾ ਕੋਈ ਇੱਕ ਦੂਜੇ ਦਾ ਫਰਕ ਹੈਗਾ ਥੋੜਾ ਮੋਟਾ, ਉਹਨੂੰ ਸੁਧਾਰ ਲਾਂਗੇ, ਪਰ ਇਸ ਸੰਘਰਸ਼ ਨੂੰ ਪਿਆਰ ਦੇ ਨਾਲ, ਸ਼ਾਂਤੀ ਦੇ ਨਾਲ, ਗਾਲਾਂ ਕੱਢਣ ਤੋਂ ਬਗੈਰ, ਉੱਥੇ ਡੈਕ ਲਾਉਣ ਤੋਂ ਬਗੈਰ, ਇੱਕ ਤਰ੍ਹਾਂ ਦਾ ਨੌਜਵਾਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉੱਥੇ ਬੈਠ ਕੇ ਉਸ ਸੰਘਰਸ਼ ਦਾ ਮਦਦ ਕਰੋ ਪਿਆਰ ਦੇ ਨਾਲ। ਇਹ ਤੁਸੀਂ ਇੱਕ ਹਿਸਟਰੀ ਬਣਾ ਰਹੇ ਹੋ। ਇਹ ਹਿਸਟਰੀ ਅੱਜ ਤੋਂ ਤੁਹਾਡੇ ਬੱਚੇ, ਤੁਹਾਡੇ ਗ੍ਰੈਂਡ ਚਿਲਡਰਨ ਉਹਨੂੰ ਦੇਖਣਗੇ ਤੇ ਕਹਿਣਗੇ ਕਿ ਸਾਡਾ ਬਾਪੂ ਦਾਦਾ ਉੱਥੇ ਬੈਠਾ ਸੀ। ਜਿਸ ਤਰ੍ਹਾਂ ਅਸੀਂ ਅੱਜ ਕਹਿੰਦੇ ਹੁੰਦੇ ਹਾਂ ਜੀ, ਸਾਡਾ ਦਾਦੇ ਨੇ ਫਸਟ ਵਰਲਡ ਵਾਰ ਦੇ ਵਿੱਚ ਜਾ ਕੇ ਲੜਾਈ ਕੀਤੀ, ਸਾਡੇ ਬਾਪੂ ਨੇ ਸੈਕੰਡ ਵਰਲਡ ਵਾਰ ਦੇ ਵਿੱਚ ਲੜਾਈ ਕੀਤੀ, ਸਾਡੇ ਬਾਪੂ ਜੀ ਨੇ 65 ਦੇ ਵਿੱਚ ਚਾਈਨਾ ਦੇ ਵਿੱਚ ਲੜਾਈ ਕੀਤੀ, ਅਸੀਂ ਫਿਰੋਜ਼ਪੁਰ ਦੇ ਬਾਰਡਰ ਤੇ ਲੜੇ। ਇਹ ਅਸੀਂ ਤਾਂ ਕਹਿੰਦੇ ਆ ਕਿ ਉਹਨਾਂ ਨੇ ਕੀਤਾ, ਪ੍ਰਾਊਡ ਫੀਲ ਕਰਦੇ ਆ। ਤੇ ਇਹ ਵੀ ਅੱਜ ਵੀ ਇਹ ਸੱਚ ਦੀ ਲੜਾਈ ਆ। ਸੱਚ ਦੇ ਨਾਲ ਸਾਨੂੰ ਦੱਸਿਆ ਹੋਇਆ ਖੜਨ ਵਾਸਤੇ ਜਿੰਨੇ ਵੀ ਵਰਲਡ ਦੇ ਵਿੱਚ ਰਿਲੀਜੀਅਸ ਨੇ, ਧਰਮ ਬਣੇ ਹੋਏ ਨੇ, ਉਹ ਹਮੇਸ਼ਾ ਹੀ ਕਹਿੰਦੇ ਨੇ, ਕੋਈ ਵੀ ਹੋਵੇ, ਡੈਫੀਨੇਸ਼ਨ ਪੜ੍ਹ ਕੇ ਦੇਖ ਲਿਓ ਤੁਸੀਂ, ਉਹ ਇਹੀ ਕਹਿੰਦੇ ਨੇ ਕਿ ਸੱਚ ਦੇ ਨਾਲ ਖੜੋ ਤੇ ਝੂਠ ਦੇ ਨਾਲ, ਬੇਈਮਾਨ ਦੇ ਨਾਲ ਲੜੋ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਕੋਈ ਵੀ ਧਰਮ, ਜਿਸ ਲੈਵਲ ਤੇ ਇਹ ਸਿੱਖੀਜ਼ਮ ਨਹੀਂ ਹੈਗਾ, ਹਾਂਜੀ ਹਾਂਜੀ, ਸਾਰੇ ਧਰਮ ਕਹਿੰਦੇ ਨੇ। ਬਿਲਕੁਲ ਸਾਰੇ ਧਰਮਾਂ ਦੀ ਗੱਲ ਤੁਸੀਂ ਇਕੱਠੇ ਕਰਕੇ ਕੀਤੀ ਹੈ। ਬਾਕੀ ਵੈਸੇ ਵੀ ਜੇ ਫਾਰਮਰਸ ਦਾ ਜੋ ਅੰਦੋਲਨ ਚੱਲ ਰਿਹਾ, ਇਹਦੇ ਵਿੱਚ ਕੋਈ ਧਰਮ ਵਾਲੀ ਗੱਲ ਹੈ ਹੀ ਨਹੀਂ, ਕਿਉਂਕਿ ਹਰ ਕੋਈ ਸਟੇਟ ਦੇ ਵਿੱਚੋਂ ਲੋਕ ਆ ਰਹੇ ਨੇ, ਹਰ ਧਰਮ ਦੇ ਬੰਦੇ ਇਨਵੋਲਵ ਹੋ ਰਹੇ ਨੇ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਵਿੱਚ ਗੱਲ ਐਡ ਕਰਨੀ ਚਾਹੁੰਦਾ। ਧਰਮ ਤੇ ਪੋਲਿਟਿਕਸ ਨੂੰ ਪਰੇ ਕਰਕੇ ਚਲਾਵੋ। ਹੁਣ ਤੱਕ ਜੋ ਚਲਾਇਆ ਜਾ ਰਿਹਾ, ਬਿਲਕੁਲ ਸਹੀ ਗੱਲ ਹੈ ਗਰੇਵਾਲ ਸਾਹਿਬ ਤੁਹਾਡੀ। ਹੁਣ ਤੱਕ ਜੋ ਚਲਾਇਆ ਜਾ ਰਿਹਾ, ਜਿਸ ਤਰ੍ਹਾਂ 31 ਜਿਹੜੀਆਂ ਜਥੇਬੰਦੀਆਂ ਚੱਲੀਆਂ ਸੀਗੀਆਂ ਪੰਜਾਬ ਦੇ ਵਿੱਚੋਂ ਇਕੱਠੀਆਂ ਹੋ ਕੇ, ਹੁਣ ਤੱਕ ਤੁਸੀਂ ਦੇਖਿਆ ਕਿ ਉਹ ਇੰਨੀਆਂ ਸਿਸਟਮੈਟਿਕ ਵੇ ਨਾਲ ਚੱਲ ਰਹੀਆਂ ਨੇ। ਉਹਨਾਂ ਨੇ ਪੋਲੀਟੀਕਲ ਇਨਵੋਲਵਮੈਂਟ, ਰਿਲੀਜੀਅਸ ਇਨਵੋਲਵਮੈਂਟ ਨੂੰ ਸਾਈਡ ਤੇ ਰੱਖੇ ਹੋਏ। ਗਰੇਵਾਲ ਸਾਹਿਬ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ? ਹਾਂ, ਮੈਂ ਕਹਿਣਾ ਚਾਹੁੰਦਾ, ਜੇ ਅੱਜ ਬ੍ਰਿਟਿਸ਼, UK, ਇੰਗਲੈਂਡ ਜਿਹਨੂੰ ਤੁਸੀਂ ਜਾਣਦੇ ਹੋ, ਬਰਤਾਨੀਆ ਇੱਕ ਗ੍ਰੇਟ ਬ੍ਰਿਟਨ ਬਣਿਆ, ਪਹਿਲਾਂ ਤੋਂ ਇੱਕ ਬ੍ਰਿਟਿਸ਼ ਸੀ, ਗ੍ਰੇਟ ਬ੍ਰਿਟਨ ਬਣਿਆ। ਉਹਨਾਂ ਨੇ ਜਦੋਂ 14ਵੀਂ ਸਦੀ ਦੇ ਵਿੱਚ, 15ਵੀਂ ਸਦੀ ਦੇ ਵਿੱਚ ਧਰਮ ਨੂੰ ਪਰੇ ਕੀਤਾ ਤੇ ਪੋਲਿਟਿਕਸ ਲੱਗ ਕੀਤੀ, ਤੇ ਉਸ ਤੋਂ ਬਾਅਦ ਉਹ ਗ੍ਰੇਟ ਬ੍ਰਿਟਿਸ਼ ਬਣਿਆ, ਗ੍ਰੇਟ ਬ੍ਰਿਟਨ ਬਣਿਆ, ਤੇ ਵਰਲਡ ਦੇ ਵਿੱਚ ਉਹਨਾਂ ਨੇ ਰੂਲ ਕੀਤਾ।
ਇਹ ਮੈਂ ਨਹੀਂ ਕਹਿ ਰਿਹਾ, ਹਿਸਟਰੀ ਪੜ੍ਹ ਲਓ, ਹਿਸਟਰੀ ਚ ਹੈ ਸਾਰਾ ਕੁਝ। ਹਿਸਟਰੀ ਲਿਖਿਆ ਹੋਇਆ ਉੱਥੇ। ਹਿਸਟਰੀ ਉਹੀ ਹੈ ਨਾ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਹੁਣ ਆਪਾਂ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਜਾਂ 65 ਦੀ 73 ਲੜਾਈਆਂ ਦੀ ਗੱਲ ਕਰਦੇ ਹਾਂ, ਜੇ ਕਿਸੇ ਦਾ ਇਨਵੋਲਵਮੈਂਟ ਹੁੰਦੀ ਹੈ ਆਪਣੇ ਕਿਸੇ ਦੀ, ਤਾਂ ਆਪਾਂ ਉਹਨੂੰ ਬੜਾ ਪ੍ਰਾਊਡ ਫੀਲ ਕਰਦੇ ਹਾਂ ਤੇ ਆਪਾਂ ਦੱਸਦੇ ਹਾਂ ਸਾਰਿਆਂ ਨੂੰ ਮੈਂ ਕਿ ਕਿਹਾ ਹਾਂ ਜੀ ਜਿੰਨਾ ਸਾਡੇ ਮੈਂ ਬੰਦੇ ਇਸ ਚੀਜ਼ ਚ ਆਏ ਸੀਗੇ, ਇਸ ਜਿੰਨਾ involve ਹੋਏ ਮੈਂ ਸੀਗੇ। ਜਿੰਨਾ ਮੈਂ ਅੱਜ ਦਿਲ ਤੋਂ ਗੱਲ ਦੱਸਦਾ, ਜਿੰਨਾ ਮੈਂ ਅੱਜ ਬ੍ਰਿਟਿਸ਼, ਮੈਂ ਕਿਸੇ ਨੂੰ ਕਰਦਾ ਮੈਂ ਬ੍ਰਿਟਿਸ਼ ਆ ਫੀਲ ਪ੍ਰਾਊਡ ਕਰਦਾ, ਕਿਉਂਕਿ ਉਹਨਾਂ ਨੇ ਮਾਰਾਂ ਮਾਰੀਆਂ ਨੇ, ਉਹਨਾਂ ਦਾ ਸਿਸਟਮ ਸੀ ਇੱਕ। ਮੈਂ ਉਹਨਾਂ ਇੰਡੀਅਨ ਪ੍ਰਾਊਡ ਨਹੀਂ ਹੁੰਦਾ ਕਹਿ ਕੇ, ਮੈਂ ਨਹੀਂ ਕਰਦਾ। ਮੈਂ ਕਹਿੰਦਾ ਮੈਂ ਇਹ ਚੀਜ਼ਾਂ ਕਿਉਂ, ਉਹਨਾਂ ਦਾ ਸਿਸਟਮ ਸੀ, ਅਸੀਂ ਉਹਨਾਂ ਤੋਂ ਲਰਨ ਕਰੋ ਯਾਰ। ਤੁਸੀਂ ਲਰਨ ਕਰਕੇ ਇਹ ਜਿਹੜੇ ਸਾਡੇ ਕਿਸਾਨ ਅੰਦੋਲਨ ਦੇ ਜਿਹੜੇ ਪ੍ਰਧਾਨ ਹੈਗੇ ਨੇ, ਪ੍ਰੈਜ਼ੀਡੈਂਟ ਹੈਗੇ ਨੇ, ਉਹ ਮੈਂ ਜਿੰਨਾ ਵੀ ਉਹਨਾਂ ਦੀ ਸਪੀਚਾਂ ਸੁਣੀਆਂ ਨੇ, ਉਹ ਹਮੇਸ਼ਾ ਅਲੱਗ ਕਰਨਾ ਚਾਹੁੰਦੇ ਸੀ ਧਰਮ। ਠੀਕ ਆ, ਆਪਣੇ ਸਰਸਾ ਜੀ ਨੇ ਆਖਿਆ ਜੀ ਦੱਸੋ ਜੀ, ਕਹਿੰਦਾ ਦੱਸੋ ਤੁਸੀਂ ਮੇਰੇ ਤੇ, ਉਹਨਾਂ ਦੀ ਲਾਸਟ ਸਪੀਚ ਸੀ, ਉਹਨਾਂ ਦੀ ਗੱਲ ਕਰ ਰਹੇ ਸੀ, ਲੋਕੀ ਮੂਹਰੇ ਰੌਲਾ ਪਾ ਰਹੇ ਸੀ। ਇੱਕ ਤਾਂ ਰੌਲਾ ਬਹੁਤ ਪਾਉਂਦੇ ਨੇ ਇਹ ਲੋਕ। ਉਹ ਕਹਿੰਦੇ ਜੀ ਦੇਖੋ ਮੈਂ 5 ਪੌੜੀ ਦਾ ਪਾਠ ਕਰਕੇ ਹਰ ਰੋਜ਼ ਉੱਠ ਕੇ ਕਰਦਾ, ਮੈਨੂੰ ਦੱਸਣ ਦੀ ਲੋੜ, ਮੇਰਾ ਉਹਦਾ ਮਤਲਬ ਕਹਿੰਦਾ ਮੈਂ ਵੀ ਗੁਰਸਿੱਖ ਹਾਂ। ਮੈਂ ਦੇਖੋ ਐਡਾ ਵੱਡਾ ਗੁਰਸਿੱਖ ਹੁੰਦਾ ਹੋਏ, ਫਿਰ ਜਦੋਂ ਉਹ ਪਬਲਿਕ ਦੇ ਵਿੱਚ ਆਉਂਦਾ, ਉਹ ਇੱਕ ਪਬਲਿਕ ਬੰਦਾ, ਉਹ ਇਹ ਨਹੀਂ ਕਹਿੰਦਾ ਮੈਂ ਸਿੱਖ ਹਾਂ ਜਾਂ ਮੈਂ ਗੁਰਸਿੱਖ ਹਾਂ ਜਾਂ ਮੈਂ ਇਹ ਆ। ਉਹ ਤਾਂ ਉੱਥੋਂ ਓਟ ਲੈ ਕੇ ਆਉਂਦਾ ਜਦੋਂ 5 ਪੌੜੀਆਂ ਕਰਦਾ, ਤੇ ਉਹ ਬਾਅਦ ਦੇ ਵਿੱਚ ਇੱਕ ਆਦਮੀ ਬਣ ਕੇ, ਇੱਕ ਲੀਡਰ ਬਣ ਕੇ ਉਹਨਾਂ ਦੀ ਸਾਰਿਆਂ ਦੀ ਗੱਲ ਸੁਣਦਾ। ਮੈਂ ਹੈਰਾਨ ਹੋ ਗਿਆ ਜਦੋਂ ਉਹਨੇ ਆਖਿਆ, ਕਹਿੰਦਾ ਮੈਂ ਵੀ ਗੁਰਸਿੱਖ ਹਾਂ, ਮੈਂ 5 ਪੌੜੀਆਂ ਹਰ ਰੋਜ਼ ਸੁਬਾਹ ਉੱਠ ਕੇ ਕਰਦਾ। ਤੇ ਫਿਰ ਮੈਂ ਦੇਖਿਆ ਵੀ ਉਸ ਜਿੱਥੇ ਉਹ ਰਹਿੰਦੇ ਨੇ ਟੈਂਟਾਂ ਦੇ ਵਿੱਚ, ਇੰਨਾ ਐਕਸਟ੍ਰੀਮ ਵੈਦਰ ਆ, ਤੇ 5 ਪੌੜੀਆਂ ਕਰਨੀਆਂ ਸੌਖੀਆਂ ਨਹੀਂ ਹੈਗੀਆਂ, ਨਹਾਉਣਾ ਸੌਖਾ ਨਹੀਂ। ਇਹ ਨਹਾਉਣ ਤੋਂ ਬਗੈਰ 5 ਪੌੜੀਆਂ ਨਹੀਂ ਹੁੰਦੀਆਂ ਹੈਗੀਆਂ। ਇਹ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਜੀ, ਇਹੀ ਲੋਕ ਹੁਣ ਇਤਿਹਾਸ ਬਣਾਉਣਗੇ, ਇਹੀ ਲੋਕ ਇਤਿਹਾਸ ਬਣਾਉਣਗੇ ਚੀਜ਼ਾਂ ਨੇ। ਜਿਹੜੇ ਬੰਦੇ ਅੱਗੇ ਲੱਗ ਕੇ ਇੱਥੋਂ ਤੱਕ ਪਹੁੰਚੇ ਹੋਏ ਨੇ, ਇਹਨਾਂ ਨੇ ਇਤਿਹਾਸ ਬਣਾਉਣਾ ਹੈ। ਹੁਣ ਜਿਸ ਤਰ੍ਹਾਂ ਘਰ ਬੈਠੇ ਬੋਲੀ ਜਾਂਦੇ ਨੇ ਲੋਕ, ਜਿਹੜੇ ਮਤਲਬ ਏਦਾਂ ਹੀ ਪਿੱਠੂ ਬਣ ਕੇ ਦੂਸਰੇ ਪਾਰਟੀਆਂ ਦੇ, ਬੀਜੇਪੀ ਦੇ ਖਾਸ ਕਰ ਜਾਂ ਸੈਂਟਰ ਸਰਕਾਰ ਦੇ ਬਣ ਕੇ ਬੋਲੀ ਜਾਂਦੇ ਨੇ, ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਉਹਨਾਂ ਨੇ ਕੀ ਕਰਨਾ। ਜਿਸ ਤਰ੍ਹਾਂ ਮੈਂ ਹਿਸਟਰੀ ਦੀ ਆਪਾਂ ਗੱਲ ਕੀਤੀ ਹੈ, ਉਹੀ ਆਪਾਂ ਸ਼ਾਇਦ ਕਾਫੀ ਵਾਰ ਗੱਲ ਸੁਣੀ ਹੋਣੀ ਹੈ ਕਿ ਕਿਸੇ ਜੰਗਲ ਚ ਅੱਗ ਲੱਗ ਗਈ ਸੀਗੀ, ਕੀੜੀ ਸੀਗੀ, ਜਾ ਕੇ ਪਾਣੀ ਬੁਝਾਉਣ ਦੇ ਆਪਣੀ ਚੁੰਝ ਚ ਪਾਉਂਦੀ, ਪਾਣੀ ਬੁਝਾਉਣ ਵਾਸਤੇ ਜਾਂਦੀ। ਲੋਕ ਬਾਕੀ ਜਿਹੜੇ ਜੰਗਲ ਚ ਹੋਰ ਸੀਗੇ, ਉਹ ਸਾਰੇ ਦੇਖ ਕੇ ਹੱਸਦੇ ਸੀਗੇ, ਜਾਨਵਰ ਵੀ ਦੇਖ ਯਾਰ ਤੂੰ ਉਹਦੇ ਨਾਲ ਕੀ ਕਰ ਲੇਂਗੀ, ਤੈਨੂੰ ਦੱਸ ਮਾੜਾ, ਤੇਰੇ ਨਾਲ ਕੀ ਜੰਗਲ ਚ ਅੱਗ ਪਹੁੰਚੂਗੀ। ਉਹ ਕਹਿੰਦੀ ਨਹੀਂ, ਜਦੋਂ ਹਿਸਟਰੀ ਚ ਲਿਖਿਆ ਜਾਊਗਾ ਨਾ, ਉਹਦੇ ਚ ਇਹ ਲਿਖਿਆ ਜਾਊਗਾ ਕਿ ਕੀੜੀ ਨੇ ਅੱਗ ਬੁਝਾਈ ਸੀ, ਮੈਂ ਬੁਝਾਉਣ ਵਾਲੇ ਚਾਹੂੰਗੀ, ਮੈਂ ਤੁਹਾਡੇ ਵਾਲਿਆਂ ਨੂੰ ਹੱਸਣ ਵਾਲਿਆਂ ਚ ਨਹੀਂ ਆਉਂਗੀ, ਮੈਂ ਬੁਝਾਉਣ ਵਾਲੇ ਚਾਹੂੰਗੀ। ਇਹੀ ਗੱਲ ਹੈ, ਹਿਸਟਰੀ ਟਾਈਮ, ਇਹ ਮੌਕਾ ਹੈ, ਹਿਸਟਰੀ ਬਣਾਉਣ ਦਾ ਟਾਈਮ ਹੈ। ਜਿਹੜੀ ਹੈ ਇੱਥੋਂ ਤੱਕ ਇਨਵੋਲਵਮੈਂਟ ਹੋ ਗਈ ਹੈ, ਇਹ ਚੀਜ਼ ਹੁਣ ਇੱਥੇ ਵਾਪਸ ਲਾਉਣ ਵਾਲਾ ਕੋਈ ਗੱਲ ਨਹੀਂ। ਬਾਕੀ ਵੈਸੇ ਹੀ ਬਹੁਤ ਸਾਰੇ ਚੜ੍ਹਦੀ ਕਲਾ ਚ ਨੇ ਲੋਕ, ਸਾਰੇ ਬਹੁਤ ਜ਼ਿਆਦਾ ਲੱਗੇ ਹੋਏ ਨੇ ਇਸ ਟਾਈਮ। ਤੇ ਇਹਦੇ ਵਿੱਚ ਕੁਝ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਹੈ, ਗੱਲਾਂ ਤਾਂ ਹੋਰ ਕਾਫੀ ਕਰਨਾ, ਪਰ ਆਪਣੇ ਕੋਲ ਟਾਈਮ ਥੋੜਾ ਹੈ। ਇੱਕ ਗੱਲ ਇਹ ਹੈ ਕਿ ਇਸ ਟਾਈਮ ਜੋ ਕੁਝ ਸੋਸ਼ਲ ਮੀਡੀਆ ਤੇ ਜੋ ਸਾਨੂੰ ਦਿਖ ਰਿਹਾ, ਉਹ ਚੀਜ਼ਾਂ ਕਾਫੀ ਵੀਡੀਓਜ਼ ਚੱਲ ਰਹੇ ਨੇ ਸੋਸ਼ਲ ਮੀਡੀਆ ਤੇ, ਜਿਹੜੇ ਕਿ ਬੜੇ ਡਿਪਰੈਸਿੰਗ ਨੇ ਜਾਂ ਕੁਝ ਬੜੇ ਫੁੱਟ ਪਾਉਣ ਵਾਲੇ ਵੀਡੀਓਜ਼ ਨੇ। ਇੱਕ ਬੰਦਾ, ਕੁਝ ਮੈਂ ਵੀਡੀਓ ਦੇਖਿਆ ਸੀਗਾ, ਕੋਈ ਉਹਦੇ ਚ ਉਹ ਸੀਗਾ, ਕੋਈ ਹਿੰਦੂ ਧਰਮ ਦਾ ਬੰਦਾ ਕਹਾ ਕੇ ਕਿ ਮੈਂ ਹਿੰਦੂ ਧਰਮ ਦਾ ਬੰਦਾ ਹਾਂ, ਉਹ ਸਿੱਖ ਧਰਮ ਦੀਆਂ ਬਹੁਤ ਤਾਰੀਫਾਂ ਕਰਕੇ ਆਪਦੇ ਹਿੰਦੂ ਧਰਮ ਨੂੰ ਬਹੁਤ ਭੰਡਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਉਹ ਜੇ ਉਹਨੂੰ ਦੇਖੀਏ ਜਾਏ, ਉਹਦੇ ਵਿੱਚ ਨਾ ਉਹ ਹਿੰਦੂ ਵੀ ਨਹੀਂ ਸੀ, ਜੋ ਤੁਸੀਂ ਐਨਾਲਾਈਜ਼ ਕਰੋ ਵੀਡੀਓ ਨੂੰ, ਉਹ ਹਿੰਦੂ ਵੀ ਨਹੀਂ ਸੀ। ਇਹ ਸਾਰਾ ਪੋਲੀਟੀਕਲ ਸਟੰਟ ਤੋਂ ਦੂਰ ਰਹਿਣ ਦੀ ਗੱਲਾਂ ਨੇ, ਤੇ ਇਹ ਚੀਜ਼ਾਂ ਤੋਂ ਬਚ ਕੇ ਅੱਗੇ ਚੱਲਣ ਦੀ ਲੋੜ ਹੈ। ਲੋਕ ਬਹੁਤ, ਮੈਂ ਤੁਹਾਡੀ ਗੱਲ ਦੇ ਵਿੱਚ ਐਡ ਕਰਦਾ, ਜੇ ਕੋਈ ਇਨਸਾਨ, ਮੈਂ ਸਰਦਾਰ, ਮੈਂ ਸਿੱਖ ਹਾਂ, ਜੇ ਮੈਂ ਕਿਸੇ ਹੋਰ ਧਰਮ ਨੂੰ ਭੰਡਦਾ, ਮੈਂ ਆਪਦੇ ਧਰਮ ਦੇ ਵਿੱਚ ਵੀ ਨਿਖੇਧੀ, ਮੈਂ ਆਪਦੇ ਧਰਮ ਦੇ ਵਿੱਚ ਵੀ ਨਹੀਂ ਖੜਾ ਹੈਗਾ। ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ। ਹਾਂਜੀ, ਦੇਖੋ ਧਰਮ ਨੇ ਬਣੇ ਹੋਏ ਨੇ, ਚੱਲੇ ਆ ਰਹੇ ਨੇ, ਕਿਸੇ ਨੂੰ ਨਿਖੇਧੀ ਕਰਨੀ। ਤੁਸੀਂ ਡੈਫੀਨੇਸ਼ਨ ਤਾਂ ਪੜ੍ਹ ਲਓ ਯਾਰ ਧਰਮ ਦੀ, ਪਹਿਲਾਂ ਜਾ ਕੇ ਬਾਹਰ ਜਾ ਕੇ, ਫਿਰ ਤੁਸੀਂ ਆ ਕੇ ਗੱਲ ਕਰਿਓ। ਉਹ ਤਾਂ ਬਿਲਕੁਲ ਗਰੇਵਾਲ ਸਾਹਿਬ, ਉਹ ਜਿਹੜੀ ਮੈਂ ਗੱਲ ਕਰ ਰਿਹਾ ਸੀ, ਉਹ ਬੰਦਾ ਪੋਰਟਰੇ ਕਰ ਰਿਹਾ ਸੀ ਕਿ ਮੈਂ ਹਿੰਦੂ ਧਰਮ ਹੈ, ਉਹ ਦਾ ਬੰਦਾ, ਤੇ ਆਪਦੇ ਆਪ ਨੂੰ ਆਪਣੇ ਧਰਮ ਨੂੰ ਭੰਡਨ ਨਹੀਂ ਕਰ ਰਿਹਾ ਸੀ ਕਿ ਮੈਂ ਹਿੰਦੂ ਧਰਮ ਹੈ, ਹਿੰਦੂ ਧਰਮ ਸਾਡਾ ਬਹੁਤ ਘਟੀਆ ਹੈ,
ਜਾਂ ਸਿੱਖ ਧਰਮ ਨੇ ਆਹ ਕੀਤਾ ਹੁਣ ਤੱਕ ਤੁਸੀਂ, ਉਹ ਮਤਲਬ ਸਿਰਫ ਜਿਹੜੇ ਬੰਦੇ ਹਿੰਦੂ ਸਿੱਖ ਬੰਦੇ ਬੈਠੇ ਤੇ ਇਕੱਠੇ ਬੈਠੇ ਸਾਰਾ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ, ਜਾਂ ਬਾਕੀ ਧਰਮਾਂ ਦੇ ਲੋਕ ਵੀ ਇਕੱਠੇ ਨੇ, ਉਹ ਬੰਦਿਆਂ ਨੂੰ ਅੱਡ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹ। बालाजी आपके पास है कुछ कहने के लिए, प्लीज गो अहेड। हाँ जी, कल परसों रात को हम वीर जी देख रहे थे न्यूज पे, एक इंग्लिश का न्यूज चैनल है, उन्होंने बहुत अच्छी चीज एक दिखाई कि रात के टाइम पे हिंदू भी वहां मौजूद थे, मुस्लिम भाई भी वहां मौजूद थे, सिख भाई भी वहां मौजूद थे। तो लगभग सभी धर्मों के लोगों ने एकजुटता से वहां रात के समय वो खाना बना रहे थे खाने के लिए। तो उन्होंने उसमें से एक सिख भाई ने मुस्लिम भाई ने अपनी जो एक बात कही वो बहुत अच्छी कही कि मैं जमीन नहीं है मेरे पास, मैं जमीन का मालिक भी नहीं हूँ, लेकिन फिर भी मैं डेली हर रोज यहाँ आंदोलन में आके यहाँ बैठता हूँ, यहाँ पे महसूस करता हूँ कि क्योंकि ये लोग अकेली अपनी लड़ाई नहीं लड़ने आए हुए हैं, हमारी खुद की एक आम इंसान की लड़ाई भी लड़ने आए हुए हैं, हमारी रोटी बचाने के लिए लड़ाई लड़ रहे। तो उन्होंने जो उनका एक कॉम्बिनेशन मैंने देखा वो मुझे तिरंगे जैसा लगा, जो हमारे भारत देश का तिरंगा है, कि सभी धर्मों के लोग एक जगह बैठे। सिर्फ अभी हमें कोशिश करनी है कि पॉलिटिक्स या हिंदू मुस्लिम की जो लड़ाई है उसको भूल के जितने भी लोग अभी भी घरों में बैठे हैं वो ज्यादा से ज्यादा वहां पहुंचे और उनके बीच में बैठ के ये महसूस करें कि ये लड़ाई उनकी अपनी जो आपका म्यूट इंसान अभी लड़ाई लड़ रहा है रोड पे अपने परिवार से दूर, वो उन सब की लड़ाई लड़ रहा है। तो सबको वहां पहुंचना चाहिए, जो पहुंच सकता है, जो वहां जा सकता है वो जरूर जाए। क्योंकि कई बार मेरे को भी सुनने को, मैं एक लेडीज हूँ, मेरे को सुनने को मिलता है कि अपनी बुलेट उठा के सुबह 6 बजे आप जाते हो, शाम को आप घर आते हो, मुझे लगभग 8 बज जाते हैं। तो कई बार मुझे भी मेरे पड़ोसी जो मेरी लेडीज हैं पड़ोस में, वो पूछती हैं कि क्या आपको पेमेंट मिल रहा है, आप क्यों जा रहे हो, आप तो खेती भी नहीं कर रहे, आप तो शहर में रह रहे हो। तो मैं उनको जवाब देती हूँ कि अगर आज ये चीज तुम्हें समझ नहीं आएगी, क्योंकि जिस टाइम नोटबंदी मोदी जी ने की थी भारत में, तब भी वो चिल्ला चिल्ला के छाती पीट पीट के उनके हर एक जो अंधभक्त था वो कह रहा था कि नोटबंदी बहुत अच्छी चीज है, नोटबंदी से बहुत सारा काला धन आएगा, ढेर लग जाएगा चांद तक में, और सब अमीर हो जाएंगे, सब एरोप्लेन में चलने लग जाएंगे। लेकिन उन अंधभक्तों को ये नहीं पता था कि मोदी जी वो हवाई जहाज पब्लिक के लिए नहीं, खुद के लिए तैयार करवा रहे। बिल्कुल आपकी बिल्कुल सही बात है, जो चीजें बता रहे हो जिससे उनको बाद में पता चला। बाकी आप आज जो बिल पे लड़ाई है, जो भाजपा के लोग जो मंत्री हैं वो पीट पीट के अपनी छाती पीट के ये कह रहे हैं कि ये बिल किसान के हित के लिए है, आप मान जाओ। लेकिन किसान उल्टा ये कह रहा है कि मुझे ये हित नहीं चाहिए, मैं जैसा हूँ खुश हूँ, मुझे अपनी खेती करने दीजिए। बात तो ये है जी कि इन्होंने हित मांगे ही कब थे, हित मांगे कब थे जो आप दे रहे हो। बात तो ये है। सेकंडली जो आप बता रहे थे मुस्लिम भाई की बात तो पहले जो किसान ने देखा है कि जितनी चीजें भारत की सरकारी चीजें जो प्राइवेट हुई हैं, जो निजीकरण हुआ है, उसको देखते हुए एक किसान आज कृषि विभाग को बचा रहा है इन झूठे नेताओं से, जो जुमलेबाज नेता हैं उनसे। अपने जो भारत की आन बान और शान खेती मानी जाती है उसको बचा रहा है। वो आज सबकी आपका बिल्कुल कहना बिल्कुल सही है। वही आप जो आपने बताया था कि मुस्लिम भाई ने बोला मेरे पास जमीन नहीं है, पर ये उनको पता है, सब लोगों ने देख लिया उनके पास जमीन नहीं है, पर उसके बंदे के पास जमीन थी, वो वहां पे आया हुआ था। हाँ जी मित्तल साहब, मैं ਤੁਹਾਡੇ ਤੋਂ ਵਾਪਸ ਆਉਣਾ ਚਾਹਣਾ ਜੀ। ਇਹ ਤੁਹਾਡੇ ਤੋਂ ਪੁੱਛਾਂ ਕਿ ਜੋ ਸਾਡੇ ਕੋਲੇ ਹੁਣ ਤੋਂ ਪਤਾ ਚੱਲ ਰਿਹਾ ਕਿ ਜੋ ਅਸੀਂ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਹਾਂ ਕਿ ਕੀ ਵੀਡੀਓ ਚੱਲ ਰਹੇ ਨੇ, ਕੀ ਉੱਥੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਪੜਿਆ ਜਾਵੇ ਆਪਸ ਦੇ ਵਿੱਚੋਂ, ਤੇ ਇਹ ਅੰਦੋਲਨ ਨੂੰ ਕਿਸੇ ਤਰ੍ਹਾਂ ਵੀ ਫੇਲ ਕੀਤਾ ਜਾਵੇ, ਉਹਦੇ ਬਾਰੇ ਸ਼ਾਇਦ ਤੁਹਾਡੇ ਇਸ ਤੇ ਕਲੋਜ਼ ਲੁੱਕ ਹੋਣੀ ਹੈ ਤੁਹਾਡੇ ਉੱਪਰ, ਕਿਉਂਕਿ ਸਿਰਫ ਸਾਨੂੰ ਤਾਂ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ। ਜੋ ਕੁਝ ਇਹਦੇ ਬਾਰੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ, ਉੱਥੇ ਕੀ ਚਾਲਾਂ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ ਅਮਨ ਜੀ, ਗੱਲ ਇਹ ਆ ਕਿ ਇਹ ਇੱਕ ਤਾਂ ਚਾਲਾਂ ਚੱਲਣ ਦੀ ਗੱਲ ਹੈ, ਇੱਕ ਇਹ ਕਿ ਸਰਕਾਰ ਦੀ ਨੀਅਤ, ਜਦੋਂ ਕੇਂਦਰ ਸਰਕਾਰ ਦੀ ਨੀਅਤ 5 ਜੂਨ ਤੋਂ ਜਦੋਂ ਤੋਂ ਇਹ ਆਰਡੀਨੈਂਸ ਆਏ ਨੇ ਉਦੋਂ ਤੋਂ ਹੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਰਹੀ ਹੈ। ਕਿਉਂਕਿ ਪਹਿਲਾਂ ਤਾਂ ਤੁਸੀਂ ਦੇਖੋ ਕਿ ਜੂਨ ਦੇ ਵਿੱਚ ਕਰੋਨਾ ਦਾ ਟਾਈਮ ਸੀਗਾ, ਕੋਵਿਡ ਦੇ ਟਾਈਮ ਦੇ ਵਿੱਚ ਤੁਸੀਂ ਇੱਕ ਆਰਡੀਨੈਂਸ ਲੈ ਜਾਂਦੇ, ਉਹ ਆਰਡੀਨੈਂਸ ਜਿਹੜੇ ਕਿਸੇ ਨੇ ਮੰਗੇ ਹੈ ਨਹੀਂ, ਕਿਸੇ ਨੇ ਡਿਮਾਂਡ ਕੋਈ ਨਹੀਂ ਕੀਤੀ, ਕੋਈ ਦੇਸ਼ ਦੇ ਵਿੱਚ ਕੋਈ ਐਮਰਜੈਂਸੀ ਵਾਲੀ ਕੋਈ ਸਿਚੁਏਸ਼ਨ ਕੋਈ ਨਹੀਂ ਹੈ ਕਿ ਤੁਸੀਂ ਇੱਕ ਬਾਈਪਾਸ ਕਰਕੇ ਪਾਰਲੀਮੈਂਟ ਨੂੰ ਤੇ ਤੁਸੀਂ ਇੱਕ ਆਰਡੀਨੈਂਸ ਦੇ ਜਰੀਏ ਇੱਕ ਲਾਅ ਬਣਾਤਾ। ਫਿਰ ਉਸ ਤੋਂ ਬਾਅਦ ਜਦੋਂ ਕਿਸਾਨਾਂ ਦੇ ਪ੍ਰਦਰਸ਼ਨ ਸ਼ੁਰੂ ਹੋਏ, ਪ੍ਰੋਟੈਸਟ ਸ਼ੁਰੂ ਹੋਏ, ਤੇ ਫਿਰ ਤੁਸੀਂ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਉਹਨੂੰ ਇੱਕ ਬਿੱਲਾਂ ਦੇ ਰੂਪ ਦੇ ਵਿੱਚ ਇੱਕ ਕਾਨੂੰਨੀ ਮਾਨਤਾ ਜਿਹੜੀ ਹੈਗੀ ਆ ਉਹ ਦਿੱਤੀ।
ਤੇ ਉਸ ਤੋਂ ਬਾਅਦ ਜਦੋਂ ਅੰਦੋਲਨ ਭਖਿਆ ਤੁਸੀਂ ਕਿਸਾਨਾਂ ਨਾਲ ਕੋਈ ਗੱਲ ਸ਼ੁਰੂ ਨਹੀਂ ਕੀਤੀ, ਕੋਈ ਉਹਨਾਂ ਨੂੰ ਬੁਲਾਇਆ ਹੈ ਨਹੀਂ। ਫਿਰ ਜਦੋਂ ਐਂਡ ਤੇ ਜਾ ਕੇ ਤੁਸੀਂ ਬੁਲਾਇਆ ਕਿਸਾਨਾਂ ਨੂੰ ਤੇ ਉੱਥੇ ਜਾ ਕੇ ਤੁਹਾਡੇ ਸੈਕਟਰੀ ਲੈਵਲ ਦੇ ਅਧਿਕਾਰੀ ਮਿਲਦੇ ਨੇ, ਕੋਈ ਪੋਲੀਟੀਕਲ ਲੀਡਰਸ਼ਿਪ ਕੋਈ ਨਹੀਂ ਮਿਲੀ, ਕੋਈ ਮਿਨਿਸਟਰ ਕੋਈ ਨਹੀਂ ਮਿਲਿਆ, ਕਿਸਾਨਾਂ ਨੂੰ ਹਰਾਸ਼ ਕੀਤਾ ਗਿਆ, ਘੰਟਿਆਂ ਬੱਧੀ ਬਿਠਾ ਕੇ ਰੱਖਿਆ ਗਿਆ, ਉਹਨਾਂ ਦੀ ਇਨਸਲਟ ਕੀਤੀ ਗਈ। ਤੇ ਇਹੀ ਇਸ ਕਰਕੇ ਆ ਕਿ ਕੇਂਦਰ ਸਰਕਾਰ ਦੀਆਂ ਇਹ ਚਾਲਾਂ ਨੇ। ਹੁਣ ਕਿ ਉਸ ਤੋਂ ਬਾਅਦ ਜਦੋਂ ਅੰਦੋਲਨ ਪੂਰਾ ਪੀਕ ਤੇ ਚਲਾ ਗਿਆ, ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਮੈਸੇਜ ਚਲਾ ਗਿਆ, ਲੋਕ ਬਾਰਡਰਾਂ ਦੇ ਉੱਪਰ ਇਕੱਠੇ ਹੋ ਗਏ ਤੇ ਹੁਣ ਕੇਂਦਰ ਸਰਕਾਰ ਕੀ ਕਰ ਰਹੀ ਆ? ਹੁਣ ਕਹਿੰਦੇ ਨੂੰ ਧਾਰਮਿਕ ਰੰਗਤ ਦੇ ਰਹੀ ਆ, ਕਦੇ ਨੂੰ ਖਾਲਿਸਤਾਨੀ, ਕਦੇ ਨੂੰ ਨਕਸਲਾਈਟ, ਕਦੇ ਨੂੰ ਮਾਓਇਸਟ, ਕਦੇ ਨੂੰ ਸ਼ਹੀਨ ਬਾਗ ਨਾਲ ਜੋੜਿਆ ਜਾ ਰਿਹਾ, ਕਦੇ ਹੁਣ ਜਿੱਦਾਂ ਜੇਪੀ ਦਲਾਲ ਜਿਹੜੇ ਹੈਗੇ ਨੇ ਹਰਿਆਣਾ ਦੇ ਵਿੱਚ ਮਿਨਿਸਟਰ ਨੇ ਬੀਜੇਪੀ ਦੇ, ਉਹਨਾਂ ਨੇ ਐਸਵਾਈਐਲ ਦਾ ਮੁੱਦਾ ਕੱਢ ਲਿਆ। ਉਹ ਕੁਝ ਲੋਕਾਂ ਦਾ ਮੰਗ ਪੱਤਰ ਲੈ ਰਹੇ ਨੇ ਕਿ ਐਸਵਾਈਐਲ ਦਾ। ਹੁਣ ਮੇਰੇ ਖਿਆਲ ਦੇ ਵਿੱਚ ਲੋਕ ਇੰਨੇ ਜਾਗਰੂਕ ਹੋ ਚੁੱਕੇ ਨੇ, ਹੁਣ ਲੋਕਾਂ ਦੇ ਉੱਪਰ ਜਿਹੜਾ ਤੁਹਾਡਾ ਕੋਈ ਵੀ ਇਦਾਂ ਦੀ ਕੋਈ ਕੋਝੀ ਚਾਲ ਕੋਈ ਨਹੀਂ ਚੱਲਣੀ। ਹੁਣ ਲੋਕ ਯੂਨਾਈਟ ਨੇ, ਲੋਕਾਂ ਨੂੰ ਪਤਾ ਲੱਗਾ ਕਿ ਬੀਜੇਪੀ ਦੀ ਜਿਹੜੀ ਸਟ੍ਰੈਟਜੀ ਉਹ ਡਿਵਾਈਡ ਐਂਡ ਰੂਲ ਦੀ ਆ। ਉਹ ਤੁਸੀਂ ਜਿੰਨੇ ਅੱਜ ਮੂਵਮੈਂਟਸ ਹੋਏ ਨੇ, ਜਿੰਨੇ ਵੀ ਬੀਜੇਪੀ ਦੇ ਅਗੇਂਸਟ ਲੋਕਾਂ ਨੇ ਆਵਾਜ਼ ਬੁਲੰਦ ਕੀਤੀ, ਚਾਹੇ ਉਹ ਤੁਹਾਡਾ ਸੀਏ ਐਨਆਰਸੀ ਦੇ ਅਗੇਂਸਟ ਹੋਵੇ, ਚਾਹੇ ਕੁਝ ਲੋਕਾਂ ਨੇ ਤੁਹਾਡੇ ਸਰਜੀਕਲ ਸਟ੍ਰਾਈਕ ਤੇ ਸਵਾਲ ਖੜੇ ਕੀਤੇ, ਚਾਹੇ ਕੁਝ ਲੋਕਾਂ ਨੇ ਤੁਹਾਡਾ ਜੀਐਸਟੀ ਦੇ ਉੱਤੇ ਸਵਾਲ ਖੜੇ ਕੀਤੇ, ਚਾਹੇ ਡਿਮੋਨਟਾਈਜੇਸ਼ਨ ਦੇ ਉੱਪਰ ਸਵਾਲ ਖੜੇ ਕੀਤੇ, ਤੁਸੀਂ ਉਹਨਾਂ ਨੂੰ ਐਂਟੀ ਨੈਸ਼ਨਲ ਕਹਿ ਕੇ ਉਹਨਾਂ ਨੂੰ ਸਾਈਡਲਾਈਨ ਕਰਨ ਦੀ ਕੋਸ਼ਿਸ਼ ਕੀਤੀ ਕਿ ਹਿੰਦੁਸਤਾਨ ਦੇ ਕਿਤੇ ਸਾਰੇ ਲੋਕ ਐਂਟੀ ਨੈਸ਼ਨਲ ਥੋੜੀ ਨੇ, ਸਾਰੇ ਲੋਕ ਦੇਸ਼ ਭਗਤ ਨੇ, ਸਾਰੇ ਲੋਕ ਦੇਸ਼ ਦੀ ਜੀਡੀਪੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ, ਕੰਮ ਕਰਦੇ ਨੇ, ਆਪਣੀ ਵਫਾਦਾਰੀ ਰੱਖਦੇ ਨੇ ਇਸ ਦੇਸ਼ ਦੇ ਨਾਲ। ਤੇ ਅੱਜ ਲੱਖਾਂ ਕਿਸਾਨ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਹੈਗੀ ਹਵਾ ਦੇ ਰਹੀ ਆ। ਅਗਰ ਇਹ ਲੋਕ ਕਿਸਾਨ ਨਹੀਂ ਕਾਂਗਰਸੀ ਨੇ, ਅਗਰ ਇੰਨੇ ਲੋਕ ਕਾਂਗਰਸੀ ਹੁੰਦੇ ਤਾਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਨਹੀਂ ਸੀ ਬਣਦੇ, ਫਿਰ ਤਾਂ ਵੋਟਾਂ ਕਾਂਗਰਸ ਨੂੰ ਪੈਂਦੀਆਂ, ਫਿਰ ਤਾਂ ਕਾਂਗਰਸ ਦਾ ਕੋਈ ਬੰਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਸੀ। ਅਗਰ ਲੱਖਾਂ ਲੋਕ ਬਾਰਡਰਾਂ ਤੇ ਬੈਠੇ ਕਾਂਗਰਸੀ ਨੇ ਤੇ ਫਿਰ ਮੋਦੀ ਸਾਹਿਬ ਦੱਸਣੋ ਕਿਹੜੀਆਂ ਵੋਟਾਂ ਨਾਲ ਆਏ ਨੇ? ਇਟ ਮੀਨਸ ਉਹ ਫਿਰ ਸਕੈਮ ਕਰਕੇ ਆਏ ਨੇ ਕੋਈ। ਤੇ ਦੂਜੀ ਗੱਲ ਕਾਂਗਰਸ ਦਾ ਰੋਲ ਕੀ ਬਹੁਤਾ ਵਧੀਆ ਨਹੀਂ ਹੈ। ਕਾਂਗਰਸ ਅੱਜ ਕੈਪਟਨ ਅਮਰਿੰਦਰ ਸਿੰਘ ਪੂਰੀ ਤਰੀਕੇ ਨਾਲ ਅਮਿਤ ਸ਼ਾਹ ਦੇ ਨਾਲ ਮਿਲ ਕੇ ਪੂਰੀ ਗੇਮ ਖੇਡ ਰਹੇ ਨੇ। ਕੱਲ ਡੀਸੀ ਦਫ਼ਤਰਾਂ ਦੇ ਅੱਗੇ ਪ੍ਰੋਟੈਸਟ ਕੀਤੇ ਗਏ ਕਿਸਾਨਾਂ ਵੱਲੋਂ। ਮੋਹਾਲੀ ਦੇ ਅੰਦਰ ਮੈਂ ਤੁਹਾਨੂੰ ਦੱਸ ਦੇਣਾ, ਮੋਹਾਲੀ ਜ਼ਿਲ੍ਹੇ ਦੇ ਅੰਦਰ ਪੰਜਾਬ ਸਰਕਾਰ ਨੇ ਉੱਥੇ ਵਾਟਰ ਕੈਨਨਸ ਲਾਈਆਂ, ਉੱਥੇ ਹੈਵੀ ਫੋਰਸ ਡਿਪਲੋਏ ਕੀਤੀ। ਕਿਹਦੇ ਤੋਂ ਇੰਸਟਰਕਸ਼ਨਸ ਲੈ ਰਹੇ ਨੇ ਕੈਪਟਨ ਅਮਰਿੰਦਰ ਸਿੰਘ? ਕਿਸਾਨਾਂ ਦਾ ਜੂਨ ਤੋਂ ਲੈ ਕੇ ਅੱਜ ਤੱਕ ਪੀਸਫੁਲ ਪ੍ਰੋਟੈਸਟ ਚੱਲ ਰਿਹਾ, ਕੋਈ ਕਿਸਾਨਾਂ ਨੇ ਭੰਨ ਤੋੜ ਨਹੀਂ ਕੀਤੀ, ਕੋਈ ਏਦਾਂ ਦੀ ਐਂਟੀ ਨੈਸ਼ਨਲ ਐਕਟੀਵਿਟੀ ਨਹੀਂ ਕੀਤੀ, ਕਿਤੇ ਮਾਰ ਤੋੜ ਨਹੀਂ ਹੋਈ, ਤੇ ਪੂਰਾ ਪੀਸਫੁਲ ਪੂਰਾ ਡਿਸਪਲਿਨਡ ਵੇ ਚੱਲ ਰਿਹਾ। ਤੁਹਾਨੂੰ ਵਾਟਰ ਕੈਨਨਸ ਲਾਉਣ ਦੀ ਮੋਹਾਲੀ ਡਿਸਟ੍ਰਿਕਟ ਹੈਡਕੁਆਟਰ ਤੇ ਲੋੜ ਕੀ ਸੀ? ਤੁਸੀਂ ਉਹਨਾਂ ਨੂੰ ਥ੍ਰੈਟ ਕਰ ਰਹੇ ਹੋ। ਇਹਦਾ ਮਤਲਬ ਕੇਂਦਰ ਸਰਕਾਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਹੁਣ ਕੈਪਟਨ ਸਾਹਿਬ ਉੱਥੇ ਗਏ ਸੀ, ਦਿੱਲੀ ਗਏ ਸੀ, ਅਮਿਤ ਸ਼ਾਹ ਨਾਲ ਇੰਟਰਵਿਊ ਹੋਈ ਹੈ। ਫਿਰ ਉਹੀ ਗੱਲਾਂ ਕਿ ਇਹਨਾਂ ਨੂੰ ਜਦੋਂ ਉਹਨਾਂ ਨੇ ਜਿਹੜੇ ਕੇਸ ਚੱਲ ਰਹੇ ਨੇ ਉੱਥੇ ਉਸ ਜਗ੍ਹਾ ਤੇ, ਉਹਨਾਂ ਨੂੰ ਦੱਸਿਆ ਵੀ ਕੇਸ ਤੁਹਾਡੇ ਬੇਟੇ ਦੇ ਵੀ ਚੱਲ ਨੇ, ਉਹ ਚੀਜ਼ਾਂ ਨੂੰ ਦੇਖ ਕੇ ਉਹ ਚੁੱਪ ਕਰ ਗਏ ਨੇ। ਇਹ ਸਭ ਇਨਵੋਲਵਮੈਂਟ ਨਾਲ ਸਾਰਾ ਕੁਝ ਹੋ ਰਿਹਾ। ਜੇ ਆਪਾਂ ਦੇਖੀ ਜਾਵੇ ਤਾਂ ਹੁਣ ਆਪਾਂ ਦੇਖੋ, ਜੇ ਪੋਲੀਟੀਕਲ ਇਨਵੋਲਵਮੈਂਟ ਦੀ ਗੱਲ ਦੇਖੀਏ ਤਾਂ ਕੇਜਰੀਵਾਲ ਸਾਹਿਬ ਦੀ ਆਪਾਂ ਨੂੰ ਤਾਰੀਫ ਕਰਨ ਦੀ ਬਣਦੀ ਹੈ ਇੱਥੇ। ਤੇ ਕੇਜਰੀਵਾਲ ਸਾਹਿਬ ਜਿੱਦਾਂ ਪਾਰਟੀ ਆਮ ਆਦਮੀ ਪਾਰਟੀ ਜੋ ਕਰ ਰਹੀ ਹੈ, ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜਿਹੜੇ ਉੱਥੇ ਸਟੇਡੀਅਮ ਸੀਗੇ ਉਹਨਾਂ ਨੂੰ ਜੇਲ੍ਹਾਂ ਦੇ ਬਣਾਉਣ ਵਾਸਤੇ ਪੁੱਛਿਆ ਗਿਆ ਸੀ, ਜੋ ਕੇਜਰੀਵਾਲ ਸਰਕਾਰ ਨੇ ਮਨਾ ਕਰਤਾ ਸੀ। ਤੁਸੀਂ ਇਹ ਦੇਖੋ ਵੀ ਸੈਂਟਰ ਸਰਕਾਰ ਦੇ ਅਗੇਂਸਟ ਜਾ ਕੇ ਚੀਜ਼ਾਂ ਨੂੰ ਮਨਾ ਕਰਨਾ, ਮਤਲਬ ਇਹ ਗਟਸ ਵਾਲਾ ਬੰਦਾ ਚਾਹੀਦਾ ਇਸ ਵਾਸਤੇ, ਜੋ ਕੇਜਰੀਵਾਲ ਸਾਹਿਬ ਨੇ ਕੀਤਾ। ਫਿਰ ਉਹਨਾਂ ਦੇ ਮੰਤਰੀ ਜਾ ਕੇ ਉਹਨਾਂ ਦੇ ਉੱਥੇ ਜਾ ਕੇ ਵਾਰੀ ਪੁੱਛਦੇ ਨੇ। ਕੇਜਰੀਵਾਲ ਸਾਹਿਬ ਆਪ ਵੀ ਉੱਥੇ ਗਏ ਨੇ। ਹੁਣ ਜਿਹੜਾ ਇੱਕ ਦਿਨ ਦਾ ਇਹਨਾਂ ਨੇ ਰੱਖਿਆ ਸੀ, ਹੰਗਰ ਸਟ੍ਰਾਈਕ ਰੱਖੀ ਸੀ 14 ਤਰੀਕ ਦੀ, ਉਹਦੇ ਵਿੱਚ ਵੀ ਬੜੇ ਲੋਕ ਇਨਵੋਲਵ ਹੋਏ ਨੇ। ਉਹਦੇ ਵਿੱਚ ਕੇਜਰੀਵਾਲ ਸਾਹਿਬ ਦਾ ਵੀਡੀਓ ਹੈ। ਵੀ ਸਾਹਿਬ ਤੁਸੀਂ ਜਰਾ ਪਲੀਜ਼ ਚਲਾਓਗੇ, ਫਿਰ ਮੈਂ ਉਹਦਾ ਸੰਜੇ ਵਾਲਾ ਹੀ ਕੋਲ ਜਾਊਂਗਾ। ਵੀ साहब, ये कानून केवल किसानों के खिलाफ नहीं है, ये कानून इस देश की आम जनता के खिलाफ है। इस कानून के आने से बेइंतहा महंगाई बढ़ेगी। इस कानून के अंदर महंगाई बढ़ने का लाइसेंस दिया गया। महंगाई बढ़ना एक तरह से कानूनी जामा पहना दिया गया। मैं समझाता हूं कैसे। हमारी दिल्ली में सरकार है, हमें पता चलता है कि प्याज महंगा हो गया, तो हम क्या करते हैं, हम पता करते हैं, अभी पता करो किस किस ने प्याज की जमाखोरी कर रखी है। करते हैं कि नहीं करते? महंगाई क्यों होती है? महंगाई इसलिए होती है, कुछ लोग सारा प्याज खरीद के जमा कर लेते हैं अपने स्टोर में। मार्केट में प्याज नहीं आता, मार्केट में प्याज की तंगी हो जाती है, इसलिए प्याज महंगा हो जाता है। दाल क्यों महंगी होती है? कुछ चंद पैसे वाले सारी दाल खरीद के अपने स्टोर में वो कर लेते हैं, दाल महंगी हो जाती है, दाल की कमी हो जाती है। फिर सरकार क्या करती है? सरकार उनके गोदाम में छापे मार के वो दाल बाहर निकालती है। मार्केट में जब दाल आती है तो दाल सस्ती हो जाती है। यही करती है सरकार। अब इस कानून में लिखा है कि कोई भी आदमी कितनी भी जमाखोरी कर सकता है, ये अलाउड होगा।
अभी तक जमाखोरी करना कानून में भी अपराध माना जाता था और शास्त्रों में भी पाप माना जाता था। किसी भी धर्म के शास्त्र उठा के देख लो, भाई साहब कहते थे जमाखोरी करना पाप है। पाप मानते थे नहीं मानते थे? कानून में कहते थे अपराध है। हर चीज की एक लिमिट होती थी। भाई चना है 10,000 क्विंटल से ऊपर नहीं कर सकते स्टोर, गेहूं है इतने से ज्यादा स्टोर नहीं कर सकते, हर चीज की लिमिट बांध रखी थी। अब ये लिमिट खत्म, कोई आदमी कितना भी स्टोर कर सकता है। तो जिन जिन लोगों के पास पैसे हैं वो तो 2-2, 3-3 साल तक सामान स्टोर करके रख लेंगे। कितनी महंगाई हो जाएगी, कितनी महंगाई हो जाएगी। तो इस कानून में लिखा है कि अगर 1 साल में महंगाई डबल हो जाएगी तभी रेड मार सकती है सरकार, नहीं तो रेड नहीं मार सकती। मतलब किसी, मेरे को पता भी है, मैं मुख्यमंत्री हूं, मेरे को पता है दाल के दाम बढ़ रहे हैं और इस आदमी ने स्टोर कर रखा है। अब मेरे हाथ काट दिए, मैं रेड नहीं मार सकता, उसकी दाल बाहर नहीं निकाल सकता। उसमें लिखा है कि जब तक दाल के रेट डबल नहीं हो जाएंगे, तो मान लो इस साल गेहूं 10 रुपए किलो, तो जब तक अगली साल 20 रुपए किलो नहीं हो जाती, मैं रेड नहीं मार सकता। फिर अगली साल 40 रुपए किलो और अगली साल 80 रुपए किलो और अगली साल 100। तो 4 साल के अंदर गेहूं 16 गुना महंगी हो जाएगी। 16 गुना महंगी 4 साल के अंदर। समझ रहे हो आप लोग? ये कानून में लिखा, इतनी महंगाई हो जाएगी, इतनी महंगाई हो जाएगी, भाई साहब तनख्वाह बढ़ेगी नहीं, बच्चे पालने मुश्किल हो जाएंगे। तो ये पूरा कानून किसानों के खिलाफ है, आम आदमी के खिलाफ है। केवल और केवल कुछ चंद पूंजीपतियों को फायदा पहुंचाने के लिए कानून लाया गया। ਤੁਸੀਂ ਜਿਸ ਤਰ੍ਹਾਂ ਇਹ ਵੀਡੀਓ ਦੇਖਿਆ, IIT ਦੇ ਪੜ੍ਹੇ ਹੋਏ ਕੇਜਰੀਵਾਲ ਸਾਹਿਬ ਨੇ, ਕਿੰਨੇ ਹੋਰ IAS ਬੰਦੇ ਨੇ, ਕਿੰਨੇ ਮਤਲਬ ਹੋਰ ਜੋ ਐਜੂਕੇਟਿਡ ਬੰਦੇ ਆ, ਉਹਨਾਂ ਨੂੰ ਸਮਝ ਆ ਰਿਹਾ ਸਾਰਾ ਕੁਝ ਵੀ। ਸਭ ਇਹ ਜੋ ਕਰ ਰਹੇ ਆ ਸਾਰੇ 2-4 ਬੰਦਿਆਂ ਦੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਕੀਤਾ ਜਾ ਰਿਹਾ। ਤੇ ਪਤਾ ਨਹੀਂ ਕਿਉਂ ਇਹ ਚਾਹ ਬਣਾਉਣ ਵਾਲੇ ਬੰਦੇ ਨੂੰ ਸਮਝ ਨਹੀਂ ਲੱਗ ਰਹੀ। ਇਹ ਪਤਾ ਨਹੀਂ ਕਦੋਂ ਤੱਕ ਉਹ ਤਾਂ समझ लगनी है। संजय वाला जी, आप कुछ कहना चाहती थी, प्लीज गो अहेड। हाँ जी वीर जी, मैं ये कहना चाहती थी कि मैं प्राउड फील करती हूँ कि मैं उस दिल्ली में रहती हूँ जहाँ की सरकार समझदार है और आज किसान और जो अपना देश का अन्नदाता है उसके साथ हर कदम पर सपोर्ट कर रही है, लेकिन बिना किसी पॉलिटिकल जो स्वार्थ है उसके। क्योंकि स्टार्टिंग से जब हमने ये आंदोलन जैसे ही दिल्ली की तरफ बढ़ा, आपने कहा और हमने भी सुना हुआ है कि इन्होंने जेल बनाने के लिए स्टेडियम की परमिशन मांगी अरविंद जी से, लेकिन अरविंद केजरीवाल जी ने बड़े ही समझदार तरीके से उनको ना किया और उनका कोई दबाव इसलिए नहीं आया क्योंकि ये एक ईमानदार नेता है और पूरे भारत में इन जैसा ईमानदार नेता दूसरा नहीं है। और इसी कारण से आज ये बीजेपी वाले या केंद्र सरकार उन पे कोई दबाव नहीं बना पा रही और खुले तौर पर अरविंद केजरीवाल जी इस आंदोलन को मजबूती देने के लिए दिन रात प्रयास कर रहे हैं। उन्होंने अपने हर मंत्री, हर MLA, हर कार्यकर्ता को सेवादार के रूप में इस आंदोलन में भेजा, सेवा करने के लिए भेजा और साफ तौर पर निर्देश दिए गए कि पार्टी पॉलिटिक्स देश में जब तक जिंदा रहेंगी जब तक इंसान और भाईचारा और देश जिंदा रहेगा। अगर इस आंदोलन में पॉलिटिकल से दूर हटकर अगर आम इंसान बनके अगर ये सभी पार्टियां आ जाएं और केंद्र सरकार पर दबाव बनाए एक साथ, तो निश्चित तौर पर इस बिल को जो कैंसिल करवाया जा सकता है और देश की कृषि विभाग को बचाया जा सकता है, देश के अन्नदाता को बचाया जा सकता है। तो हम प्राउड फील करते हैं, हम एक ऐसी दिल्ली में रहते हैं जहां हमने एक ईमानदार सरकार को वोट दिया और वो आज किसान के हक की लड़ाई में उसके साथ खड़े। हाँ जी, हाँ जी, बिल्कुल। सब लोग इसको बड़ा प्राउड फील कर रहे हैं, जो दिल्ली के हैं, जो बाहर के हैं, जो भी लोग इसके साथ इन्वॉल्व हुए हैं, जो आम आदमी पार्टी के लोग हैं, जो बाकी उनसे जुड़े हुए हैं, सब लोग इसके ऊपर प्राउड फील करते हैं। हमारे अपना बंदा इतना अच्छा चुनाव है। चरणजीत ग्रेवाल साहब, सिर्फ 30 सेकंड वास्ते मैंने ਤੁਸੀਂ ਰੈਪ ਅਪ ਕਰਨ ਵਾਸਤੇ ਤੁਸੀਂ ਮੈਨੂੰ ਦੱਸੋ ਕਿ ਆਪਾਂ ਫਾਈਨਲ ਕੀ ਕਰ ਸਕਦੇ ਹਾਂ। ਆਮ ਜਸਟ ਸੇਇੰਗ ਜਿਹੜਾ ਅੰਦੋਲਨ ਚੱਲ ਰਿਹਾ, ਮੈਂ ਤਾਂ ਉੱਥੇ ਜਿੰਨੇ ਵੀ ਸਾਡੇ ਗੱਭਰੂ ਉੱਥੇ ਬੈਠੇ ਨੇ, ਨੌਜਵਾਨ ਬੈਠੇ ਆ, ਯੰਗ ਤਬਕਾ ਬੈਠਾ, ਉਹਨਾਂ ਨੂੰ ਕਹਿਣਾ ਵੀ ਸ਼ਾਂਤੀ ਦੇ ਨਾਲ ਜੋ ਤੁਹਾਡਾ ਕਿਸੇ ਹੋਰ ਦਾ ਝੰਡੇ ਦਾ ਜਾਂ ਰੰਗ ਦਾ ਜਾਂ ਕਿਸ ਤੁਹਾਡੇ ਖਿਆਲ ਨਹੀਂ ਮਿਲਦੇ, ਉਹਨਾਂ ਨੂੰ ਪਰੇ ਰੱਖ ਕੇ ਇਸ ਅੰਦੋਲਨ ਨੂੰ ਕਾਮਯਾਬ ਕਰ ਲਓ।
ਫਿਰ ਜਿਹੜਾ ਹੋਰ ਕੋਈ ਆਪਣੇ ਫਰਕ ਹੋਣਗੇ ਕਿਸੇ ਦੇ ਨਾਲ, ਰੰਗ ਦੇ ਨਾਲ, ਝੰਡੇ ਦੇ ਨਾਲ, ਕਿਸੇ ਨਾਲ ਵੀ ਹੋਣਗੇ, ਆਪਾਂ ਪੰਜਾਬ ਵਾਪਸ ਜਾ ਕੇ ਜਿੱਤ ਕੇ ਬਾਅਦ ਚ ਸੌਟ ਆਊਟ ਹੋ ਜਾਣਗੇ ਉਹ ਸਭ। ਸੋਲਡਰ ਕਰ ਲਾਂਗੇ। ਹਾਂਜੀ, ਥੈਂਕ ਯੂ ਸੋ ਮਚ ਜੀ। ਮਿੱਤਲ ਸਾਹਿਬ, ਮੈਂ ਤੁਹਾਡੇ ਕੋਲੇ ਲਾਸਟ ਰਿਮਾਰਕਸ ਲੈਣ ਵਾਸਤੇ ਤੁਹਾਡੇ ਕੋਲ ਆਇਆ, ਤੇ ਮੈਨੂੰ ਤੁਸੀਂ ਦੱਸੋ ਕਿ ਅਸੀਂ ਬਾਹਰੋਂ ਬੈਠੇ ਬੰਦੇ ਕੁਝ ਜੋ ਸੋਸ਼ਲ ਮੀਡੀਆ ਤੇ ਕੁਝ ਕਰ ਸਕਦੇ ਹਾਂ ਜਾਂ ਕੁਝ ਹੋਰ ਕੁਝ ਕਰ ਸਕਦੇ ਹੋ, ਤੁਸੀਂ ਸਾਨੂੰ ਫਾਈਨਲ ਬਸ 2 ਮਿੰਟ ਦੇ ਰਿਮਾਰਕਸ ਤੁਹਾਡੇ ਕੋਲ ਚਾਹੀਦੇ ਮੈਨੂੰ। ਦੇਖੋ ਗੱਲ ਇਹ ਆ ਕਿ ਦੇਖੋ ਸਾਰੇ ਬੰਦੇ ਆਪਣਾ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ, NRI ਭਰਾ ਵੀ ਪਾ ਰਹੇ ਨੇ, ਪੰਜਾਬ ਦੇ ਅੰਦਰ ਜਿਹੜੇ ਲੋਕ ਰਹਿ ਰਹੇ ਨੇ ਉਹ ਵੀ ਪਾ ਰਹੇ ਨੇ, ਪਰ ਜਦ ਤੱਕ ਸੋਸ਼ਲ ਮੀਡੀਆ ਤੇ ਆਪਾਂ ਨੂੰ ਇੱਕ ਕੰਪੇਨ ਦੇ ਨੂੰ ਪੂਰਾ ਆਪਾਂ ਨੂੰ ਸੋਸ਼ਲ ਮੀਡੀਆ ਤੇ ਵੀ ਅੰਦੋਲਨ ਇੱਕ ਚਲਾਉਣਾ ਚਾਹੀਦਾ, ਜਿੱਦਾਂ ਗਰਾਊਂਡ ਤੇ ਅੰਦੋਲਨ ਚੱਲ ਰਿਹਾ, ਚਾਹੇ ਉਹ ਟਵਿੱਟਰ ਹੈ, ਚਾਹੇ ਉਹ ਫੇਸਬੁੱਕ ਹੈ, YouTube ਹੈ ਜਾਂ WhatsApp ਆ। ਆਪਾਂ ਲੋਕਾਂ ਦੀ ਪੂਰੀ ਇਹਨਾਂ ਦੀ ਹਮਾਇਤ ਕਰੀਏ, ਚਾਹੇ ਜਿੰਨੀ ਵੀ ਜਿਸ ਤਰੀਕੇ ਨਾਲ ਵੀ ਹੋ ਸਕਦੀ ਹੈ, ਤੇ ਉਸ ਤਰੀਕੇ ਨਾਲ ਆਪਾਂ ਨੂੰ ਪੂਰਾ ਖੁੱਲ ਕੇ ਅੱਗੇ ਆਉਣਾ ਚਾਹੀਦਾ। ਜਿੱਦਾਂ ਚਾਹੇ ਕਾਲਿੰਗ ਕੰਪੇਨ ਆਪਾਂ ਜਿੱਦਾਂ ਇਲੈਕਸ਼ਨ ਦੇ ਟਾਈਮ ਸ਼ੁਰੂ ਕੀਤੀ ਸੀ, ਆਪਾਂ ਚਾਹੇ ਇਦੋਂ NRI ਗਰੁੱਪ ਵੱਲੋਂ ਇੱਕ ਕਾਲਿੰਗ ਕੰਪੇਨ ਪੰਜਾਬ ਦੇ ਲੋਕਾਂ ਨੂੰ ਕਿ ਵੱਧ ਤੋਂ ਵੱਧ ਤੁਸੀਂ ਇੱਥੇ ਜੁਆਇਨ ਕਰੋ, ਉਹਨਾਂ ਨੂੰ ਫਾਈਨੈਂਸ਼ੀਅਲ ਏਡ ਦਿਓ, ਰਾਸ਼ਨ ਦਿਓ ਤੇ ਉੱਥੇ ਬੈਠੋ। ਤੇ ਦੂਜੇ ਪਾਸੇ ਆਪਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕਰੀਏ ਕਿ ਦੇਖੋ ਇੰਨੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨੇ ਠੰਡ ਦੇ ਵਿੱਚ ਬੈਠੇ ਨੇ, ਮਾਤਾਵਾਂ ਭੈਣਾਂ ਬਜ਼ੁਰਗ ਲੋਕ ਠੰਡ ਦੇ ਵਿੱਚ ਬੈਠੇ ਨੇ, ਤੇ ਮੋਦੀ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਇਹ ਕਾਲੇ ਕਾਨੂੰਨ ਤੁਰੰਤ ਵਾਪਸ ਲੈਣੇ ਚਾਹੀਦੇ ਨੇ, ਤੇ ਸਪੈਸ਼ਲ ਸੈਸ਼ਨ ਬੁਲਾ ਕੇ ਪਾਰਲੀਮੈਂਟ ਦਾ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਨੇ। ਆਪਾਂ ਨੂੰ ਦੋਨੇ ਪਾਸੇ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਨੀ ਪੈਣੀ ਹੈ, ਤੇ ਆਪਾਂ ਨੂੰ ਲੋਕਾਂ ਨੂੰ ਵੀ ਇਧਰ ਮੋਟੀਵੇਟ ਕਰਨਾ ਪੈਣਾ ਕਿ ਆਪਾਂ ਡਟੇ ਰਹੀਏ, ਤਾਂ ਜੋ ਕਿ ਕੇਂਦਰ ਸਰਕਾਰ ਦੇ ਉੱਪਰ ਪ੍ਰੈਸ਼ਰ ਜਿਹੜਾ ਪੂਰਾ ਬਿਲਟ ਅਪ। बिल्कुल मित्तल साहब, थैंक यू सो मच फॉर टेकिंग पार्ट। संजय बाला जी, आपका बहुत बहुत शुक्रिया। चरणजीत गरेवाल जी, सत श्री अकाल सर, थैंक यू सो मच। मैं दर्शकों ਨੂੰ फिर वही कहना चाहना है कि देखो आप जो इन्वॉल्वमेंट शो कर सकते, जो खासकर ਅਸੀਂ ਬਾਹਰ ਬੰਦੇ ਬੈਠੇ ਹੋਏ हैं, ਅਸੀਂ ਇਨਵੋਲਵਮੈਂਟ ਸ਼ੋ ਕਰਦੇ ਹਾਂ ਵੱਧ ਤੋਂ ਵੱਧ ਉਸੇ ਸੋਸ਼ਲ ਮੀਡੀਆ ਥਰੂ, ਆਪਾਂ ਨੂੰ ਲੋਕਾਂ ਨੂੰ ਜਾਗਰੂਕ ਕਰਕੇ ਜਾਂ ਬਾਕੀ ਜੋ ਆਪਣੇ ਕੋਲ ਹੈ ਆਹੀ ਹਥਿਆਰ ਨੇ। ਹੁਣ ਜੋ ਇੰਡੀਆ ਦੇ ਪਹਿਲਾਂ ਜੋ ਮੈਂ ਗੱਲ ਕਹਿ ਕੇ ਹਟਿਆ, ਜੋ ਚੈਨਲਸ ਨੇ ਉਹ ਸਾਰੇ ਤਾਂ ਆਲਰੇਡੀ ਸਭ ਕੁਝ ਉਹਨਾਂ ਦੇ ਆਪਣੇ ਹੱਥ 'ਚ ਨੇ। ਸੋਸ਼ਲ ਮੀਡੀਆ ਥਰੂ ਲੋਕਾਂ ਨੂੰ ਜਾਗਰੂਕ ਕਰੋ, ਤੇ ਇਸ ਦੇ ਥਰੂ ਜਾ ਕੇ ਆਪਾਂ ਲੋਕਾਂ ਨੂੰ ਹੋਰ ਇਨਵੋਲਵ ਕਰ ਸਕਦੇ ਹਾਂ, ਤਾਂ ਕਿ ਜਿਹੜੇ ਕਾਲੇ ਕਾਨੂੰਨ ਜਿਹੜੇ ਫਾਰਮਰ ਦੇ ਅਗੇਂਸਟ ਇਹਨਾਂ ਨੇ ਕੀਤੇ ਨੇ ਇਹ ਤੇ ਵਾਪਸ ਦਿੱਤੇ ਜਾਣ। ਫਿਰ ਮੈਂ ਤੁਹਾਨੂੰ ਉਹੀ ਕਹਿਣਾ ਚਾਹੁੰਦਾ, ਫੇਸਬੁੱਕ ਚਰਚਾ ਪ੍ਰੋਗਰਾਮ ਅਸੀਂ ਆਲਮੋਸਟ ਐਵਰੀ ਡੇ ਅਸੀਂ ਕਰਦੇ ਹਾਂ, ਸ਼ਾਮੀ ਸਾਡੇ ਟੋਰਾਂਟੋ ਦੇ ਹਿਸਾਬ ਨਾਲ 10:30 ਹੈ ਸਾਡਾ, ਤੇ ਇਹ ਤੁਸੀਂ ਵਾਚ ਕਰੋ, ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਡਾ ਇੱਕ YouTube ਚੈਨਲ ਹੈ ਫੇਸਬੁੱਕ ਚਰਚਾ ਦੇ ਨਾਮ ਦੇ ਉੱਪਰ ਹੀ, ਉਹਨੂੰ ਸਬਸਕ੍ਰਾਈਬ ਕਰੋ, ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਨਵੋਲਵ ਕਰ ਸਕੀਏ, ਤਾਂ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਅਵੇਅਰ ਹੋਣ, ਤੇ ਲੋਕ ਆਪਣੇ ਘੱਟੋ ਘੱਟ ਹੱਕ ਜਿਹੜੇ ਉਹਨਾਂ ਦੇ ਹੈਗੇ ਨੇ ਉਹਨਾਂ ਨੂੰ ਸਮਝਣ, ਤੇ ਉਹਨਾਂ ਨੂੰ ਲੈਣ ਵਾਸਤੇ ਥੋੜਾ ਹਮਲਾ ਮਾਰਨ। ਥੈਂਕ ਯੂ ਸੋ ਮਚ ਐਵਰੀਵਨ, ਥੈਂਕਸ ਐਵਰੀਵਨ। ਇਨਕਲਾਬ ਜਿੰਦਾਬਾਦ। ਜਿੰਦਾਬਾਦ जिंदाबाद ਜਿੰਦਾਬਾਦ ਜਿੰਦਾਬਾਦ। किसान